ਪ੍ਰੋਗਰਾਮ ਪ੍ਰਾਈਮ ਫੋਕਸ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਤੁਸੀਂ ਬਹੁਤ ਪਿਆਰ ਕਰਦੇ ਹੋ ਇਸ ਪ੍ਰੋਗਰਾਮ ਨੂੰ। ਅੱਜ ਗੱਲਾਂ ਬਹੁਤ ਕਰਨ ਵਾਲੀਆਂ ਸੀਗੀਆਂ, ਕਰੋਨਾ ਵਾਇਰਸ, ਭਾਰਤੀ ਬੈਂਕਾਂ ਦਾ ਜਿਹੜਾ ਹਾਲ ਹੋਣ ਜਾ ਰਿਹਾ, ਹੋਰ ਵੀ ਬਹੁਤ ਕੁਛ। ਪਰ ਅਸੀਂ ਚਾਹੁੰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਉਹ ਸਿਰਦਰਦੀ ਵਾਲੀਆਂ, ਸਟਰੈਸ ਵਾਲੀਆਂ ਗੱਲਾਂ 'ਚੋਂ ਬਾਹਰ ਨਿਕਲੀਏ, ਕਿਉਂਕਿ ਹਰ ਮੀਡੀਆ ਆਊਟਲੈਟ 'ਤੇ ਅਸੀਂ ਇਹੀ ਸਾਰਾ ਕੁਝ ਸੁਣਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਵਿੱਚ ਮੇਰੇ ਨਾਲ ਪਰਮਵੀਰ ਬਾਠ ਜੀ ਸਾਡੇ ਨਾਲ ਨੇ, ਅਤੇ ਗੱਲਬਾਤ ਥੋੜ੍ਹੇ ਜਿਹੇ ਵੱਖਰੇ ਐਂਗਲ ਤੋਂ ਵੱਖਰੀਆਂ ਗੱਲਾਂ ਕਰਾਂਗੇ ਤਾਂ ਕਿ ਸਟਰੈਸ ਦੇ ਮਾਹੌਲ 'ਚੋਂ ਨਿਕਲੀਏ, ਥੋੜ੍ਹਾ ਖੁਸ਼ੀਆਂ ਵਾਲੇ ਮਾਹੌਲ ਦੇ ਵਿੱਚ ਆ ਸਕੀਏ। ਬਾਠ ਸਾਹਿਬ ਜੀ ਆਇਆਂ ਨੂੰ ਜੀ। ਸ਼ੁਕਰੀਆ ਜੀ ਸਮਰਾ ਸਾਹਿਬ, ਬਹੁਤ ਮਿਹਰਬਾਨੀ ਹੈ। ਮੈਨੂੰ ਤਾਂ ਐਂ ਲੱਗਾ ਸੀ ਕਿ ਮੇਰੇ ਕੰਮ ਦੀਆਂ ਗੱਲਾਂ ਤੁਸੀਂ ਕਰਨ ਲੱਗੇ ਆ ਜਦੋਂ ਤੁਸੀਂ ਕਰੋਨਾ ਵਾਇਰਸ 'ਤੇ ਗਏ, ਜਦੋਂ ਤੁਸੀਂ ਸਿਆਸਤ 'ਤੇ ਗਏ, ਜਦੋਂ ਬਾਕੀ ਸਾਰੀਆਂ ਗੱਲਾਂ ਬਾਤਾਂ, ਮੈਨੂੰ ਲੱਗਾ ਅੱਜ ਆਊ ਸਵਾਲ, ਅੱਜ ਬਣੂਗੀ ਅੱਜ ਬਣੂਗੀ। ਮੈਂ ਨਾ ਤੁਹਾਡੇ ਮੁਲਕ 'ਚ ਹੁਣੇ ਪਿੱਛੇ ਜਾ ਕੇ ਆਇਆ ਜੀ, ਇੱਕ ਵਿਆਹ 'ਤੇ ਜਾਣ ਦਾ ਮੌਕਾ ਮਿਲਿਆ ਜੀ। ਉਹ 2 ਵੱਜ ਗਏ ਸੀਗੇ, ਵਿਆਹ 'ਤੇ ਸ਼ਗਨ ਪੈ ਰਿਹਾ ਸੀਗਾ। ਤਾਂ ਵਿਆਹ ਵਾਲੇ ਕਾਕੇ ਨੇ ਇੱਕ ਕਿਸੇ ਪ੍ਰਬੰਧਕ ਨੂੰ ਕੋਲੇ ਬੁਲਾਇਆ, ਕਹਿੰਦਾ ਵੀ ਤੁਹਾਡੇ ਕੋਲ 1 ਘੰਟਾ ਹੋਰ ਆ ਜੀ, ਜਿਹੜਾ ਕੁਛ ਕਰਨਾ ਕਰ ਲਓ, ਕਿਉਂਕਿ ਮੇਰੇ ਮੱਝ ਹੱਥ ਪਈ ਆ, ਮੈਂ ਜਾ ਕੇ ਧਾਰ ਕੱਢਣੀ ਆ। ਮੈਂ ਸਾਰੇ ਵਿਆਹ 'ਚ ਇਸ ਗੱਲ ਦੀ ਚਰਚਾ ਹੋਈ ਹੈ ਨਾ ਜੀ। ਕਹਿੰਦੇ ਵੀ, ਮੈਂ ਕਿਹਾ ਯਾਰ ਇੱਕੋ ਇੱਕ ਤਾਂ ਵਧੀਆ ਕੰਮ ਆ ਬੰਦਾ ਅੱਜ ਦੇ ਮਾਹੌਲ ਦੇ ਵਿੱਚ, ਜਿਹਨੇ ਇਹ ਗੱਲ ਕਹੀ ਆ ਕਿ ਮੈਂ ਜਾ ਕੇ ਮੱਝ ਦੀ ਧਾਰ ਕੱਢਣੀ, ਮੇਰੇ ਹੱਥ ਪਈ ਹੋਈ ਆ, ਤੁਹਾਡੇ ਕੋਲ ਟਾਈਮ ਹੈ ਨਹੀਂ ਗਾ ਹੁਣ ਹੋਰ ਬਹੁਤਾ। ਨਹੀਂ, ਇਹ ਸਮਰਾ ਸਾਹਿਬ ਵੈਸੇ ਵਧੀਆ ਤੁਸੀਂ ਗੱਲ ਸੁਣਾਤੀ ਆ। ਜੇ ਹੁਣ ਆਪਾਂ ਇਧਰਲੇ ਪਾਸੇ ਨੂੰ ਤੁਰੀ ਪਏ ਆ ਜੀ ਜੀ, ਤੇ ਸਮਝ ਹੀ ਲੈਣਾ ਚਾਹੀਦਾ ਕਿ ਭਾਈ ਵਿਆਹ ਜਿਹੜੇ ਆ ਨਾ, ਉਹਦੇ ਵਿੱਚ ਮੈਨੂੰ ਇਹ ਨਹੀਂ ਕਦੇ ਕਦੇ ਸਮਝ ਆਉਂਦਾ ਹੁੰਦਾ ਕਿ ਆਪਾਂ ਅਦਾਲਤ 'ਚ ਖੜੇ ਆ ਕਿ ਵਿਆਹ 'ਚ ਖੜੇ ਆ। ਕਿਵੇਂ ਜੀ? ਅਦਾਲਤ ਦੇ ਵਿੱਚ ਵੀ ਆਪਾਂ ਨੂੰ ਹੁੰਦਾ ਕਿ ਤਰੀਕ ਪਵੇ ਤੇ ਜਾਈਏ, ਮੁਨਸ਼ੀ ਸਾਹਿਬ ਆ ਕਹਿ ਦੇਣ ਕਿ ਭਾਈ ਤੇਰੀ 28 ਬਈ, ਤੇਰੀ 26 ਬਈ, ਫਿਰ ਬੰਦਾ ਮਾੜਾ ਮੋਟਾ ਮਿਹਨਤ ਤਰਲਾ ਕਰਨ ਲੱਗ ਪੈਂਦਾ, ਨਹੀਂ ਜੀ ਉਹ 26 ਨੂੰ ਤਾਂ ਫਿਰ ਸਾਡੇ ਆ ਤੁਸੀਂ ਕਦੇ, ਉਹ ਕਹਿੰਦਾ ਲਿਆ ਦੇਖਦੇ ਆ। ਇੱਦਾਂ ਹੀ ਬੰਦਾ ਵਿਆਹ 'ਚ ਹੁੰਦਾ, ਉਹ ਬਿਠਾਓ ਮੁੰਡੇ ਕੁੜੀ ਨੂੰ, ਉਹ ਬਿਠਾਓ ਯਾਰ, ਅਸੀਂ ਸ਼ਗਨ ਪਾ ਕੇ ਘਰ ਨੂੰ ਜਾਣਾ ਵੀ ਹੈ। ਉਹ ਹੁਣ ਵਿਆਹ ਦੇ ਵਿੱਚ ਤਾਂ ਤਰੀਕ ਦੇ ਵਿੱਚ ਕਿੰਨਾ ਕੁ ਫਰਕ ਰਹਿ ਗਿਆ, ਮਾੜੀ ਮੋਟੀ ਚਰਚਾ ਅੱਜ ਕਰ ਹੀ ਲਈਏ ਫਿਰ ਜੇ ਗੱਲ ਤੋਰੀ ਆ ਤਾਂ ਤੁਸੀਂ। ਬਿਲਕੁਲ ਜੀ। ਮੇਰੇ ਡੈਡੀ ਮੈਨੂੰ, ਮੈਂ ਇਹ ਗੱਲ ਆ ਕੇ ਉਹਦੇ ਪਿਤਾ ਜੀ ਨੂੰ ਸੁਣਾਈ ਹੈ ਨਾ ਜੀ। ਉਹ ਕਹਿੰਦੇ ਵੀ ਜਦੋਂ ਮੈਂ ਵਿਆਹਣ ਗਿਆ ਸੀਗਾ ਜੀ, ਕਹਿੰਦੇ ਉੱਧਰੋਂ ਤਾਂ ਅਸੀਂ ਮਤਲਬ ਡੋਲੀ ਤੁਰਨ ਲਈ ਖੜੇ ਸੀ, ਤੇ ਕਹਿੰਦੇ ਮਾਂ ਤੁਹਾਡੀ ਧਾਰ ਕੱਢਦੀ ਸੀਗੀ ਮੱਝ ਦੀ। ਮੈਂ ਕਿਹਾ, ਉਹ ਕਹਿੰਦੀ ਵੀ ਹੱਥ ਪਈ ਆ, ਹੁਣ ਅੱਜ ਦਾ ਦਿਨ ਤਾਂ ਚਲੋ ਕੱਲ੍ਹ ਨੂੰ ਵੇਖੀ ਜਾਊ ਕੀ ਹੁੰਦੀ। ਸੋ ਵਿਆਹ ਦਾ ਰੂਪ ਬਦਲ ਗਿਆ ਜੀ, ਬਹੁਤ ਵਿਗ ਪੱਧਰ ਤੇ ਬਦਲਿਆ। ਮੈਨੂੰ ਲੱਗਦਾ ਕਿ ਅਸਲੀ ਜਿਹੜੀਆਂ ਗੱਲਾਂ ਸੀ, ਜੋ ਅਸੀਂ ਕੰਮ ਹੁਣ ਕਰਦੇ ਹਾਂ, ਇਹਨਾਂ ਜਿਹੜੀ ਵਿਚਲੀ ਤੱਤ ਵਸਤੂ ਸੀ, ਉਹ ਤਾਂ ਅਸੀਂ ਗਵਾ ਲਈ ਆ। ਹੁਣ ਅਸੀਂ ਫੋਕੇ ਦਿਖਾਵੇ, ਫੋਕੀਆਂ ਟੌਰਾਂ, ਮੰਗ ਤੰਗ ਦਾ ਕੰਮ ਸਾਰਾ ਕਰਕੇ ਇੱਕੋ ਪੁਰਾਣੀ ਚੀਜ਼ ਨੂੰ ਮਾੜੀ ਜਿਹੀ ਰੱਖਿਆ ਹੋਇਆ ਵਿੱਚ। ਸੋ ਜੇ ਆਪਾਂ ਅੱਜ ਦੇ ਵਿਆਹਾਂ ਦੀ ਗੱਲ ਕਰੀਏ ਤੇ ਉਹਦੇ ਵਿੱਚੋਂ ਅਸਲੀ ਗੱਲ ਲੱਭੀਏ, ਪੁਰਾਣੇ ਸਮੇਂ 'ਚ ਵਿਆਹ ਦਾ ਮਤਲਬ ਆਨੰਦ ਕਾਰਜ ਸੀ ਜਾਂ ਫੇਰੇ ਸੀਗੇ ਹਿੰਦੂ ਧਰਮ ਦੇ ਵਿੱਚ, ਬਈ ਮੇਨ ਗੱਲ ਜਿਹੜੀ ਵਿਆਹ 'ਚ ਹੋਣੀ ਆ ਉਹ ਆਨੰਦ ਕਾਰਜ ਨੇ। ਬਿਲਕੁਲ ਠੀਕ ਹੈ। ਤੇ ਹੁਣ ਮੇਨ ਗੱਲ ਆਨੰਦ ਕਾਰਜ ਰਹਿ ਨਹੀਂ ਗਈ। ਨਹੀਂ, ਇਹ ਨਹੀਂ ਤੁਸੀਂ ਕਹਿ ਸਕਦੇ। ਕਈ ਵਾਰੀ ਵਿਰਲਾ ਟਾਵਾਂ ਕੋਈ 200-250 ਕਾਰਡਾਂ ਦੇ ਵਿੱਚੋਂ ਇੱਕ ਕਾਰਡ 'ਤੇ ਲਿਖਿਆ ਹੁੰਦਾ ਕਿ ਆਨੰਦ ਕਾਰਜ ਫਲਾਣੇ ਗੁਰਦੁਆਰਾ ਸਾਹਿਬ 'ਚ ਹੋਣਗੇ। ਨਹੀਂ ਤਾਂ ਸਾਰੇ ਵਿਆਹ ਦਾ ਕਾਰਡ, ਮੈਂ ਆਪਣੇ ਦਰਸ਼ਕਾਂ ਨੂੰ ਵੀ ਸੱਦਾ ਦਿੰਦਾ ਕਿ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਜੇ ਤੁਹਾਨੂੰ ਵਿਆਹਾਂ 'ਚ ਕਾਰਡ ਆਇਆ, ਪੜ੍ਹੋ, ਸਾਰਾ ਕੁਛ ਉੱਤੇ ਲਿਖਿਆ ਹੋਊਗਾ ਕਿ ਜਾਗੋ ਇੰਨੇ ਵਜੇ ਤਾਂ ਇੱਥੇ, ਮਾਈਆਂ ਇੰਨੇ ਵਜੇ ਤਾਂ ਇੱਥੇ, ਬਰਾਤ ਤੁਰਨੀ ਆ ਇੰਨੇ ਵਜੇ ਇੱਥੋਂ, ਬਰਾਤ ਜਾਣੀ ਆ ਫਲਾਣੇ ਮੈਰਿਜ ਪੈਲੇਸ ਦੇ ਵਿੱਚ ਇੰਨੇ ਵਜੇ, ਰਿਸੈਪਸ਼ਨ ਉਹਦੇ ਤੋਂ ਅਗਲੇ ਦਿਨ ਇੱਥੇ। ਆਨੰਦ ਕਾਰਜ ਕਿੱਥੇ ਆ? ਕਿਉਂਕਿ ਪੈਲੇਸ ਦੇ ਵਿੱਚ ਤਾਂ ਹੋਣਾ ਨਹੀਂ, ਆਨੰਦ ਕਾਰਜ ਕਿਸੇ ਹੋਰ ਪਾਸੇ ਹੋਣਾ, ਗੁਰੂ ਘਰ ਦੇ ਵਿੱਚ ਹੋਣਾ। ਬਿਲਕੁਲ ਜੀ। ਤੇ ਉਹਦਾ ਜ਼ਿਕਰ ਸ਼ਾਇਦ ਹੀ ਕਿਸੇ ਕਾਰਡ ਦੇ ਵਿੱਚ ਹੋਵੇ। ਮੈਨੂੰ ਆਪ ਹੈ 2-3 ਵਿਆਹਾਂ 'ਚ ਮੈਂ ਗੁਰਦੁਆਰਾ ਸਾਹਿਬ ਲੱਭਦੇ ਨਹੀਂ ਟਾਈਮ ਨਗਾ ਲਿਆ ਜੀ, ਜਦ ਤੱਕ ਉਹ ਵਿਆਹ ਵਾਲੇ ਮੁੜ ਕੇ ਮੈਰਿਜ ਪੈਲੇਸ 'ਚ ਆ ਗਏ, ਕਿਉਂਕਿ ਉਹ ਸਾਰਿਆਂ ਦੇ ਫੋਨ ਬੰਦ ਹੁੰਦੇ ਆ ਉੱਥੇ ਜੀ। ਜੇ ਤੁਸੀਂ ਉਹ ਬੰਦਿਆਂ ਨੂੰ ਫੋਨ ਕਰੋ ਜਿਹੜੇ ਮੇਨ ਘਰ ਦੇ ਬੰਦੇ ਸੀ, ਉਹ ਆਨੰਦ ਕਾਰਜ ਦੀ ਰਸਮ ਦੇ ਵਿੱਚ ਹੁੰਦੇ ਆ। ਤੇ ਮੈਂ 4 ਪਿੰਡਾਂ 'ਚ ਪਤਾ ਨਹੀਂ ਹੁਣ ਕਿਹੜੇ ਗੁਰਦੁਆਰੇ 'ਚ ਹੋਊਗਾ, ਕਈ ਪਿੰਡ ਨਾਲ ਲੱਗਦੇ ਜਿਹੜੇ ਪਿੰਡ ਨੇ ਉੱਥੇ ਹੁੰਦਾ ਕਿਤੇ ਨਾ ਕਿਤੇ। ਪਰ ਇਹ ਹੁਣ ਅਸੀਂ ਦੇਖੀਏ ਕਿ ਅਸੀਂ ਕਿੱਥੋਂ ਕਿੱਥੇ ਪਹੁੰਚ ਗਏ। ਵਿਆਹ ਦਾ ਅੱਜ ਵਾਲਾ ਜਿਹੜਾ ਸਰੂਪ ਹੈਗਾ ਜੀ, ਉਹਨੂੰ ਜੇ ਅਸੀਂ ਥੋੜ੍ਹਾ ਜਿਹਾ ਪਿੱਛੇ ਜਾ ਕੇ ਦੇਖੀਏ, ਆਪਾਂ ਇਹਨੂੰ ਜੇ ਮੈਨੂੰ ਲੱਗਦਾ ਵੀ 10-10 ਸਾਲਾਂ ਦੇ ਦਹਾਕਿਆਂ ਨਾਲ ਵੀ ਪਿੱਛੇ ਨੂੰ ਚੱਲੀਏ ਕਿ ਅੱਜ ਤੋਂ 10 ਸਾਲ ਪਹਿਲਾਂ ਕੀ ਹੁੰਦਾ ਸੀ ਜੀ। ਕਿ ਮੈਨੂੰ ਯਾਦ ਆ 98 ਦੇ ਵਿੱਚ ਪਹਿਲਾ ਵਿਆਹ ਮੈਂ ਦੇਖਿਆ ਜਿਹੜਾ ਮੈਰਿਜ ਪੈਲਸ 'ਚ ਹੋਇਆ ਸੀ। ਉਹ ਤੋਂ ਪਹਿਲਾਂ ਮੋਸਟਲੀ ਵਿਆਹ ਜਿਹੜੇ ਘਰਾਂ ਦੇ ਵਿੱਚ ਟੈਂਟ ਲਾ ਕੇ ਗੁਰੂ ਘਰ ਜਾਂ ਸਾਡੇ ਪਿੰਡ ਥਾਈ ਜਾਂ ਜੰਝ ਘਰ ਉੱਥੋਂ ਹੁੰਦੇ ਸੀਗੇ। ਸੋ ਇਹ ਜਿਹੜੀ ਇੱਕ ਵੱਡੀ ਚੇਂਜ ਆਈ ਵੀ ਘਰਾਂ 'ਚੋਂ ਕੱਢ ਕੇ ਵਿਆਹ ਨੂੰ ਮੈਰਿਜ ਪੈਲਸ ਦੇ ਵਿੱਚ ਲੈ ਗਏ ਜੀ, ਇਹਦੇ ਬਾਰੇ ਕੀ ਕਹੋ? ਦੇਖੋ ਸਮਰਾ ਸਾਹਿਬ, ਪਹਿਲੀ ਗੱਲ ਤੁਸੀਂ ਕਿਹਾ ਕਿ ਵਿਆਹ 'ਚ ਹੋ ਕੇ ਆਏ ਹੋ ਤੁਸੀਂ। ਆਮ ਤੌਰ 'ਤੇ ਪੰਜਾਬ 'ਚ ਇਹ ਹੁੰਦਾ, ਲੋਕਾਂ ਦੀਆਂ ਮਜਬੂਰੀਆਂ ਨੇ, ਕੰਮਕਾਰ ਜਿਹੜਾ ਉਹ ਸੱਜੇ ਖੱਬੇ ਹੋ ਜਾਂਦਾ, ਵੀ ਆਪਾਂ ਕੰਮ 'ਤੇ ਵੀ ਜਾਣਾ, 2-2 ਵਿਆਹ ਵੀ ਹੁੰਦੇ ਆ। ਮੈਂ ਬਹੁਤ ਸਾਰੇ ਸੱਜਣ ਵੇਖੇ, ਉਹਨਾਂ 'ਚ ਮੈਂ ਵੀ ਸ਼ਾਮਲ ਹਾਂ, ਮੈਨੂੰ ਨਹੀਂ ਪਤਾ ਤੁਸੀਂ ਸ਼ਾਮਲ ਹੋ ਕਿ ਨਹੀਂ। ਆਪਾਂ ਇੱਦਾਂ ਉੱਥੇ ਕਰੀਦਾ ਕਿ ਜਾਂ ਤਾਂ ਸਵੇਰੇ ਚਲੇ ਜਾਈਏ ਪੈਲੇਸ 'ਚ,
ਇਹਦੇ ਤੋਂ ਪਹਿਲਾਂ ਕਿ ਘਰ ਦੇ ਆਨੰਦ ਕਾਰਜ ਚਲੇ ਜਾਣ, ਇੱਕ ਵਾਰੀ ਮੂੰਹ ਦਿਖਾਲ ਦਈਏ, ਇੱਕ ਵਾਰੀ ਸ਼ਗਨ ਵਾਲਾ ਲਿਫਾਫਾ ਫੜਾ ਦਈਏ, ਜਾਂ ਫਿਰ 3 ਵਜੇ ਚੱਲਦੇ ਆ ਆਨੰਦ ਕਾਰਜ ਤੋਂ ਉਹ ਵਾਪਸ ਆ ਜਾਣਗੇ ਤੇ ਆਉਂਦਿਆਂ ਨੂੰ ਮਿਲਾਂਗੇ, ਸ਼ਗਨ ਵਾਲਾ ਲਿਫਾਫਾ ਫੜਾ ਕੇ ਤੇ ਫਿਰ ਰੋਟੀ ਖਾ ਕੇ ਬੇਸਿਕਲੀ ਇੰਨੀ ਕੀ ਕਾਰਵਾਈ ਪਾਉਣੀ ਹੁੰਦੀ ਨਾ। ਜਾਨੀ ਉਹ ਵਿਚਲਾ ਸਮਾਂ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਉਹ ਫਾਲਤੂ ਸਮਾਂ ਗਿਣ ਲਿਆ ਗਿਆ ਕਿ ਭਾਈ ਉਹਦੇ ਵਿੱਚ ਤਾਂ ਪਰਿਵਾਰ ਨੇ ਮਿਲਣਾ ਹੀ ਨਹੀਂ, ਕਿਉਂਕਿ ਉਹ ਫਿਰ ਬੰਦਾ ਇਦਾਂ ਹੀ ਉਡੀਕਦਾ, ਅੱਛਾ ਉਹ ਕਿੱਥੇ ਗਏ ਆ, ਆਨੰਦ ਕਾਰਜ ਤੇ ਜਾਣਾ ਨਹੀਂ, ਬੈਠਨੇ ਆ ਇੱਥੇ, ਉਹ ਫਿਰ ਜਦੋਂ ਆਨੰਦ ਕਾਰਜ ਕਰਕੇ ਆ ਜਾਣਗੇ ਫਿਰ ਆਪਾਂ ਮਿਲ ਲੈਨੇ ਆ ਉਹਨਾਂ ਨੂੰ। ਇਹ ਗੱਲਾਂ ਜਿਹੜੀਆਂ ਉਹ ਚੱਲਦੀਆਂ। ਬਾਕੀ ਦੇਖੋ ਜਿੱਥੋਂ ਤੱਕ ਤਾਂ ਉਹ ਮੈਰਿਜ ਪੈਲੇਸ ਵਾਲਾ ਸਿਲਸਿਲਾ ਨਾ ਨਿਕਲਿਆ ਤਾਂ ਲੋੜਾਂ ਦੇ ਵਿੱਚੋਂ ਸੀ, ਮੈਨੂੰ ਜੋ ਮਹਿਸੂਸ ਹੁੰਦਾ, ਕਿਉਂਕਿ ਮੈਂ ਤਾਂ ਦੋਨਾਂ ਧਿਰਾਂ ਦੀ ਗੱਲ ਕਰਨੀ ਭਾਈ। ਪਹਿਲੀ ਗੱਲ ਹੈ ਕਿ ਪਹਿਲਾਂ ਘਰ ਹੁੰਦੇ ਸੀ ਖੁੱਲੇ ਜਿਹੇ, ਨਾ ਤਾਂ ਉੱਥੇ ਇਦਾਂ ਹੁੰਦਾ ਸੀ ਕਿ ਕੰਧ ਲਿਬੜ ਜਾਣੀ ਕਿਉਂਕਿ ਕੂਚੀ ਫੇਰਨੀ ਆ। ਹੁਣ ਸਹੀ ਹੈ, ਹੁਣ ਅਸੀਂ ਜਿਹੜੇ ਨਵੇਂ ਘਰ ਬਣਾਏ, ਭਾਵੇਂ ਛੋਟੇ ਬਣਾਏ ਭਾਵੇਂ ਵੱਡੇ ਬਣਾਏ, ਉਹਨਾਂ ਨੂੰ ਵੱਧ ਕਮਰਿਆਂ 'ਚ ਤਬਦੀਲ ਕਰ ਦਿੱਤਾ, ਖੁੱਲੀ ਥਾਂ ਹੀ ਨਹੀਂ ਸਾਡੇ ਕੋਲ ਬਚੀ। ਦੂਸਰਾ ਪੱਥਰ ਲਾਤੇ, ਤੀਸਰਾ ਉੱਥੇ ਫਰਨੀਚਰ ਵਧੀਆ ਲਿਆ ਕੇ ਰੱਖ ਲਿਆ, ਚੌਥਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਵਿਖਾਉਣ ਨੂੰ, ਪ੍ਰਦਰਸ਼ਿਤ ਕਰਨ ਨੂੰ, ਸ਼ੋ ਪੀਸ ਜਿਹੜੇ ਉਹ ਕੱਚ ਦੇ ਆ ਗਿਆ, ਜਾਣੀ ਇਦਾਂ ਦਾ ਸਮਾਨ ਵੱਧ ਆ ਗਿਆ ਜਿਹਦੇ ਸਾਨੂੰ ਟੁੱਟਣ ਦਾ ਖਤਰਾ ਰਹਿੰਦਾ। ਬਿਲਕੁਲ ਸਹੀ ਗੱਲ ਹੈ ਨਾ। ਤੇ ਹੁਣ ਹਲਵਾਈ ਜੀ ਅਸੀਂ ਘਰ ਲਿਆ ਕੇ ਲਾਵਾਂਗੇ, ਕਿਤੇ ਚਟਨੀ ਡੋਲ ਦੂ ਕੋਈ, ਕਿਤੇ ਕੋ ਹੱਥ ਪੂੰਝ ਦੂ ਐ, ਕਿਉਂਕਿ ਅਸੀਂ ਸ਼ਮਿਆਨੇ ਨਾਲ ਅੱਜ ਵੀ ਪੂੰਝਦੇ ਕਈ ਵਾਰੀ। ਸੋ ਕਈ ਮਜਬੂਰੀਆਂ ਵੀ ਸੀ ਤੇ ਕਈ ਫਿਰ ਵੱਡੇ ਹੋਣ ਦੀ ਪ੍ਰਵਿਰਤੀ ਵੀ ਸਾਡੇ ਵਿੱਚ ਕਿਤੇ ਨਾ ਕਿਤੇ ਹੈਗੀ ਆ ਨਾ। ਉਹ ਤਾਂ ਹੈਗੀ ਆ। ਬਾਕੀ ਇਹ ਵੀ ਆ ਕਿ ਜੇ ਮੈਰਿਜ ਪੈਲੇਸ ਦੇ ਵਿੱਚ ਆ ਤੇ ਉੱਥੇ ਫਿਰ ਸਾਰਾ ਕੰਮ ਘਰ ਅਗਲਿਆਂ ਨੇ ਕਰਨਾ, ਠੇਕਾ ਅਸੀਂ ਦੇ ਦੇਣਾ। ਹੁਣ ਪਹਿਲਾਂ ਵਾਲੀ ਗੱਲ ਤਾਂ ਹੈ ਨਹੀਂ ਕਿ ਤਾਇਆ ਚਾਚਿਆਂ ਦੇ ਨਿੱਕੇ ਨਿਆਣੇ ਵੀ ਕੰਮ ਕਰਾਉਣਗੇ, ਗੁਆਂਢੀ ਵੀ ਕਰਾਉਣਗੇ, ਤਾਂ ਪਿੰਡ ਦੇ ਦੂਸਰੇ ਪਾਸੇ ਜਿਹਦਾ ਘਰ ਆ ਉਹਨੂੰ ਵੀ ਲੱਗੂਗਾ ਨਹੀਂ ਪਈ ਪਿੰਡ ਦੀ ਧੀ ਭੈਣ ਦਾ ਵਿਆਹ ਆ, ਆਪਾਂ ਪਹਿਲਾਂ ਤੋਂ ਜਾ ਕੇ ਸਾਰਾ ਕੰਮ ਆਪ ਕਰਾਉਣਾ। ਉਹ ਕਿਤੇ ਨਾ ਕਿਤੇ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਮਨਫੀ ਹੋ ਗਈਆਂ। ਮੈਨੂੰ ਲੱਗਦਾ ਇੱਕ ਵਾਰੀ ਤਾਂ ਰਿਲੀਫ ਜੀ ਵੀ ਮਿਲੀ ਸੀਗੀ ਕਿ 5-7 ਦਿਨਾਂ ਦਾ ਵਿਆਹ, ਚਲੋ 2-3 ਘੰਟੇ ਹੀ ਨਿਬੜ ਜਾਂਦਾ, ਕੋਈ ਕੰਮ ਨਹੀਂ ਰਹਿ ਗਿਆ, ਸਿੱਧੇ ਹੀ ਵਿਆਹ ਤੇ ਹੀ ਗੱਲ ਗਈ। ਉਸ ਦਿਨ ਤੁਸੀਂ 2 ਘੰਟੇ ਗਏ, ਸ਼ਗਨ ਪਾਇਆ ਤੇ ਭੱਜਿਆ। ਹੁਣ ਉਹ ਕਿੰਨਾ ਮਹਿੰਗਾ ਪੈ ਗਿਆ। ਹੁਣ ਆਪਾਂ ਥੋੜਾ ਜਿਹਾ ਉਸ ਪਾਸੇ ਨੂੰ ਵੀ ਸੋਚੀਏ ਕਿ ਕਿੰਨਾ ਮਹਿੰਗਾ ਪੈ ਗਿਆ, ਜਿਹੜਾ ਵਿਆਹ ਘਰ 'ਚ ਹੀ ਹੋ ਜਾਂਦਾ ਸੀਗਾ। ਚਲੋ ਸ਼ਹਿਰਾਂ ਦੀ, ਮੈਨੂੰ ਲੱਗਦਾ ਬੇਸਿਕਲੀ ਸ਼ਹਿਰਾਂ ਦੀ ਮਜਬੂਰੀ ਸੀਗੀ, ਸ਼ਹਿਰਾਂ ਦੇ ਵਿੱਚ ਘਰ ਛੋਟੇ ਹੋ ਗਏ ਤੇ ਜੰਝ ਘਰ ਵੀ ਉਹੋ ਜਿਹੇ ਨਾ ਰਹੇ ਪਹਿਲਾਂ ਵਰਗੇ, ਹਨਾ, ਕਿਉਂਕਿ ਸ਼ਹਿਰ ਵੱਡੇ ਹੋ ਗਏ, ਜੰਝ ਘਰ ਹੋਰ ਚਾਹੀਦੇ ਸੀ। ਮੈਰਿਜ ਪੈਲੇਸ ਬੇਸਿਕਲੀ ਪ੍ਰਾਈਵੇਟ ਜੰਝ ਘਰ ਸੀਗੇ, ਬਿਲਕੁਲ ਠੀਕ, ਜਿਵੇਂ ਕਹਿ ਲਈ ਆਪਾਂ ਇਹਨੂੰ, ਸ਼ੁਰੂ ਦੇ ਵਿੱਚ ਸਸਤੇ ਭਾਅ, ਹਨਾ, ਵੀ ਉਹ ਕਹਿੰਦੇ ਸੀ ਕੋਈ ਨਹੀਂ ਉੱਥੇ ਆ ਜਾਓ, ਖੁੱਲਾ ਡੁੱਲਾ ਥਾਂ। ਹੁਣ ਮੋਟਰਸਾਈਕਲ ਸਕੂਟਰ ਤੋਂ ਕਾਰਾਂ ਤੇ ਆ ਗਏ ਹੋ ਤੁਸੀਂ, ਗੱਡੀਆਂ ਖੜਾਉਣ ਦੀ ਥਾਂ ਹੋ ਗਈ। ਪੁਰਾਣੇ ਜੰਝ ਘਰਾਂ ਦੇ ਵਿੱਚ ਇਹੋ ਜਿਹੀ ਪਾਰਕਿੰਗ ਇਸ਼ੂ ਵੀ ਸੀਗੇ ਜੀ, ਹੁਣ ਵੀ ਹੈਗੇ ਜੀ ਪਾਰਕਿੰਗ ਇਸ਼ੂ ਪਿਆ? ਨਹੀਂ ਹੈਗੇ ਆ ਜੀ। ਬੰਦਾ ਹੁਣ ਵਿਆਹ ਤੇ ਜਾਂਦਾ ਤੇ ਕਈ ਵਾਰੀ ਕੀ ਹੁੰਦਾ, ਸਮਰਾ ਸਾਹਿਬ ਚਲੋ ਮੇਰੇ ਵਰਗਾ ਬੰਦਾ ਕਿਸੇ ਗੁਆਂਢੀ ਨੂੰ ਕਹਿੰਦਾ ਯਾਰ ਮੈਨੂੰ ਵੀ ਲੈ ਚਲੀ, ਤੇਰੇ ਕੋਲ ਕਾਰ ਆ, ਤੂੰ ਜਾਣਾ ਹੀ ਹੋਣਾ। 5-4 ਦਿਨ ਪਹਿਲਾਂ ਤਾਂ ਆਂਢੀ ਗੁਆਂਢੀਆਂ ਦੇ ਗੇੜੇ ਕੱਢਦੇ ਲੰਘ ਜਾਂਦੇ, ਉਦੋਂ ਬੰਦਾ ਪੁੱਛਦਾ ਕਿਤੇ ਖੜੇ, ਫਿਰ ਵਿਆਹ ਤੇ ਵੀ ਤਾਂ ਜਾਣਾ ਹੀ ਹੋਣਾ। ਜੇ ਤਾਂ ਅਗਲੇ ਦਾ ਮੂਡ ਹੋਵੇ ਲੈ ਕੇ ਜਾਣਾ ਤਾਂ ਅਗਲਾ ਕਹਿ ਦੂਗਾ ਨਹੀਂ ਤਾਂ ਕੋਈ ਅਸੀਂ ਕਿਤੇ ਹੋਰ ਹੋ ਕੇ ਆਉਣਾ, ਕਿਤੇ ਹੋ ਕੇ ਆਉਣਾ, ਭੁਗਤੇ ਜਾਣਾ ਪਹਿਲਾਂ। ਹੁਣ ਜਦੋਂ ਬੰਦਾ ਗੱਡੀ ਲੈ ਕੇ ਕਿਤੇ ਚਲੇ ਵੀ ਜਾਂਦਾ, ਮੰਨ ਲਓ ਤੁਸੀਂ ਲੇਟ ਪਹੁੰਚੇ ਆ, ਪਾਰਕਿੰਗ ਮੈਰਿਜ ਪੈਲੇਸ ਦੀ ਫੁੱਲ ਹੋ ਗਈ, ਸੜਕ ਦੇ ਕਿਨਾਰੇ ਦੇ ਉੱਤੇ ਗੱਡੀ ਲਾਤੀ, ਉੱਥੇ ਫਿਰ ਬੰਦਾ ਨਾ ਉਧਰ ਪਨੀਰ ਵਾਲੇ ਪਕੌੜੇ 'ਚ ਚਮਚਾ ਫਸਾਇਆ ਹੁੰਦਾ, ਉਧਰ ਧਿਆਨ ਹੁੰਦਾ ਯਾਰ ਕਾਰ ਨਾ ਛਿੱਲ ਜਵੇ, ਕੋਈ ਬਾਹਰੋਂ ਲੈ ਨਾ ਜਾਵੇ। 5-4 ਵਾਰੀ ਤਾਂ ਅਸੀਂ 5-4 ਘੰਟਿਆਂ ਦੇ ਵਿੱਚੋਂ ਬਾਹਰ ਗੇੜਾ ਮਾਰਨ ਜਾਂਦੇ ਆ, ਜਾਣੀ ਕਿ ਜਿਹੜੀ ਸੁਤਾ ਹੁੰਦੀ ਨਾ ਤੁਹਾਡੀ ਉਹ ਗੱਡੀ 'ਚ ਹੁੰਦੀ, ਉਹ ਗੱਡੀ 'ਚ ਹੀ ਹੁੰਦੀ ਆ, ਵਿਆਹ ਦੇ ਵਿੱਚ ਹੁੰਦੀ ਨਹੀਂ। ਬਾਕੀ ਸਮਰਾ ਸਾਹਿਬ ਹੁਣ ਜੇ ਤੁਸੀਂ ਚੇਤਾ ਕਰਾ ਹੀ ਦਿੱਤਾ, ਮੈਨੂੰ ਐਂ ਲੱਗਦਾ ਸੀ ਕਿ ਵਿਆਹ ਦੇ ਵਿੱਚ ਫਰਕ ਹੈ, ਕਿਉਂਕਿ ਅਸੀਂ ਮਨੁੱਖ ਹਾਂ, ਅਸੀਂ ਇਨਸਾਨ ਆ, ਸਾਡੇ ਪੰਜਾਬੀਆਂ ਦੀ ਭਾਈਚਾਰਕ ਸਾਂਝ ਬਹੁਤ ਆ। ਪਰ ਅੱਜ ਕਿੱਧਰਲੇ ਪਾਸੇ ਨੂੰ ਤੁਰ ਪਿਆ। ਸਵੇਰੇ 11 ਵਜੇ ਵਿਆਹ ਸ਼ੁਰੂ ਹੁੰਦਾ ਤੇ ਜੇ ਤੁਸੀਂ 4-4:30 ਵਜੇ ਉੱਥੇ ਚਲੇ ਜਾਓ ਤਾਂ ਤੁਹਾਨੂੰ 3 ਚੀਜ਼ਾਂ ਲੱਭਦੀਆਂ। ਇੱਕ ਟੇਢੀਆਂ ਮੇਢੀਆਂ ਪਈਆਂ ਕੁਰਸੀਆਂ, ਹੱਡੀਆਂ ਦੇ ਲੱਗੇ ਉਹ ਢੇਰ, ਤੇ ਗਲਾਸੀਆਂ ਗਲੂਸੀਆਂ ਜਿਹੜੀਆਂ ਪਲੇਟਾਂ ਪਈਆਂ। ਇਹਦੇ ਤੋਂ ਬਿਨਾ ਉੱਥੇ ਤੁਹਾਨੂੰ ਕੋਈ ਨਹੀਂ ਲੱਭਦਾ। ਜਦ ਕਿ ਪਹਿਲਾਂ ਮੈਨੂੰ ਯਾਦ ਹੈ, ਕਿਉਂਕਿ ਤੁਸੀਂ ਤਾਂ ਚਲੋ ਮੇਰੇ ਤੋਂ ਵੱਧ ਸਮਾਂ ਜਿਹੜਾ ਉਹ ਹੰਡਾਇਆ, ਉੱਦਾਂ ਦੇ ਸਮੇਂ ਨੂੰ ਵੱਧ ਵੇਖਿਆ ਕਿ ਕਈ ਦਿਨ ਪਹਿਲਾਂ ਵਿਆਹ ਦੇ ਉੱਤੇ ਚਲੇ ਜਾਣਾ ਤੇ ਵਿਆਹ ਤੋਂ ਬਾਅਦ ਵੀ ਕਈ ਰਿਸ਼ਤੇਦਾਰ ਇਸ ਕਰਕੇ ਰਹਿੰਦੇ ਸੀ ਕਿ ਕੁੜੀ ਵਾਲਿਆਂ ਦੇ ਘਰ 'ਚ ਤਾਂ ਸੁੰਨ ਪੈ ਜੂ। ਬਿਲਕੁਲ ਜੀ, ਹੈ ਨਾ, ਵੀ ਉੱਥੇ ਰਹਿ ਕੇ ਜਾਂਦੇ ਆ, ਇਹਨਾਂ ਦਾ ਮਾਹੌਲ ਪਹਿਲਾਂ ਵਰਗਾ ਜਿਹੜਾ ਹੋ ਜਾਏ, ਕੰਮਕਾਰ ਕਰਾ ਕੇ ਜਾਂਦੇ, ਚਾਦਰਾਂ ਧਵਾ ਕੇ ਜਾਂਦੇ ਆ, ਘਰ ਦੇ ਵਿੱਚ ਝਾੜੂ ਪੋਚਾ ਸਾਰਾ ਕਰਾ ਕੇ ਜਾਂਦੇ ਆ, ਜੋ ਕੁਝ ਵੀ ਕੰਮਕਾਰ ਕਰਨ ਵਾਲੇ ਉਹ ਕਰਾ ਕੇ ਜਾਂਦੇ। ਪਰ ਉਹ ਆਪਣੱਤ ਜਿਹੜੀ ਆ ਜੋ ਹੈ ਨਹੀਂ, ਤਾਂ ਵਿਆਹ ਕਈ ਵਾਰੀ ਫਿੱਕੇ ਲੱਗਦੇ ਆ। ਫਿਰ ਜਿਹੜੇ ਮੰਜੇ ਬਿਸਤਰੇ ਇਕੱਠੇ ਗਿਰੇ ਜੀ, ਉਹ ਫਿਰ ਵੰਡਣੇ ਵੀ ਹੁੰਦੇ ਮੁੜ ਕੇ। ਬਿਲਕੁਲ ਠੀਕ ਹੈ, ਕਿਉਂਕਿ ਉਹ ਜਿੰਨਾ ਸਮਾਨ ਕਈ ਵਾਰੀ ਮੇਰੇ ਵਰਗੇ ਲਿਖਾਈ ਇਹੋ ਜਿਹੀ ਹੁੰਦੀ ਆ ਵੀ ਉਹਨੂੰ ਉੱਥੇ ਹੋਣਾ ਚਾਹੀਦਾ, ਕੀ ਨਾਂ ਲਿਖਿਆ, ਸਮਝ ਨਹੀਂ ਆਉਂਦਾ ਦੂਜਿਆਂ ਨੂੰ, ਹਨਾ। ਸੋ ਚੀਜ਼ਾਂ ਬਦਲੀਆਂ ਨੇ ਜੀ, ਬਦਲੀਆਂ ਚੀਜ਼ਾਂ ਦੇ ਵਿੱਚ ਪੰਜਾਬ ਦਾ ਘਾਣ ਵੀ ਹੋਇਆ ਵੱਡੇ ਪੱਧਰ। ਬਿਲਕੁਲ ਠੀਕ ਹੈ। ਹੁਣ ਮੈਂ ਆਮ ਜਿਹਾ ਅੰਦਾਜ਼ਾ ਲਾਉਂਦਾ ਸੀ, ਜਿਹੜਾ ਬਿਲਕੁਲ ਬੇਸਿਕ ਵਿਆਹ ਹੁਣ ਉੱਥੇ ਜੀ, ਤੁਸੀਂ ਤਾਜ਼ਾ ਆਏ ਹੋ ਉੱਥੋਂ, ਮੈਨੂੰ ਲੱਗਦਾ ਵੀ 2 ਤੋਂ 5 ਲੱਖ ਤਾਂ ਉੱਥੇ ਵੀ ਲੱਗਦਾ ਹੋਊ। 2 ਲੱਖ ਵਾਲਾ ਵਿਆਹ ਕੋਈ ਆ ਜੀ। ਅੱਛਾ ਜੀ। ਹੁਣ ਤੁਸੀਂ ਕਹੋ ਕਿ 5 ਤੋਂ ਉੱਪਰ ਨੂੰ ਚੱਲ ਪਾਓ,
ਉਹ ਤਾਂ ਜਿਹੜਾ ਮੇਰੇ ਵਰਗਾ ਕੋਈ ਰਿਹਾ ਥੋੜਾ ਨਾ ਵੀ ਜਾਨੀ ਜਿਹਦੇ ਕੋਲ ਹੈ ਨਹੀਂ 2 ਲੱਖ ਵਾਲਾ ਤਾਂ ਉਹਦਾ ਆ ਵੀ ਜਾਨੀ ਜਿਹਦੇ ਕੋਲ ਜਿਹਨੇ ਫੜ ਕੇ ਵੀ ਚੱਲ ਯਾਰ ਕੋਈ ਗੱਲ ਨਹੀਂ ਵਿਆਹ ਕਰਨਾ ਤੁਰ ਪਾ, ਨਹੀਂ ਤਾਂ 2 ਲੱਖ ਵਾਲੀ ਗੇਮ ਹੈ ਨਹੀਂ ਗੀ। ਅੱਛਾ ਜੀ। ਉਹ ਗੇਮ ਕਿਤੇ ਨਾ ਕਿਤੇ ਹੋਰ ਚਲੇਗੀ। ਦੇਖੋ ਮੈਂ ਤਾਂ ਇੱਕ ਅੰਦਾਜ਼ਾ ਲਾਉਂਦਾ ਸੀ ਕਿ ਛੋਟਾ ਪਿੰਡ ਵੀ ਹੈ ਨਾ ਜਿਹੜਾ ਪੰਜਾਬ ਦਾ ਜੀ, ਉਹ ਸਾਲ ਦੇ ਵਿੱਚ ਘੱਟੋ ਘੱਟ 1.5 ਤੋਂ ਲੈ ਕੇ 2 ਕਰੋੜ ਰੁਪਈਆ ਵਿਆਹਾਂ ਤੇ ਖਰਚਦਾ ਇੱਕ ਪਿੰਡ। ਅੱਛਾ ਜੀ। ਹਾਂਜੀ, ਐਵਰੇਜ, ਕਿਉਂਕਿ ਜੇ 10 ਵਿਆਹ ਵੀ ਹੋਏ ਆ ਐਵਰੇਜ 10-10 ਲੱਖ ਵਾਲੇ, ਕੋਈ 25 ਲੱਖ ਵਾਲਾ ਵੀ ਹੋਣਾ ਵਿੱਚੋਂ, ਬਿਲਕੁਲ, ਜੇ ਕੋਈ 5 ਵਾਲਾ ਆ ਤਾਂ। ਬਿਲਕੁਲ, ਹਾਂਜੀ। ਜੇ ਸਭ ਤੋਂ ਛੋਟੇ ਪਿੰਡ ਦੇ ਵਿੱਚ ਸਾਲ 'ਚ 10 ਵਿਆਹ ਵੀ ਹੋਇਆ ਤੇ ਕਰੋੜ ਰੁਪਈਆ ਹੋ ਗਿਆ। ਉਹ ਕਰੋੜ ਰੁਪਈਆ ਅਸੀਂ ਕਿੱਥੇ ਲਾਇਆ? ਕਰੋੜ ਰੁਪਈਆ ਕੱਪੜਿਆਂ ਤੇ ਲਾਇਆ, ਮੈਰਿਜ ਪੈਲੇਸ 'ਚ ਲਾਇਆ, ਹਲਵਾਈ ਤੇ ਲਾਇਆ, ਕਾਹਦੇ ਤੇ ਲਾਇਆ, ਜਾਂ ਵਿਆਹ ਦੇ ਕਾਰਡ ਦੇ ਉੱਤੇ ਲਾਇਆ। ਦੇਖੋ ਇਸ ਲਈ 2-2, 250-250 ਰੁਪਈਏ ਦਾ ਵੀ ਕਾਰਡ ਜਿਹੜਾ ਛਪਦਾ, ਇੱਕ ਕਾਰਡ ਜਿਹੜਾ, ਤੇ ਜੇ ਸਸਤੇ ਤੋਂ ਸਸਤਾ ਵੀ ਆ 10-12 ਰੁਪਈਆਂ ਤੋਂ ਘੱਟ ਤਾਂ ਹੈ ਨਹੀਂ। ਮੈਨੂੰ ਇੱਕ ਕਾਰਡ ਆਇਆ ਐਤਕੀ ਵਿਆਹ ਦਾ, ਉੱਥੇ ਮੈਂ ਹੈਰਾਨ ਹੋਇਆ। ਤਾਂ ਉਹ ਬਹੁਤ ਨੇੜੇ ਦੇ ਰਿਸ਼ਤੇਦਾਰ ਸੀ, ਉਹ ਕਾਰਡ ਦੇਣ ਆਏ, ਤਾਂ ਮੈਂ ਉਹਨੂੰ ਪੁੱਛ ਲਿਆ ਪਿਆਰ ਨਾਲ ਹੀ ਵੀ ਬੜਾ ਸੋਹਣਾ ਕਾਰਡ ਹੈ ਜੀ, ਕਿੱਥੋਂ ਬਣਵਾਇਆ ਹੈ ਨਾ। ਉਹਨੇ ਮੈਨੂੰ ਦੱਸਿਆ। ਮੈਂ ਕਿਹਾ ਕਿੰਨੇ ਕੁ ਦਾ ਬਣਿਆ ਇਹ? ਉਹ ਕਹਿੰਦੇ ਜੀ 300 ਤੋਂ 400 ਦੇ ਵਿੱਚ ਕਿਤੇ ਇੱਕ ਕਾਰਡ ਪਿਆ ਜੀ, ਤੇ ਨਾਲ ਉਹਦੇ ਨਾਲੋਂ ਵੀ ਖੂਬਸੂਰਤ ਇੱਕ ਡੱਬਾ ਜੀ, ਕਾਰਡ ਨਾਲੋਂ ਵੀ ਵਧੀਆ ਉਹ ਵਧੀਆ। ਤੇ ਮੈਂ ਕਿਹਾ ਡੱਬਾ ਸਣੇ? ਕਹਿੰਦੇ ਨਹੀਂ, ਡੱਬਾ ਵੱਖਰਾ ਸੀ। ਸੋ 700 ਰੁਪਈਏ 'ਚ ਮੇਰਾ ਖਿਆਲ ਉਹਨਾਂ ਦਾ ਕਾਰਡ ਤੇ ਡੱਬਾ ਬਣਿਆ ਸੀ ਜੀ, ਤੇ ਫਿਰ ਉਹਦੇ 'ਚ 200-250 ਦੇ ਚਾਕਲੇਟ ਜਾਂ ਹੋਰ ਮਠਿਆਈ ਵੀ ਸੀਗੀ। ਬਿਲਕੁਲ ਠੀਕ ਹੈ। ਸੋ 1000 ਰੁਪਏ ਦਾ ਕਾਰਡ ਬਣਦਾ ਜੀ ਅੱਜ, ਜਿਹੜਾ ਇੱਕ ਸੱਦਾ ਪੱਤਰ ਆ। ਉਹ ਫਿਰ ਬੰਦਾ ਜਾਊ 1100 ਦੇ ਕੇ ਹੀ ਆਊ। ਮਤਲਬ ਜੇ 1100 ਵੀ ਦਿੱਤਾ ਬੰਦੇ ਨੇ, ਮੈਨੂੰ ਲੱਗਦਾ ਵੀ ਫਿਰ ਵੀ ਉਹਨੇ ਉਹਨਾਂ ਦਾ ਕੁਝ ਨਹੀਂ ਸਵਾਰਿਆ। ਹਾਂ, ਕਿਉਂਕਿ ਉਹਨੇ ਦਾ ਤਾਂ ਕਾਰਡ ਹੀ ਦੇ ਗਏ ਸੀ ਉਹ। ਨਹੀਂ, ਬਿਲਕੁਲ ਗੱਲ ਤੁਹਾਡੀ ਠੀਕ ਹੈ। ਹੁਣ ਉਹ ਜਾਂ ਤਾਂ 5000 ਦੇਵੇ ਤਾਂ ਸਪੋਰਟ ਹੋਊ, ਕਿਉਂਕਿ ਇਹ ਦੇਣ ਲੈਣ ਤਾਂ ਐਵੇਂ ਹੀ ਬਣਿਆ ਸੀ ਕਿ ਉਹ ਘਰ ਵਾਲਿਆਂ ਦੀ ਸਪੋਰਟ ਹੋ ਜਾਵੇ। ਜੇ ਆਪਾਂ ਪੁਰਾਣੇ ਸਮੇਂ 'ਚ ਨਿਗਾਹ ਮਾਰੀਏ, ਬਹੁਤੇ ਪੁਰਾਣੇ ਵੀ ਨਹੀਂ, ਮਤਲਬ 90 ਦੇ ਦਹਾਕੇ ਦੇ ਵਿੱਚ ਵੀ ਮਤਲਬ ਇਹੀ ਹੁੰਦਾ ਸੀਗਾ ਕਿ ਸਾਰੇ ਰਿਸ਼ਤੇ ਨੇ ਥੋੜ੍ਹੇ ਪੈਸੇ, ਰਿਸ਼ਤੇਦਾਰੀ ਦੇ ਜਿਹੜਾ ਨਾਪ ਤੋਲ ਆ ਉਹਦੇ ਮੁਤਾਬਕ ਮਾਮਿਆਂ ਨੇ ਕਿੰਨੇ, ਭੂਆ ਨੇ ਕਿੰਨੇ ਦੇਣੇ ਆ। ਹੁਣ ਇੱਕ ਓਬਵੀਅਸ ਗੱਲ ਸੀਗੀ ਕਿ ਭਾਵੇਂ ਮੁੰਡੇ ਦਾ ਵਿਆਹ ਭਾਵੇਂ ਕੁੜੀ ਦਾ ਵਿਆਹ ਜੀ, ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਕਿ ਪਹਿਲੇ ਬੱਚੇ ਦਾ ਵਿਆਹ ਸ਼ਾਇਦ ਤੁਹਾਡੇ ਪਿੰਡ 'ਚ ਵੀ ਹੋਊਗਾ ਵੀ ਜੇ 3 ਬੱਚੇ ਆ, ਉਹਨਾਂ ਦਾ ਜਿਹੜਾ ਪਹਿਲਾ ਵੱਡਾ ਬੱਚਾ ਮੁੰਡਾ ਜਾਂ ਕੁੜੀ, ਉਹਦਾ ਅੱਧਾ ਵਿਆਹ ਤਾਂ ਨਾਨਕੇ ਕਰ ਦਿੰਦੇ ਸੀ। ਨਹੀਂ, ਬਿਲਕੁਲ ਠੀਕ ਹੈ ਹਨਾ। ਫਿਰ ਸੀਗਾ ਘੱਟੋ ਘੱਟ ਕੀ ਆ ਵੀ ਵਿਆਹ ਵਾਲੇ ਮੁੰਡੇ ਦੇ ਕੱਪੜੇ ਜਾਂ ਕੁੜੀ ਦੇ ਕੱਪੜੇ, ਵਿਆਹ ਵਾਲਾ ਸੂਟ ਆ ਜਿਹੜਾ ਉਹ ਨਾਨਕਿਆਂ ਦਾ ਹੋਊਗਾ। ਉਹ ਸੀਗਾ ਕਿ ਤੁਹਾਡਾ ਭਾਰ ਬਣਾਉਣਾ ਬਿਲਕੁਲ, ਤੇ ਕੋਈ ਖਰਚਾ ਨਾ ਆਵੇ, ਥੋੜਾ ਜਿਹਾ ਅਸੀਂ ਕਰਦੇ ਆ, ਬਾਕੀ ਤੁਸੀਂ ਕਰ ਲਿਓ ਜੀ। ਅਭੀ ਕਨਸੈਪਟ ਤਾਂ ਇਦਾਂ ਸ਼ੁਰੂ ਹੋਇਆ ਸੀ, ਬਿਲਕੁਲ ਆਪਾਂ ਰਲ ਮਿਲ ਕੇ ਕਰਨਾ। ਹਾਂ, ਫਿਰ ਕੁਝ ਕੱਪੜੇ ਲਿਆਂਦੇ ਵੀ ਤੁਸੀਂ ਕੱਪੜੇ ਗਾਂਹ-ਪਛਾਂ ਦੇਣੇ ਆ ਹਨਾ, ਅਸੀਂ ਤੁਹਾਨੂੰ ਦਿੰਨੇ ਆ, ਤੁਸੀਂ ਇਹ ਗਾਹਾਂ ਦੇ ਦਿਓ। ਬਿਲਕੁਲ ਇਦਾਂ ਹੁੰਦਾ ਸੀ, ਸਪੋਰਟ ਕਰਨ ਦਾ ਤਰੀਕਾ ਸੀ। ਦੇਖੋ ਅੱਜ ਵੀ ਮੈਂ ਕਈ ਵਾਰੀ ਨਾ ਜਦੋਂ ਆਪਾਂ ਪਿੱਛੇ ਬਹਿ ਕੇ ਸੁਣੀਏ, ਮੈਂ ਸਮਰਾ ਸਾਹਿਬ ਇੱਧਰ ਜਾਣ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਬੇਨਤੀ ਇੱਕ ਕਰਦੇ ਆ ਕਿ ਤੁਸੀਂ ਆਪਣੀਆਂ ਟਿੱਪਣੀਆਂ ਲਿਖ ਦਿਓ ਭਾਈ ਵਿਆਹ ਦੀਆਂ। ਇਹ ਨਹੀਂ ਕਿ ਆਪਾਂ ਨਵੇਂ ਵਿਆਹਾਂ ਨੂੰ ਨਿੰਦਦੇ ਆ, ਉਹਦੇ ਵਿੱਚ ਕਮੀਆਂ ਕੱਢਦੇ ਆ, ਨਹੀਂ, ਇਹ ਤਾਂ ਇੱਕ ਪ੍ਰਕਿਰਿਆ, ਤਬਦੀਲੀ ਜਿਹੜੀ ਉਹ ਹੋਈ ਹੈ ਨਾ। ਆਪਾਂ ਕੁੜਤੇ ਪਜਾਮਿਆਂ ਤੋਂ ਜੇ ਹੁਣ ਟਾਈ ਦੀ ਗੰਢ ਮੈਂ ਤੁਹਾਡੇ ਤੋਂ ਬਣਾ ਕੇ ਜੇ ਇੱਥੇ ਲਾ ਕੇ ਬੈਠਾ ਤੇ ਕਹਿਣ ਦਾ ਭਾਵ ਕਿ ਉਹ ਪ੍ਰਕਿਰਿਆ ਆ। ਪਰ ਫਿਰ ਵੀ ਕਿਹੜੀ ਚੀਜ਼ ਵਿਸਰ ਗਈ ਆ, ਕਿਹੜੀ ਚੀਜ਼ ਨੂੰ ਅਜੇ ਸਾਂਭ ਲੈਣਾ ਚਾਹੀਦਾ। ਹੁਣ ਕਿਹੜਾ ਵਿਆਹ ਤੁਸੀਂ ਦੇਖਿਆ ਜਿਹੜਾ ਅਜੇ ਤੱਕ ਵੀ ਤੁਹਾਡੇ ਚੇਤਿਆਂ 'ਚ ਵਸਿਆ, ਜਿਹਦੇ ਵਿੱਚ ਤੁਹਾਨੂੰ ਸੂਟ ਦੇ ਨਾਲੋਂ ਭੂਆ ਦੀ ਵੱਧ ਫਿਕਰ ਹੁੰਦੀ ਸੀ, ਜਿਹਦੇ ਵਿੱਚ ਕੋਟ ਪੈਂਟ ਦੇ ਨਾਲੋਂ ਤੁਹਾਨੂੰ ਫੁੱਫੜ ਦਾ ਵੱਧ ਜਿਹੜਾ ਚਾਅ ਹੁੰਦਾ ਸੀ ਕਿ ਆਏ ਆ, ਉਹ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਦੱਸੀਏ। ਹੁਣ ਜਿਹੜਾ ਇਹ ਸ਼ਗਨ ਵਾਲਾ ਮਸਲਾ ਆ, ਦੇਖੋ ਮੈਨੂੰ ਇੰਨਾ ਕੁ ਤਾਂ ਪਤਾ ਕਿ ਪਰਿਵਾਰਾਂ ਦੇ ਵਿੱਚ ਨਾ ਜਦੋਂ ਤੁਸੀਂ ਵਿਆਹ ਤੋਂ ਪਹਿਲਾਂ ਜੇ ਕਿਤੇ ਬੈਠੇ ਹੋ, ਜੇ ਤੁਸੀਂ ਹੌਲੀ ਦੇਣੀ ਊਂ ਆਪਣਾ ਕੰਮ ਕਰੀ ਜਾਂਦੇ ਹੋ ਤਾਂ ਬੀਬੀਆਂ ਲਾਗੇ ਗੱਲਾਂ ਕਰਦੀਆਂ, ਤੇ ਇਹ ਗੱਲਾਂ ਹੁੰਦੀਆਂ ਕਿ ਇੰਨੇ ਕੁ ਸੂਟ ਇਹਨੂੰ ਵੀ ਦੇਣਾ ਪੈਣਾ, ਇਹਨੂੰ ਵੀ ਦੇਣਾ ਪੈਣਾ, ਇੰਨੇ ਕੁ ਤਾਂ ਚੱਲ ਨਾਨਕਿਆਂ ਨੇ ਲੈ ਆਉਣੇ ਆ, ਉਹ ਇਹਨੂੰ ਲਾ ਦਿਆਂਗੇ, ਉਹਨੂੰ ਲਾ ਦਿਆਂਗੇ। ਉਹ ਪ੍ਰੀ ਐਡਜਸਟਮੈਂਟ ਹੁੰਦੀ ਆ ਬਿਨਾਂ ਕਿਸੇ ਨਾਲ ਗੱਲ ਕੀਤੇ ਆ। ਤੇ ਇੰਨੇ ਕੁ ਸੂਟ ਆ ਜਾਣੇ ਆ, ਇੰਨੇ ਕੁ ਲੈ ਆਈਏ, ਸਰ ਜਾਣਾ, 2 ਕੁ ਵਾਧੂ ਲੈ ਆਉਣੇ, ਮੋੜਵੇਂ ਕਰ ਦੇਣੇ ਆ। ਜੇ ਬਚ ਗਿਆ ਤਾਂ ਉਹ ਪੈਸੇ ਫਿਰ ਜਿਹੜੇ ਆ, ਕਿਉਂਕਿ ਪੈਸੇ ਤੇ ਕਿਤੇ ਫੜ ਕੇ ਵਿਆਹ ਕਰਨੇ ਹੁੰਦੇ ਆ। ਹੁਣ ਸਮਰਾ ਸਾਹਿਬ ਮੈਂ ਤੁਹਾਨੂੰ ਲੈ ਕੇ ਚੱਲਣਾ ਕਿ ਆਪਾਂ ਹੁਣ ਇੱਕ ਗੱਲ ਫਿਰ ਵਿਆਹਾਂ ਦੀ ਆਈਏ ਤੇ ਖੋਲ ਹੀ ਲਈਏ। ਹੁਣ ਆਪਾਂ ਮਾਈਆਂ ਤੋਂ ਸ਼ੁਰੂ ਹੋਈਏ ਕਿ ਸੱਦਾ ਪੱਤਰਾਂ ਤੋਂ ਸ਼ੁਰੂ ਹੋਈਏ ਕਿ ਵਿਆਹ ਦੀਆਂ ਸਲਾਹਾਂ ਤੋਂ ਸ਼ੁਰੂ ਹੋਈਏ? ਮੈਂ ਤਾਂ ਕਹਿੰਦਾ ਪਹਿਲਾਂ ਰਿਸ਼ਤਾ ਪੱਕਾ ਕਰਨ ਤੋਂ ਸ਼ੁਰੂ ਹੋਈਏ, ਕਿਉਂਕਿ ਹੁਣ ਕੀ ਆ, ਹੁਣ ਨਵੇਂ ਯੁੱਗ 'ਚ ਰਿਸ਼ਤਾ ਪੱਕਾ WhatsApp ਤੇ ਆਨਲਾਈਨ ਕਈ ਤਰੀਕਿਆਂ ਨਾਲ ਹੋ ਜਾਂਦਾ ਹੈ ਨਾ। ਪਹਿਲਾਂ ਰਿਸ਼ਤਾ ਪੱਕਾ ਕਰਨ ਦਾ ਜਿਹੜਾ ਵਿਧੀ ਵਿਧਾਨ ਸੀਗਾ, ਜੇ ਆਪਾਂ ਬਹੁਤ ਪੁਰਾਣੇ ਸਮਿਆਂ 'ਚ ਉਹ ਦੇਖੀਏ ਤਾਂ ਇਹ ਹੁੰਦਾ ਸੀ ਕਿ ਲਾਗੀ ਨੂੰ ਕਹਿ ਦਿੱਤਾ ਜਾਂ ਲਾਗੀ ਨੇ ਦੇਖ ਲਿਆ ਮੁੰਡਾ ਕੰਮ ਵਧੀਆ ਕਰਦਾ, ਕੁਛ ਖਾਂਦਾ ਪੀਂਦਾ ਨਹੀਂ, ਇਹਨੂੰ ਆਪਾਂ ਕੋਈ ਰਿਸ਼ਤਾ ਲੱਭਣਾ। ਹਾਂ ਜੀ, ਅੱਡੀਆਂ ਪਾਟੀਆਂ ਆ, ਪਤਾ ਵੀ ਇਹ ਕੰਮ ਵਾਲਾ ਬੰਦਾ। ਹਾਂ ਬਿਲਕੁਲ, ਉਹੀ ਜਿਹੜਾ ਕਹਿੰਦਾ ਵੀ ਮੈਂ ਧਾਰ ਕੱਢਣੀ ਆ, ਮੈਂ ਜਾਣਾ, ਉਹੋ ਜਿਹਾ ਮੁੰਡਾ। ਜਾਂ ਫਿਰ ਕੁੜੀ ਸਕਿਨਰ ਹੈ, ਵਧੀਆ ਕੰਮ ਕਰਦੀ ਆ, ਗੁੱਡ ਲੁਕਿੰਗ ਆ, ਫਿਰ ਉਹਦੇ ਲਈ ਉਹ, ਕਿਉਂਕਿ ਉਹਦਾ ਹੁਣ ਜਿਹੜਾ ਲਾਗੀ ਜਿਹਨੂੰ ਆਪਾਂ ਕਹਿੰਦੇ ਆ, ਉਹਦਾ ਇਹ ਕੰਮ ਸੀ। ਮਤਲਬ ਉਹਨੇ ਸਾਰੇ ਪਿੰਡਾਂ ਜਾਣਾ, ਉਹਨੂੰ ਪਤਾ ਸੀ ਕਿ ਆਹ ਪਰਿਵਾਰ ਨਾਲ ਫਲਾਨਾ ਪਰਿਵਾਰ
ਉਹਨਾਂ ਦੇ ਲੈਵਲ ਦਾ ਆ ਬੱਚਾ ਉਹਨਾਂ ਦੇ ਆ ਬੱਚੇ ਦੇ ਲੈਵਲ ਦਾ ਉਹ ਐਡਜਸਟਮੈਂਟ ਕਰਾ ਆਉਂਦਾ ਸੀਗਾ। ਮੈਂ ਖੁਦ ਤਾਂ ਸ਼ਾਇਦ ਨਹੀਂ ਵੀ ਦੇਖੀਆਂ ਇਹ ਚੀਜ਼ਾਂ, ਮੈਂ ਪਰ ਸੁਣੀਆਂ ਨੇ ਜੀ। ਕਹਿੰਦੇ ਬਜ਼ੁਰਗਾਂ ਕੋਲ ਬੈਠਣ ਦੇ ਬੜੇ ਫਾਇਦੇ ਆ, ਜੇ ਫਿਰ ਕਦੇ ਟੀਵੀ ਤੇ ਬਹਿਣਾ ਪੈ ਜਾਵੇ ਤਾਂ ਫਿਰ ਕੰਮ ਆਉਂਦੇ ਆ ਬੰਦੇ ਦੇ, ਹਨਾ। ਤਾਂ ਬਜ਼ੁਰਗ ਦੱਸਦੇ ਹੁੰਦੇ ਸੀਗੇ ਕਿ ਜਿਹੜਾ ਲਾਗੀ ਆ ਜੀ, ਉਹਨੇ ਪਹਿਲਾਂ ਆਪ ਆਉਣਾ, ਉਹਨੇ ਆ ਕੇ ਗੱਲ ਸ਼ੁਰੂ ਕਰਨੀ, ਅਗਲੇ ਨੇ ਕਹਿਣਾ ਵੀ ਇਦੋਂ ਵਧੀਆ ਗੱਲ ਕੀ ਹੋ ਸਕਦੀ ਹੈ। ਹੁਣ ਪਹਿਲਾਂ ਕੁੜੀ ਵਾਲੀ ਪਹਿਲਾਂ ਆਉਂਦੇ ਸੀ ਜੀ, ਇਹ ਮਤਲਬ ਸਾਡੇ ਇੱਕ ਕਹਿ ਲਓ ਸਮਾਜ 'ਚ ਚੱਲਦੀ ਗੱਲ ਸੀਗੀ ਜੀ ਕਿ ਕੁੜੀ ਵਾਲਿਆਂ ਵੱਲੋਂ ਲਾਗੀ ਆਉਂਦਾ ਸੀਗਾ, ਤੁਹਾਡੇ ਮੁੰਡੇ ਲਈ ਫਲਾਂ ਪਿੰਡ ਦੀ ਫਲਾਂ ਕੁੜੀ ਦਾ ਮੈਂ ਰਿਸ਼ਤਾ ਜੀ ਤੁਹਾਨੂੰ ਦੱਸਣ ਲਈ ਆਇਆ ਜੀ। ਉਹ ਕਹਿੰਦੇ ਸੀ ਦੱਸੋ, ਕੋਈ ਗੱਲ ਨਹੀਂ, ਬੜੀ ਵਧੀਆ ਗੱਲ ਆ, ਅਸੀਂ ਤਾਂ ਖੁਸ਼ ਹਾਂ। ਸੋ ਹੁਣ ਉਹ ਕੁੜੀ ਦੇ ਬਾਪ ਨੂੰ ਜਾਂ ਮਾਮੇ ਨੂੰ ਨਾਲ ਲੈ ਕੇ ਜੀ ਪਹਿਲੀ ਵਾਰੀ ਆਉਂਦਾ ਸੀ ਜੀ। ਹੁਣ ਉਹਨਾਂ ਨੇ ਆ ਕੇ ਅੱਖਾਂ ਨਾਲ ਸਾਰਾ ਕੁਝ ਤੋਲ ਲੈਂਦੇ ਸੀ। ਬਿਲਕੁਲ ਠੀਕ ਹੈ। ਪਰਿਵਾਰ ਦਾ ਪਿੰਡ ਦੇ ਵਿੱਚ ਸਟੇਟਸ ਕੀ ਆ, ਕਿਉਂਕਿ ਜਦੋਂ ਉਹ ਬੱਸਾਂ ਉਤਰ ਕੇ ਤੁਰੇ ਆਉਂਦੇ ਸੀ, ਰਾਹ 'ਚ ਕੋਈ ਬੰਦਾ ਮਿਲ ਗਿਆ, ਉਹਨੂੰ ਪੁੱਛ ਲਿਆ ਤੁਹਾਡੇ ਫਲਾਨਾ ਸਿਉਂਕੇ ਜੀ ਇੱਕ ਪਰਿਵਾਰ ਹੈ। ਤਾਂ ਸਾਡੇ ਨਾਲ ਲਾਗੇ ਇੱਕ ਪਿੰਡ ਹੈ ਜੀ, ਉਹ ਪਿੰਡ ਦੀ ਹਜੇ ਤੱਕ ਮਸ਼ਹੂਰ ਆ, ਮੈਂ ਨਾਂ ਨਹੀਂ ਲੈਂਦਾ, ਦੇਖਣ ਵਾਲੇ ਉੱਥੇ ਦੇ ਹੋਣਗੇ ਕਿ ਉਸ ਪਿੰਡ ਰਿਸ਼ਤੇ ਲਈ ਗਿਆ ਬੰਦਾ ਖਾਲੀ ਨਹੀਂ ਮੁੜ ਸਕਦਾ, ਸਾਰਿਆਂ ਨੇ ਬੱਲੇ ਬੱਲੇ ਕਰਾਉਣੀ ਆ। ਮਤਲਬ ਜੇ ਕਿਸੇ ਨੇ ਕਹਤਾ ਜੀ ਫਲਾਨੇ ਦੇ ਮੁੰਡਾ ਬਈ ਕਿਵੇਂ ਆ, ਹੀਰਾ, ਉਹ ਹੀਰਾ, ਉਹ ਤਾਂ ਕਿਆ ਹੀ ਬਾਤ ਆ, ਬਹੁਤ ਵਧੀਆ। ਜਾਣੀ ਉਹ ਏਡਾ ਵਧੀਆ, ਇੰਨਾ ਥਵਾਕ ਸੀ ਪਿੰਡ ਦੇ ਵਿੱਚ। ਜੇ ਕੋਈ ਮੱਝ ਖਰੀਦਣ ਚੱਲ ਗਿਆ, ਕਿਸੇ ਤੋਂ ਪੁੱਛ ਲਈ, ਉਹਨੇ ਕਹਿਣਾ ਵੇਚਦੇ ਆ, ਅੱਛਾ ਯਾਰ ਸਾਨੂੰ ਤਾਂ ਦੱਸਿਆ ਨਹੀਂ, ਅਸੀਂ ਲੈ ਲੈਂਦੇ। ਬੰਦੇ ਦਾ ਉਦਾਂ ਹੀ ਹੋ ਜਾਂਦਾ ਗਰਮ। ਇਹ ਵੀ ਹੈ ਨਾ ਵੀ ਉਦੋਂ ਇਦਾਂ ਦਾ ਵੀ ਨਹੀਂ ਕੋਈ ਬੰਦਾ, ਇਹਦਾ ਮਤਲਬ ਉਸ ਪਿੰਡ ਦੇ ਵਿੱਚ ਹੋਣਾ ਜਿਹੜਾ ਇਦਾਂ ਕਹਿ ਦੇ ਉਹ ਤੁਸੀਂ 5 ਮਿੰਟ ਰੁਕ ਕੇ ਜਾਇਓ, ਜੇ ਆੜਤੀਆ ਪੈਸੇ ਮੰਗਣਾ ਆ। ਕਿਉਂਕਿ ਭਾਨੀ ਮਾਰ ਬਹੁਤ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਲੋਕ। ਹੁਣ ਜਿਹੜੇ ਬੰਦਿਆਂ ਨੇ ਮਾਂ ਪਿਓ ਜਾਂ ਘਰ ਦੇ ਹੋਰ ਪਤਵੰਤੇ ਸੱਜਣ ਜਾਂਦੇ ਸੀ ਜੀ, ਉਹ ਜਾ ਕੇ ਮੈਨੂੰ ਇਹ ਗੱਲਾਂ ਤਾਂ ਮੈਨੂੰ ਵੀ ਯਾਦ ਨੇ ਕਿ ਉਹਨਾਂ ਨੇ ਜਾ ਕੇ ਮੰਨ ਲਓ ਮੁੰਡਾ ਦੇਖਣ ਗਏ ਆ, ਮੁੰਡੇ ਦੇ ਪਿਓ ਨਾਲ ਗੱਲਾਂ ਹੋ ਰਹੀਆਂ ਨੇ, ਹਨਾ, ਜਾਂ ਉਹਦੇ ਫੁੱਫੜ ਨਾਲ ਗੱਲਾਂ ਹੋ ਰਹੀਆਂ, ਉਹ ਦੱਸਦਾ ਜੀ ਇੰਨੇ ਕਿੱਲੇ ਆਪਣੀ ਉਧਰ ਜ਼ਮੀਨ ਆ, ਆਹਾ ਮੁੰਡਾ ਕੋਲੇ ਸੰਗਦਾ ਆ ਬੈਠਾ। ਉਹਨੇ ਫਿਰ ਜਿਹੜਾ ਇੱਕ ਚੰਟ ਬੰਦਾ ਹੁੰਦਾ ਸੀ, ਹਨਾ, ਮੰਨ ਲਓ ਕੁੜੀ ਦਾ ਫੁੱਫੜ, ਉਹ ਫਿਰ ਕਾਕਾ ਜੀ ਕਿਹੜੀ ਜਮਾਤ 'ਚ ਪੜ੍ਹਦੇ ਹੋ ਜੀ, ਇਹਨੂੰ ਕਹਿੰਦੇ ਬੁਲਾ ਕੇ ਦੇਖ ਲਓ ਵੀ ਕਿਤੇ ਠੀਕ ਆ, ਹਿੱਸਾ ਪ੍ਰਵਾਹ ਪੂਰਾ, ਹਾਂ ਵੀ ਗੱਲ ਕਰੂਗਾ ਸਹੀ, ਹਨਾ। ਜਾਂ ਪੁੱਛਣਾ ਅੱਛਾ ਫਿਰ ਪੇਪਰਾਂ ਦੀ ਤਿਆਰੀ ਆ, ਜੇ ਮੁੰਡਾ ਮੂਹਰੇ ਕਹਿ ਦੇਵੇ ਜੀ ਬਿਨਾਂ ਤਿਆਰੀ ਤੋਂ ਪੇਪਰ ਹੋ ਜਾਂਦੇ ਆ, ਹਨਾ, ਫਿਰ ਕਹਿੰਦੇ ਸੀ ਮੁੰਡਾ ਠੀਕ ਆ, ਚੰਟ ਹੈ, ਇਹਨੂੰ ਸਮਝਿਆ ਗੱਲ ਦੀ, ਹਨਾ। ਸੋ ਉਹਨਾਂ ਨੇ ਜਾ ਕੇ ਉਸ ਪਰਿਵਾਰ ਨੂੰ ਤੋਲਣਾ ਨਾਪਣਾ, ਫਿਰ ਆਪਦੇ ਪਰਿਵਾਰ ਨਾਲ ਕੰਪੈਰੀਜ਼ਨ ਕਰਕੇ ਦੇਖਣਾ ਸਾਡੀ ਕੁੜੀ ਇੱਥੇ ਐਡਜਸਟ ਕਰੂਗੀ। ਬਿਲਕੁਲ, ਕਿੱਲੇ ਕਿੰਨੇ ਕੁ ਗੱਡੇ ਹੋਆ, ਜਿੰਨੇ ਕਿੱਲੇ ਆ ਉਸ ਹਿਸਾਬ ਨਾਲ ਪਸ਼ੂ ਹੋਣਗੇ। ਮੈਂ ਇੱਕ ਰਿਸ਼ਤੇ ਦੇ ਵਿੱਚ ਗਿਆ ਜੀ, ਉਹ ਕਹਿੰਦੇ ਜੀ ਵੀ ਤੁਸੀਂ ਹੁਣ ਪਹਿਲਾਂ ਸਾਰਾ ਕੁਝ ਦੇਖ ਲਓ। ਬੰਦੇ ਮੈਨੂੰ ਤੁਸੀਂ ਕੰਮ ਦੇ ਲੱਗਦੇ ਆ। ਸਾਨੂੰ ਕਹਿੰਦੇ ਵੀ ਸਾਡੀ ਜ਼ਮੀਨ ਇੱਧਰ ਇੰਨੇ ਕਿੱਲੇ ਆ, ਇੱਧਰ ਇੱਕ ਮੋਟਰ ਆ, ਇੱਧਰ ਆਹਾ ਜੀ, ਵੀ ਚਲੋ ਤੁਹਾਨੂੰ ਖੇਤ ਦਿਖਾ ਲਈਏ ਜੀ। ਤਾਂ ਸਾਡੇ ਮਾਮਾ ਜੀ ਬਹੁਤ ਸਿਆਣੇ ਸੀ, ਉਹ ਕਹਿੰਦੇ ਨਹੀਂ ਜੀ ਖੇਤ ਦੇਖਣ ਦੀ ਲੋੜ ਨਹੀਂ ਹੈਗੀ। ਉਹ ਕਹਿੰਦੇ ਨਹੀਂ ਯਾਰ, ਬਾਅਦ 'ਚ ਬੰਦਾ ਕਹਿੰਦਾ ਵੀ ਗਲਤ ਇਨਫੋਰਮੇਸ਼ਨ ਦੇਤੀ, ਹੈ ਨਾ। ਉਹ ਕਹਿੰਦਾ ਡੀਜ਼ਲ ਵਾਲੇ ਢੋਲ ਦੇਖ ਲੈ ਤੁਹਾਡੇ ਵਿਹੜੇ 'ਚ ਪਏ, ਆਪੇ ਉਹ ਤੋਂ ਪਤਾ ਲੱਗਦਾ ਕੁਛ ਹੈਗਾ। ਹਾਂ, ਜੇ 10 ਢੋਲ ਡੀਜ਼ਲ ਦੇ ਪਏ ਆ ਜੀ, ਇਟ ਮੀਨਸ ਜੇ ਝੋਨਾ ਬੀਜਦੇ ਹੋ ਖੇਤੀ ਹੋਊ, ਤੂੰ ਮੁੱਦਾ ਥੋੜੀ ਰੱਖਿਆ। ਬਿਲਕੁਲ ਠੀਕ ਹੈ। ਸੋ ਉਹ ਨਾਪ ਤੋਲ ਕਰ ਲੈਂਦੇ ਸੀਗੇ, ਤੇ ਉਹਨਾਂ ਦੇ ਜਾਣ ਦਾ ਮਤਲਬ ਵੀ ਇਹੀ ਹੁੰਦਾ ਸੀਗਾ। ਫਿਰ ਹੋਰ 4 ਰਿਸ਼ਤੇਦਾਰਾਂ ਨੂੰ ਲਿਜਾ ਕੇ ਉਹ ਗੱਲ ਤੇ ਮੋਹਰ ਲਵਾਉਣੀ। ਰੁਪਈਏ ਵਾਲਾ ਮਸਲਾ ਜਿਹੜਾ ਹੁੰਦਾ ਨਹੀਂ, ਫੇਰ ਲਾਗੀ ਨੂੰ ਕਹਿੰਦੇ ਹੁਣ ਤੂੰ ਜਾ ਰੁਪਈਆ ਫੜਾਇਆ। ਸੋ ਉਹਨੇ ਕੀ ਵੀ ਸ਼ੱਕਰ ਦੀ ਰੋੜੀ 2 ਲੈ ਗਿਆ, ਨਾਲ ਗੁੜ ਲੈ ਗਿਆ, ਜਾ ਕੇ ਰੁਪਈਆ ਫੜਾ ਜਾਂਦਾ ਤੇ ਗੱਲ ਪੱਕੀ ਹੋ ਗਈ। ਹੁਣ ਇੱਥੇ ਇੱਕ ਗੱਲ ਹੈ ਸਾਡੀ ਜ਼ੁਬਾਨਾਂ ਦੀ ਜੀ, ਕੀਤੇ ਹੋਏ ਵਾਅਦਿਆਂ ਦੀ ਗੱਲ, ਕਿ ਲਾਗੀ ਨੇ ਰੁਪਈਆ ਫੜਾਦਾ, ਬਸ ਗੱਲ ਹੋ ਗਈ ਹੈ, ਪੱਕ ਠੱਕ ਹੋ ਗਈ ਹੈ, ਪੱਕ ਠੱਕ ਹੋ ਗਿਆ ਹੈ ਜੀ। ਹੁਣ ਇਹ ਪਹਿਲਾ ਸਟੈਪ ਸੀਗਾ ਜੀ। ਰੋਕਾ ਕਹਿੰਦੇ, ਰੋਕਾ ਪਤਾ ਨਹੀਂ ਜੀ, ਉਦੋਂ ਤਾਂ ਰੁੱਕਾ ਹੀ ਸੀ, ਹੁਣ ਤਾਂ ਮੈਨੂੰ ਡਾਕਾ ਹੀ ਬਣ ਗਿਆ। ਕਿਉਂਕਿ ਸ਼ਾਇਦ ਤੁਹਾਡੇ ਇਲਾਕੇ 'ਚ ਰੋਕਾ, ਠਾਕਾ ਜੀ, ਹਨਾ, ਇਹ ਸ਼ਬਦ ਹੈਗੇ ਆ। ਤਾਂ ਸਾਡੇ ਨੂੰ ਰੋਕ ਕਹਿੰਦੇ ਸੀ, ਰੋਕ ਕਰ ਲਈ ਵੀ ਹੁਣ ਵੀ ਬਈ ਇਹ ਬੰਦਾ ਸਾਡਾ ਹੋ ਗਿਆ, ਸਾਡਾ ਇਹਨੂੰ ਸਿਗਨਲ ਕਿਸੇ ਪਾਸੇ ਦਾ ਮਿਲ ਗਿਆ, ਹਾਂ, ਇਹਨੂੰ ਇੱਕ ਪਾਸੇ ਲੱਗ ਗਿਆ ਹੈਗਾ। ਸੋ ਰੋਕਾ ਹੋ ਗਿਆ। ਉਦੋਂ ਤੋਂ ਫਿਰ ਦੋਨਾਂ ਮੁੰਡਾ ਤੇ ਕੁੜੀ ਜੀ, ਭਾਵੇਂ ਉਹਨਾਂ ਨੇ ਆਪਸ 'ਚ ਨਹੀਂ ਦੇਖਿਆ ਜੀ ਹਾਲੇ ਤੱਕ ਜੀ, ਉਹਨਾਂ ਦੇ ਅੰਦਰ ਇੱਕ ਜਜ਼ਬਾਤ ਆ ਜਿਹੜੇ ਉਹ ਜਾਗ ਪੈਂਦੇ ਸੀ। ਉਹਨਾਂ ਦੀ ਟੈਨਸ਼ਨ ਬਾਕੀ ਸਾਰੀ ਦੁਨੀਆ ਤੋਂ ਹਟ ਕੇ ਜੀ ਉੱਥੇ ਲੱਗ ਜਾਂਦੇ ਸੀ। ਉਹ ਪਿੰਡਾਂ ਦੇ ਫਿਰ ਘਾਰੇ ਵੀ ਸੋਹਣੇ ਲੱਗਦੇ ਸੀ ਜੀ, ਜਿਹੜੇ ਪਿੰਡ ਮੁੰਡਾ ਮੰਗਿਆ ਹੋਵੇ, ਉਹ ਲੰਘਦਾ ਕੋਲ ਦੀ ਵਿੱਚ ਦੀ ਸੀ, ਲੰਘਦੇ। ਇਹ ਗੱਲ ਵੀ ਮੈਨੂੰ ਯਾਦ ਆ ਜੀ, ਕਹਿੰਦੇ ਸਹੁਰੇ ਪਿੰਡ 'ਚ ਵਿਆਹ ਤੋਂ ਪਹਿਲਾਂ ਚਲਾ ਡਾਂਗਾ ਪੈਣਗੀਆਂ। ਸਮਰਾ ਸਾਹਿਬ, ਜਦੋਂ ਰੋਕਾ ਹੋ ਗਿਆ, ਠਾਕਾ ਹੋ ਗਿਆ ਨਾ, ਸਾਰਾ ਕੁਝ ਜੋ ਤੁਸੀਂ ਦੱਸਿਆ, ਉਹਦੇ ਤੋਂ ਬਾਅਦ ਫਿਰ ਆਪਾਂ ਪਿੰਡ ਵਾਲੇ ਪਾਸੇ ਨੂੰ ਆਉਂਦੇ ਹਾਂ, ਕਿਉਂਕਿ ਹੁਣ ਤਾਂ ਇਦਾਂ ਹੁੰਦਾ ਨਾ, ਹੁਣ ਪਤਾ ਹੀ ਟੈਲੀਫੋਨ ਤੇ ਲੱਗਦਾ ਫਿਰ ਵਿਆਹ ਰੱਖ ਲਿਆ ਤਾਂ ਕਾਰਡ ਤੁਹਾਨੂੰ ਭੇਜ ਦੇਣਾ ਹੈ, ਪਰ ਤੁਸੀਂ ਉਹਨੂੰ ਨੋਟ ਕਰ ਲਓ। ਪਰ ਪਿੰਡਾਂ ਦੇ ਵਿੱਚ ਮੈਂ ਇਹ ਦੇਖਿਆ ਕਿ ਉਦੋਂ ਕਈ ਕੁਛ ਹੁੰਦਾ ਸੀ ਕਿ 2-2 3-3 ਮਹੀਨੇ ਪਹਿਲਾਂ ਸਲਾਹਾਂ ਹੋਣੀਆਂ, ਜਿਹੜੀ ਇੱਕ ਬਹੁਤ
ਗੱਲ ਤਬਦੀਲ ਹੋ ਗਈ ਹੈ। ਜੀ ਜੀ। ਉਹ ਮੈਨੂੰ ਇਹ ਲੱਗੀ ਕਿ ਉਦੋਂ ਬਜ਼ੁਰਗਾਂ ਦਾ ਮਾਣ ਤਾਣ ਬਹੁਤ ਹੁੰਦਾ ਸੀ। ਪਿੰਡ ਦੀਆਂ ਜਿਹੜੀਆਂ ਸਿਆਣੀਆਂ ਬੀਬੀਆਂ ਹੁੰਦੀਆਂ ਸੀ ਉਹਨਾਂ ਨੂੰ ਘਰ ਦੀਆਂ ਬੀਬੀਆਂ ਨੇ ਸੱਦਣਾ। ਕਈ ਵਾਰੀ ਘਰ ਦੇ ਵਿੱਚ ਮੰਨ ਲਓ ਕਿ ਸੱਸ ਗੁਜ਼ਰ ਗਈ ਆ, ਮੰਨ ਲਓ ਉਸ ਬੀਬੀ ਨੇ ਫਿਰ ਪਿੰਡ ਦੀ ਸਿਆਣੀ ਬੀਬੀ ਨੂੰ ਸੱਦਣਾ ਕਿ ਆਹ ਫਿਰ ਕਿੱਦਾਂ ਲਾਈਦਾ, ਇਹਨੂੰ ਕਿੰਨਾ ਲਾਉਣਾ, ਜੋੜੇ ਜਾਮੇ ਦਾ ਹਿਸਾਬ ਕਿਤਾਬ ਕੀ ਆ, ਆਟੇ ਪਾਣੀ ਕਦੋਂ ਪਾਉਣਾ, ਉਹ ਸਾਰੀਆਂ ਚੀਜ਼ਾਂ ਇੱਥੇ ਨਾਲ ਦੀ ਨਾਲ ਜਿਹੜੀ ਉਹ ਸੰਭਾਲਾ ਜਿਹੜਾ ਬਾਅਦ ਵਿੱਚ ਵੰਡਣਾ ਜਿਹਨੂੰ ਭਾਜੀ ਕਹਿ ਦਿੰਦੇ ਆ, ਉਹ ਕਿੰਨੀ ਕੁ ਹੋਣੀ ਚਾਹੀਦੀ ਹੈ ਨਾ। ਉਹ ਫਿਰ ਬੇਬੇ ਨੂੰ ਤਕਰੀਬਨ ਰੋਜ਼ ਹੀ ਉਸ ਘਰ ਦੇ ਵਿੱਚ ਆਉਣਾ ਪੈਂਦਾ ਸੀ, ਰੋਜ਼ ਸਲਾਹਾਂ ਕਰੀ ਜਾਣੀਆਂ। ਪਰ ਅੱਜ ਹੁਣ ਕੀ ਹੋ ਗਿਆ, ਮੈਨੂੰ ਕਦੇ ਕਦੇ ਲੱਗਦਾ ਹੁੰਦਾ, ਹਾਲਾਂਕਿ ਠੀਕ ਹੈ ਸਮੇਂ ਦੇ ਨਾਲ ਸਾਰਾ ਕੁਝ ਤਬਦੀਲ ਹੋਣਾ ਚਾਹੀਦਾ। ਹੁਣ ਤਾਂ ਬੰਦਾ ਕਹਿੰਦਾ ਅੱਛਾ ਵਿਆਹ ਵਾਲੇ ਦਿਨ ਦਾ ਕੋਟ ਪੈਂਟ ਸਵਾ ਲਿਆ, ਠੀਕ ਹੈ, ਉਹਦੇ ਤੋਂ ਪਹਿਲਾਂ ਦੇ ਵੀ ਕੱਪੜੇ ਸਵਾ ਲਿਆ, ਉਹ ਅੱਛਾ 2 ਕੁੜਤੇ ਪਜਾਮੇ ਬਾਪੂ ਲਈ ਵੀ ਲੈ ਹੀ ਲਓ ਨਾ। ਹੁਣ ਤਾਂ ਕਿਉਂਕਿ ਡੀਜੇ ਵਾਲੇ ਨੂੰ ਜੇ ਕਰਨਾ ਹੁਣ ਬਾਪੂ ਦੀ ਸਲਾਹ ਥੋੜ੍ਹਾ ਉੱਥੇ ਚਾਹੀਦੀ ਹੈ। ਜੇ ਮੈਰਿਜ ਪੈਲੇਸ ਕਰਨਾ ਉੱਥੇ ਬਾਪੂ ਦੀ ਸਲਾਹ ਦੀ ਥੋੜ੍ਹੀ ਲੋੜ ਹੈ। ਹੁਣ ਹੋਰ ਕੋਟ ਪੈਂਟ ਅਚਕਨ ਕਿਹੜੀ ਕਿੱਦਾਂ, ਮੂਵੀ ਵਾਲੇ ਜੇ ਪ੍ਰੀ ਵੈਡਿੰਗ ਸ਼ੂਟ ਕਰਨਾ ਉਹਦੇ ਲਈ ਬਾਪੂ ਦੀ ਸਲਾਹ ਥੋੜ੍ਹੀ ਚਾਹੀਦੀ ਹੈ ਨਾ। ਕੀ ਬਾਤ ਹੈ ਨਾ। ਉਹਦੇ ਲਈ ਤਾਂ ਫਿਰ ਬਾਪੂ ਤਾਂ ਹੁਣ ਫਿਰ ਕੁੜਤੇ ਪਜਾਮੇ 'ਚ ਜਾਂ ਫਿਰ ਬਾਪੂ ਬੈਂਕ ਦਾ ਚੈੱਕ, ਬਾਪੂ ਨੂੰ ਤਾਂ ਇੱਕ ਛੋਟਾ ਜਿਹਾ ਪਰਸ ਜਿਹੜਾ ਹੁੰਦਾ ਨਾ ਇੱਕ ਸਪੈਸ਼ਲ ਜਿਹੜਾ ਬਾਪੂ ਦੀ ਨਿਸ਼ਾਨੀ ਆ ਵੀ ਉਹ ਫੜ ਕੇ ਵਿਆਹ 'ਚ ਨਾ। ਪਰ ਉਦੋਂ ਬਜ਼ੁਰਗਾਂ ਦੀ ਜਿਹੜੀ ਹੈ ਉਦੋਂ ਲੋੜ ਸੀ, ਬਿਲਕੁਲ ਲੋੜ ਸੀਗੀ ਜੀ। ਅਸਲ ਦੇ ਵਿੱਚ ਕੀ ਹੈ ਜੀ, ਹੁਣ ਇਹ ਹੋ ਗਿਆ ਪੰਗਾ ਅੱਜ ਦੇ ਯੁੱਗ 'ਚ ਤਾਂ ਮੈਂ ਕਹੂੰਗਾ ਕਿ ਸਲਾਹ ਨਾ ਲਓ। ਜਿਹੜੇ ਸਲਾਹਾਂ ਵਾਲੇ ਆ, ਤੁਸੀਂ ਅੱਜ ਕਿਸੇ ਦੀ ਸਲਾਹ ਲਓ ਹੈ ਨਾ ਵੀ ਯਾਰ ਮੈਰਿਜ ਪੈਲੇਸ ਕਰਨਾ, ਉਹ ਕਹਿੰਦੇ ਉਹਨਾਂ 2-3 ਟੰਗਣਾ ਇਹ ਤਾਂ ਯਾਰ ਨਿਕੰਮੇ ਆ, ਇਹਨਾਂ ਨੂੰ ਰਹਿਣ ਦੇ ਹੈ ਨਾ। ਹੁਣ ਤੁਹਾਡਾ ਸਿੱਧਾ ਹੀ ਲੱਖਾਂ ਤੋਂ ਮਤਲਬ ਗਾਹਾਂ ਵਾਲੇ 'ਚ ਲੈ ਜਾਣਾ ਹੈ ਨਾ। 10-15 ਲੱਖ ਦੇ ਲੈ ਜਾਣਾ, ਤੁਸੀਂ ਭਾਵੇਂ 2-3 ਲੱਖ ਵਾਲਾ ਹੀ ਸੋਚਦੇ ਸੀ, ਉਹਨਾਂ ਨੇ ਨਹੀਂ ਯਾਰ ਅਸੀਂ ਗਏ 2-3 ਵਿਆਹ ਦੇਖਿਆ। ਜਦੋਂ ਤੁਹਾਡੇ ਸਲਾਹਕਾਰਾਂ ਨੇ ਇਹ ਕਹਿਤਾ ਜੀ ਹੁਣ ਤੁਸੀਂ ਉਹ ਕਿਵੇਂ ਬੁੱਕ ਕਰੋਗੇ ਹੈ ਨਾ। ਹੁਣ ਹੈਗਾ ਵੀ ਤੁਸੀਂ ਆਪਦੀ ਔਕਾਤ ਦੇਖੋ, ਸਲਾਹ ਘੱਟ ਲਓ ਕਿਉਂਕਿ ਸਾਰਾ ਕੁਝ ਉਹੋ ਜਿਹਾ ਕੁਛ ਹੀ ਆਲੇ ਦੁਆਲੇ। ਪਰ ਉਦੋਂ ਗੱਲ ਇਹ ਸੀ ਕਿ ਜਿਹੜੇ ਸਲਾਹ ਦੇਣ ਵਾਲੇ ਲੋਕ ਸੀਗੇ ਉਹਨਾਂ ਨੇ ਉਮਰਾਂ ਖਾਧੀਆਂ ਸੀ ਜੀ, ਉਹਨਾਂ ਨੇ ਧੱਕੇ ਧੌਲੇ ਖਾ ਕੇ ਦੇਖਿਆ ਹੋਇਆ ਸੀ ਕਿ ਕਿੱਥੇ ਕਿਹੜਾ ਪੁੱਗਦਾ ਤੇ ਕਿਹਦੇ ਨਾਲ ਸਰ ਜੂਗਾ। ਕਈ ਕੰਮ ਸਾਰਨ ਵਾਲੇ ਵੀ ਹੁੰਦੇ ਆ, ਕਈ ਸੂਟ ਉਹ ਵੀ ਹੁੰਦੇ ਜਿਹੜੇ ਇੱਕ ਪਿੱਟੀ ਤੋਂ ਦੂਜੀ ਪਿੱਟੀ ਦਾ ਸਫ਼ਰ ਕਰਦੇ, ਸਾਰੀ ਉਮਰ ਸਫ਼ਰ 'ਚ ਰਹਿੰਦੇ, ਉਹਨਾਂ ਨੂੰ ਅੰਗੀਕਾਰ ਹੋਣਾ ਨਸੀਬ ਨਹੀਂ ਹੁੰਦਾ ਕਦੇ ਵੀ। ਬਿਲਕੁਲ ਠੀਕ ਆ, ਤੁਰੇ ਹੀ ਫਿਰਦੇ ਆ, ਉਹਨਾਂ ਨੂੰ ਕਦੇ ਉਹ ਸੂਈ ਧਾਗਾ ਜਿਹੜਾ ਉਹਨਾਂ ਦੇ ਨੇੜੇ ਦੀ ਨਹੀਂ ਲੰਘਦਾ ਨਾ ਜੀ ਨਾ। ਹੁਣ ਅਸਲ 'ਚ ਕੀ ਹੈ ਕਿ ਹੁਣ ਬਿਊਟੀ ਪਾਰਲਰ ਇੱਕ ਨਵੀਂ ਚੀਜ਼ ਆ ਗਈ ਵਿੱਚ ਹੈ ਨਾ ਜੀ। ਇਹਦੀ ਥਾਂ ਤੇ ਪਰਸਨੈਲਿਟੀ ਪਾਰਲਰ ਚਾਹੀਦੇ ਸੀ। ਬਿਲਕੁਲ ਠੀਕ, ਕਿ ਬੱਚੇ ਦੀ ਪਰਸਨੈਲਿਟੀ ਡਿਵੈਲਪ ਹੋਵੇ। ਜਿਹੜਾ ਚਿਹਰਾ ਮੋਹਰਾ ਇਹ ਤਾਂ 2 ਦਿਨਾਂ 'ਚ ਮਲ ਕੇ ਬਟਣਾ ਕੱਢ ਦਿੰਦੇ ਸੀ ਵਧੀਆ ਉਦੋਂ ਹੈ ਨਾ। ਹੁਣ ਤਾਂ ਜੇ ਉਹ ਬਟਣਾ ਮਲਣ ਦੀ ਇੱਕ ਰਸਮ ਜਿਹੀ ਰਹਿ ਗਈ, ਉਹ ਕਰਦੇ ਤਾਂ ਵੀ ਮੁੰਡਾ ਕਹਿੰਦਾ ਦੇਖੀ ਲਾਈਨ ਆ, ਮੈਂ ਬਹੁਤ ਕੁਝ ਕਰਾਇਆ ਹੋਇਆ ਜੀ, ਮੇਰਾ ਜਿਹੜਾ ਰੀਅਲ ਕਰਾਇਆ ਮੇਕਅਪ ਆ ਜਾਂ ਜਿਹੜੇ ਫਾਊਂਡੇਸ਼ਨ ਲੱਗਿਆ ਇਨਫੈਕਸ਼ਨ ਹੋ ਨਹੀਂ, ਉਹ ਕਹਿ ਕੇ ਭੇਜਦੇ ਆ। ਕਿਉਂਕਿ 5-7 ਦਿਨ ਪਹਿਲਾਂ ਤੋਂ ਹੁਣ ਅੱਗੇ ਹੁੰਦਾ ਸੀ ਕਿ ਇੱਕ ਅੱਧਾ ਦਿਨ ਬਿਊਟੀ ਪਾਰਲਰ ਦਾ ਹੁੰਦਾ ਸੀ, ਹੁਣ ਤਾਂ ਉਹ ਕਹਿੰਦੇ ਕਿ ਨਹੀਂ 10 ਦਿਨ ਪਹਿਲਾਂ, 1 ਦਿਨ ਪਹਿਲਾਂ ਆਉਣਾ ਪਊਗਾ, ਉਦੋਂ ਰਗੜ ਕੇ ਉੱਪਰਲੀ ਸ਼ੇਰਾ ਲਾਵਾਂਗੇ, ਉਹਦੇ ਫਿਰ 24 ਘੰਟੇ ਬਾਅਦ ਆਉਣਾ, ਫਿਰ ਉੱਪਰਲਾ ਇੱਕ ਤੁਹਾਡੇ ਫਾਊਂਡੇਸ਼ਨ ਜਿਹਾ ਤੁਹਾਡੇ ਕੁਝ ਕਰਾਂਗੇ, ਉਹਦੇ ਤੋਂ ਬਾਅਦ ਤੇ ਨਾਲ ਉਹ ਕਹਿ ਕੇ ਭੇਜਦੇ ਆ ਬਟਣਾ ਨਹੀਂ ਲਾਉਣਾ, ਉਹਦੇ ਨਾਲ ਹੀ ਸਾਰਾ ਕੁਝ ਕੰਮ ਖਰਾਬ ਹੋ ਜਾਊਗਾ। ਹੁਣ ਤਾਂ ਦੇਖੋ ਅੱਗੇ ਹੁੰਦਾ ਸੀ ਕਿ ਰਗੜਨਾ ਐਨ ਚੰਗੇ ਤਰੀਕੇ, ਕਈ ਰਿਸ਼ਤੇਦਾਰੀਆਂ ਇਦਾਂ ਦੀਆਂ ਹੁੰਦੀਆਂ ਉਹਨਾਂ ਦਾ ਕੰਮ ਹੀ ਹੁੰਦਾ ਕਿ ਰਗੜ ਦੇ ਹੜ ਗਏ ਨਾ, ਇੱਧਰ ਨੂੰ ਕਰ ਉੱਧਰ ਮੂੰਹ ਵੀ ਰਗੜਦੇ, ਬਾਲਾਂ 'ਚ ਫਸਾ ਦੇ। ਹੁਣ ਤਾਂ ਐਂ ਹੀ ਹੁੰਦਾ, ਫੋਟੋ ਖਿਚਾਉਣ ਨੂੰ ਨਾ ਐ ਮੂਵੀ ਬਣ ਰਹੀ ਆ, ਆਪੀ ਮੂਵੀ ਬਣ ਰਹੀ ਆ। ਉਹ ਵੀ ਕੀ ਕਹੂਗਾ ਕਿ 1 ਮਿੰਟ ਦੇਖਣਾ ਜੀ, ਨਹੀਂ ਥੋੜਾ ਸਿਰ ਨਾਲ ਜੋੜਨਾ ਜੀ, ਨਹੀਂ ਥੋੜਾ ਐ ਨੂੰ ਹੋ ਕੇ ਐ ਬੈਠਣਾ ਜੀ। ਤੇ ਉਹ ਤੁਸੀਂ ਦੇਖ ਲਓ ਮੋਸਟਲੀ ਇਹ 2 ਉਂਗਲਾਂ ਹੀ ਹੁੰਦੀਆਂ ਇੱਥੇ ਸਾਰੀ ਉੱਤੇ। ਮੂਵੀ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਕਮਾਲ ਹੀ ਆ, ਕਿਉਂਕਿ ਉਹ ਚੀਜ਼ਾਂ ਜਿਹੜੀਆਂ ਸੀ ਨਾ ਉਹ ਤਾਂ ਅਸੀਂ ਇਸ ਕਰਕੇ ਕਿ ਵਿਆਹ ਦੀਆਂ ਰਸਮਾਂ ਆ ਉਹਨੂੰ ਕੈਚ ਕਰ ਲਓ, ਆਪਾਂ ਮੁੜ ਕੇ ਦੇਖੀਏ। ਪਰ ਹੁਣ ਵਿਆਹ ਹੀ ਕੈਚ ਕਰ ਲਿਆ ਉਹਨਾਂ ਨੇ ਸਾਰਾ। ਉਹਦੇ ਮੂਵੀ ਦੇ ਵਿੱਚ ਜੇ ਤੁਸੀਂ ਦੇਖੋ ਨਾ, ਉਹਦੇ ਵਿੱਚ ਬੰਦਾ ਆਉਂਦਾ ਪਹਿਲਾਂ ਮਾੜੀ ਜਿਹੀ ਐ ਬੱਟੀ ਜੀ ਵੱਟਦਾ, ਉਹਦੇ ਵਿੱਚੋਂ ਐਂ ਕਰਦਾ, ਫਿਰ ਵਿੱਚੋਂ 1 ਮਿੰਟ ਐਂ ਹੁੰਦਾ ਕਿ ਮੇਰੀ ਫੋਟੋ ਖਿੱਚ ਹੁੰਦੀ ਆ, ਫਿਰ ਦੁਬਾਰਾ ਐਂ ਹੋ ਕੇ ਚਲੋ ਠੀਕ ਆ ਹੱਥੇ ਐਂ ਝਾੜਦਾ, ਮੁੰਡਾ ਵੀ ਹੱਥੇ ਝਾੜ ਲੈਂਦਾ। ਤੁਸੀਂ ਵਿਆਹ ਦੀ ਐਲਬਮ ਹੁੰਦੀ ਨਾ ਫੋਟੋਆਂ, ਉਹ ਦੇਖਦੇ ਬੰਦੇ ਨੂੰ ਦੇਖੋ, ਮੈਂ ਕਈ ਵਾਰੀ ਇਹ ਸਰਵੇ ਕੀਤਾ ਹੈ ਨਾ, ਬੰਦੇ ਦੇ ਮੂਹਰੇ ਫੋਟੋਆਂ ਰਹਿ ਗਏ ਐਲਬਮ ਰੱਖ ਦੋ, ਉਹ ਬੰਦਾ ਪਹਿਲੀਆਂ 2 ਫੋਟੋਆਂ ਦੇਖੂ ਧਿਆਨ ਨਾਲ, ਉਹ ਤੋਂ ਬਾਅਦ ਫਿਰ ਉਹ ਛੇਤੀ ਲੰਘਾਊ, ਜਿੱਥੇ ਉਹਦੀ ਫੋਟੋ ਆਊ ਉੱਥੇ ਰੁਕੂ, ਫਿਰ ਫੋਨ ਕੱਢੂਗਾ, ਫਿਰ ਉਹਦਾ ਕਲਿੱਕ ਕਰਕੇ ਉਹ ਲਓ ਰੱਖੋ ਜੀ, ਚਲੋ ਵਿਆਹ ਦੀਆਂ ਫੋਟੋਆਂ ਸੋਹਣੀਆਂ ਨੇ ਵੈਸੇ ਸਾਰੀਆਂ ਕੁੱਲ ਮਿਲਾ ਕੇ। ਕਿਉਂਕਿ ਹਰ ਬੰਦਾ, ਕਿਸੇ ਨੇ ਕਿਹਾ ਸੀ ਕਿ ਬਰਾਤ ਦੇ ਵਿੱਚ ਜਿੰਨੇ ਬੰਦੇ ਜਾਂਦੇ ਆ ਨਾ, ਕਹਿੰਦਾ ਉਹ ਸਾਰੇ ਹਰਾਮਖੋਰ ਹੁੰਦੇ ਆ ਜੀ। ਦੂਜਾ ਬੰਦਾ ਕਹਿੰਦਾ ਯਾਰ ਐਂ ਨਾ ਕਹਿ, ਮਤਲਬ ਉਹ ਸਾਰੇ ਪਤਵੰਤੇ ਰਿਸ਼ਤੇਦਾਰ ਸਾਰੇ ਹੁੰਦੇ, ਹਰਾਮਖੋਰ ਕਿਵੇਂ? ਕਹਿੰਦਾ ਨਾ ਜੀ ਸਾਰੇ ਹਰਾਮਖੋਰ ਹੁੰਦੇ। ਕਹਿੰਦਾ ਕਿੱਦਾਂ? ਕਹਿੰਦਾ ਵੀ ਜਿਹੜੇ ਜੰਝ ਹੁੰਦੇ ਆ ਉਹ ਕਹਿੰਦੇ ਕੁੜੀ ਜਿਹੋ ਜਿਹੀ ਮਰਜ਼ੀ ਹੋਵੇ, ਇਹਨਾਂ ਨੂੰ ਕੋਈ ਦਾਜ ਮਿਲੇ ਨਾ ਮਿਲੇ, ਸਾਨੂੰ ਉੱਥੇ ਖਾਣ ਪੀਣ ਦਾ ਵਧੀਆ ਚਾਹੀਦਾ। ਕਹਿੰਦਾ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਆਥਣ ਨੂੰ ਕੁੜੀ ਤੋਰਦੇ ਆ ਨਹੀਂ ਤੋਰਦੇ। ਜਦ ਕਿ ਜਦੋਂ ਅਸੀਂ ਪਿੱਛੇ ਜਾਈਏ ਜੀ, ਬਰਾਤ ਦਾ ਕਨਸੈਪਟ ਕਿੱਥੋਂ ਆਇਆ ਸੀ ਜੀ, ਕਿ ਜੰਗਲੇ ਬਿੱਲੇ ਸੀਗੇ,
ਕੱਲਾ ਮੁੰਡਾ ਜਾਂ ਘਰ ਦੇ 4 ਜੀ ਨਹੀਂ ਜਾਂਦੇ ਸੀ ਲੈਣ, ਉਹ ਕਹਿੰਦੇ ਸੀ ਆਪਣੀ ਸਪੋਰਟ ਦੇ ਲਈ ਜੀ, ਉੱਥੇ ਕੋਈ ਗੜਬੜ ਹੋ ਗਈ, ਕੋਈ 4 ਮਰਨ ਵਾਲੇ ਬੰਦੇ ਵੀ ਚਾਹੀਦੇ ਨਾ। ਬਿਲਕੁਲ ਠੀਕ ਹੈ। ਬਰਾਤ ਦਾ ਜੇ ਦੇਖੀਏ ਅਸਲੀ ਕਨਸੈਪਟ ਇੱਥੋਂ ਹੀ ਸ਼ੁਰੂ ਹੋਇਆ ਸੀ। ਬਿਲਕੁਲ ਠੀਕ ਹੈ ਕਿ ਕੁਛ 40-50 ਬੰਦੇ ਲੈ ਕੇ ਜਾਓ ਨਾਲ, ਜਿਹੜੇ ਉੱਥੇ ਖੜਨਗੇ, ਜੇ ਉੱਥੇ ਕੋਈ ਮਸਲਾ ਖੜਾ ਹੋ ਗਿਆ, ਆਉਂਦੇ ਆ ਰਾਹ 'ਚ ਕੋਈ ਡਾਕੂ ਪੈ ਗਏ, ਕੋਈ 100 ਗੱਲ ਹੋ ਗਈ ਹਨਾ, ਤੁਹਾਡੇ ਨਾਲ ਬੰਦੇ ਚਾਹੀਦੇ ਆ। ਹੁਣ ਬਰਾਤ ਕੀ ਆ, ਪਤਾ ਨਹੀਂ ਕਿੱਥੋਂ ਦੀਆਂ ਗੱਡੀਆਂ 'ਚ ਆਏ ਨੇ ਉਹ। ਨਹੀਂ, ਉਹ ਤਾਂ ਕਹਿੰਦੇ ਕੋਈ ਗੱਲ ਨਹੀਂ, ਅਸੀਂ ਪਹੁੰਚਾਂਗੇ ਆਪੇ ਹੀ। ਹਾਂ ਬਿਲਕੁਲ ਹੈ ਨਾ ਵੀ ਹੁਣ ਦੇਖੋ ਇੱਕ ਹੋਰ ਸਮਰਾ ਸਾਹਿਬ ਕਿੰਨੀ ਤਬਦੀਲੀ ਹੋਈ ਹੈ। ਉਦੋਂ ਬਰਾਤ ਇਕੱਠੀ ਜਾਂਦੀ ਸੀ, ਇਕੱਠੀ ਆਉਂਦੀ ਸੀ, ਭਾਵੇਂ ਉਦਣ ਹੀ ਆ ਜਾ ਭਾਵੇਂ ਤੀਜੇ ਦਿਨ ਆ ਜਾ ਜੀ। ਹੁਣ ਮੈਂ ਇੱਕ ਵਿਆਹ ਦੇ ਵਿੱਚ ਗਿਆ ਤੇ ਉੱਥੇ ਮੁੰਡੇ ਦਾ ਬਾਪੂ ਵਾਰ-ਵਾਰ ਕਹਿੰਦਾ ਸੀ ਉਹ ਗੱਡੀਆਂ ਇਕੱਠੀਆਂ ਤੋਰਨੀਆਂ ਤੇ ਆਉਣ ਲੱਗੇ 2 ਹੀ ਸੀ, ਇੱਕ ਮੁੰਡੇ ਵਾਲੀ ਦੇ ਇੱਕ ਮਗਰ ਬਾਕੀ, ਕਿਉਂਕਿ ਸਾਰਿਆਂ ਨੂੰ ਕੰਮ ਕਰ ਰਿਹਾ, ਉਹ ਅਗਲੇ ਕਹਿੰਦੇ ਕਿ ਭਾਈ ਅਸੀਂ ਚਲੇ ਗਏ। ਹੁਣ ਸਮਰਾ ਸਾਹਿਬ ਇੱਥੇ ਇੱਕ ਹੋਰ ਜਿਹੜੀ ਚੀਜ਼ ਮੈਨੂੰ ਲੱਗਦਾ ਕਿ ਮਹੱਤਵਪੂਰਨ ਆ, ਪਿਛਲੇ ਸਮੇਂ ਦੇ ਵਿੱਚ ਜਦੋਂ ਬੀਬੀਆਂ ਨੇ ਗਾਉਣਾ ਜੀ, ਗਾਉਣ ਬਿਠਾਉਣਾ, ਮਾਈਆਂ ਲੱਗਣਾ ਜਾਂ ਰਾਤ ਨੂੰ ਵੀ ਗਾਉਣਾ, ਉਦੋਂ ਵੀ ਪਿੰਡ 'ਚ ਕੁਝ ਬੀਬੀਆਂ ਦੀ ਬੁੱਕਤ ਹੁੰਦੀ ਸੀ ਕਿ ਜਿਨ੍ਹਾਂ ਦੀ ਹੇਕ ਉੱਚੀ ਹੁੰਦੀ ਸੀ, ਜਿਨ੍ਹਾਂ ਨੂੰ ਸਾਰਾ ਪਤਾ ਹੁੰਦਾ ਸੀ। ਤੇ ਹੁਣ ਤਾਂ ਬੰਦਾ ਕਹਿੰਦਾ ਡੈਕ ਲਾ ਲਓ ਭਾਈ, ਜਾਂ ਫਿਰ ਹੁਣ ਇਹ ਵੀ ਹੋ ਗਿਆ ਕਿ ਪੈਕੇਜ ਦੇ ਦਿਓ ਕਿਸੇ ਨੂੰ। ਐਕਚੁਅਲੀ ਮੈਂ ਦੇਖਿਆ ਜੀ, ਉਹ ਜ਼ਮਾਨੇ ਮੈਂ ਖੁਦ ਦੇਖਿਆ, ਜਦੋਂ ਗਾਉਣ ਬਿਠਾਉਣ ਵਾਲੀ ਗੱਲ, ਉਹ ਇਕੱਲੀ ਗਾਉਣ ਦੀ ਨਹੀਂ ਸੀ ਜੀ, ਉਹ ਗੱਲ ਸੀ ਕੰਮ ਕਰਨ ਦੀ। ਮਟਰ ਕੱਢ ਲਓ, ਉਹ ਕਹਿੰਦੇ ਸੀ ਆਓ, ਕਿਉਂਕਿ ਵਿਆਹ ਦੇ ਵਿੱਚ ਜੋ ਸਮਾਨ ਯੂਜ਼ ਹੋਣਾ ਉਹ ਸਾਰਾ ਤਿਆਰ ਹੋਣਾ। ਆਟਾ ਛਾਣਿਆ ਜਾਣਾ, ਦਾਲਾਂ ਚੁਣੀਆਂ ਜਾਣੀਆਂ ਨੇ, ਕਣਕ ਧੋਤੀ ਜਾਣੀ ਆ, ਕੱਪੜੇ ਲੀੜੇ ਸਵਾਰੇ ਜਾਣੇ ਆ, ਉਹ ਸਾਰੇ ਕੰਮ ਕਰਦੇ ਸੀ। ਫੇਰ ਕੀ ਸੀ ਬਈ, ਜਿਹੜੀਆਂ ਤੋਂ ਨਹੀਂ ਕੰਮਕਾਰ ਹੁੰਦਾ, ਵਿਹਲੀਆਂ ਹੋ ਗਈਆਂ ਆਪਦਾ ਕੰਮ ਕਰਕੇ, ਉਹਨਾਂ ਨੇ ਗਾਉਣ ਬਹਿ ਜਾਣਾ, ਦੂਜੀਆਂ ਨੇ ਰਜਾਈਆਂ ਨਗੰਦਣੀਆਂ, ਚਾਦਰਾਂ ਚੂਦਰਾਂ ਉਹ ਕਰਨੀਆਂ, ਸਾਰਾ ਸੈਟਿੰਗ ਕਰਨੀ। ਉਹ ਸੈਟਿੰਗ ਦਾ ਮਤਲਬ ਸੀਗਾ ਗਾਉਣ ਦਾ, ਨਾ ਕਿ ਵੀ ਉੱਥੇ ਬਹਿ ਕੇ ਕੋਈ ਆਰਕੈਸਟਰਾ ਲਾਇਆ ਜਾਂ ਡੀਜੇ ਲਾ ਲਿਆ। ਹੁਣ ਜੋ ਤੁਸੀਂ ਕਿਰਾਏ ਤੇ ਲਿਆ ਕੇ ਕਲਾਕਾਰ ਆਪਾਂ ਲਾਉਨੇ ਆ ਜੀ, ਇਹਦਾ ਇੱਕ ਤਾਂ ਸਿੱਧਾ ਮਤਲਬ ਇਹ ਆ ਵੀ ਸਾਡੇ ਪਰਿਵਾਰ, ਸਾਡੇ ਖਾਨਦਾਨ ਦੇ ਵਿੱਚ ਕੋਈ ਇਸ ਗਾਉਣ ਵਾਲਾ ਬੰਦਾ ਹੈ, ਅਸੀਂ ਗਵਾਤਾ, ਅਸੀਂ ਉਹ ਗਵਾ ਚੁੱਕੇ ਹਾਂ, ਕਿਉਂਕਿ ਅਸੀਂ ਪ੍ਰਾਪਤ ਕਰਨਾ ਸੀ, ਨਹੀਂ ਕੀਤਾ, ਅਸੀਂ ਕੀਤਾ ਨਹੀਂ, ਕਿਉਂਕਿ ਪੀੜ੍ਹੀ ਦਰ ਪੀੜ੍ਹੀ ਚੱਲਿਆ ਆਉਂਦਾ ਸੀ ਜੀ। ਮਤਲਬ ਹੁਣੇ ਸਾਡੇ ਪਿੰਡ 104 ਸਾਲ ਦੀ ਹੋ ਕੇ ਕਮਾਈ ਚੜਾਈ ਕੀਤੀ ਆ ਜੀ, ਉਹਨੂੰ ਸਾਰੇ ਪਿੰਡੇ ਜਾਣੀ ਇਸ ਗੱਲ ਹੀ ਜਾਂਦਾ ਸੀ ਕਿ ਕਿਸੇ ਦੇ ਵਿਆਹ ਸੁਹਾਗ ਵੀ ਉਹਨੇ ਗਾਉਣੇ ਆ ਜੀ, ਘੋੜੀਆਂ ਵੀ ਉਹਨੇ ਗਾਉਣੀਆਂ ਜੀ, ਤੇ ਜੇ ਕੋਈ ਮਰਗ ਠਰਗ ਹੋ ਗਈ ਉੱਥੇ ਕੀਰਨਾ ਉਹੀ ਪਾਓ, ਕਿਉਂਕਿ ਉਹ ਪਿੰਡ ਦੀ ਲੋਕਲ ਆਰਟਿਸਟ ਸੀ ਤੇ ਉਹਦੀ ਬਹੁਤ ਬੁੱਕਤ ਸੀ ਕਿ ਜੇ ਉਹ ਨਾ ਗਈ ਤਾਂ ਫਿਰ ਕੰਮ ਨਹੀਂ ਪੂਰਾ ਸਿਰੇ ਨਹੀਂ ਚੜ੍ਹਨਾ। ਦੇਖੋ ਚਲੋ ਗੱਲ ਤਾਂ ਵਿਆਹ ਦੀ ਕਰਦੇ ਸੀ, ਤੁਸੀਂ ਬੈਂਡ ਤੇ ਕਈ ਵਾਰੀ ਨਾ ਜਦੋਂ ਮਕਾਨ ਜਾਂਦੀ ਹੁੰਦੀ ਸੀ ਨਾ ਅੱਗੇ ਜੀ, ਉਹਦੇ ਵਿੱਚ ਬਹੁਤ ਜ਼ਰੂਰ ਪਹਿਲਾਂ ਉਹਨੂੰ ਪੁੱਛਣਾ ਕਿ ਫਲਾਣੇ ਦਿਨ ਨੂੰ ਵੇਲ ਰੱਖਣਾ, ਅਵੇਲੇਬਲ ਹੈਗੇ, ਤੇ ਉਹਨੂੰ ਫਿਰ ਨਾਲ ਜਿਹੜਾ ਸਪੈਸ਼ਲ ਤੌਰ ਤੇ ਲੈ ਕੇ, ਉਹ ਤਾਂ ਹੁਣ ਵੀ ਕਰਦੇ ਆ। ਹੁਣ ਕਹਿੰਦੇ ਵਿਆਹ ਰੱਖਣ ਤੋਂ ਪਹਿਲਾਂ ਜਿਹੜਾ ਬਿਊਟੀਸ਼ੀਅਨ ਤੇ ਸਿੰਗਰ ਆ, ਡੀਜੇ ਵਾਲਾ ਜੀ, ਉਹਨੂੰ ਪੁੱਛਿਆ ਜਾਂਦਾ ਵੀ ਡੇਟ ਅਵੇਲੇਬਲ ਆ, ਉਹਦੇ ਹਿਸਾਬ ਨਾਲ ਅੱਗੇ ਪਿੱਛੇ ਕਰਨਾ, ਉਹਦੇ ਹਿਸਾਬ ਨਾਲ ਵਿਆਹ ਅੱਗੇ ਪਿੱਛੇ ਕਰਨਾ। ਨਹੀਂ, ਬਾਹਰਲਿਆਂ ਨੂੰ ਵੀ ਪੁੱਛੀਦਾ ਤੁਸੀਂ ਕਿੱਦਣ ਆਓਗੇ, ਕਿਉਂਕਿ ਥੋੜਾ ਬਹੁਤ ਭਾਰ ਤੁਸੀਂ ਵੀ ਚੱਕਦੇ ਹੀ ਹੋ। ਇਹਨਾਂ ਦਾ ਵੀ ਕਾਫੀ ਯੋਗਦਾਨ ਬਾਹਰ ਵਾਲਿਆਂ ਦਾ ਵੀ। ਸਮਰਾ ਸਾਹਿਬ ਹੁਣ ਅੱਗੇ ਨੂੰ ਜਾਣਾ, ਇੱਕ ਮੈਨੂੰ ਹੋਰ ਗੱਲ ਜਿਹੜੀ ਹੈ ਸੱਚੀ ਚੇਤੇ ਆਉਂਦੀ ਹੈ। ਆਮ ਤੌਰ ਦੇ ਉੱਤੇ ਅਖੰਡ ਪਾਠ ਸਾਹਿਬ ਦਾ ਭੋਗ ਹੁੰਦਾ ਸੀ ਨਾ 3 ਦਿਨ, ਹੁਣ ਉਹ ਪਤਾ ਨਹੀਂ, ਹੋ ਸਕਦਾ ਤੁਹਾਡੇ ਪਿੰਡਾਂ ਨਾਲ ਹੋਵੇ, ਪਰ ਮੈਨੂੰ ਚੰਗੇ ਤਰੀਕੇ ਚੇਤਾ ਕਿ ਸ਼ਾਮ ਵੇਲੇ ਸਪੀਕਰ 2 ਘੰਟੇ ਲਾਉਣਾ। ਹਾਂ ਬਿਲਕੁਲ। ਉਦੋਂ ਜਦੋਂ ਬੀਬੀਆਂ ਨੇ ਆਉਣਾ ਤਾਂ ਉਹਨਾਂ ਨੇ ਦੁੱਧ ਦੇ ਡੋਲੂ ਨਾਲ ਲੈ ਕੇ ਆਉਣੇ। ਬਿਲਕੁਲ ਜੀ, ਉੱਥੇ ਲੋੜ ਸੀਗੀ। ਤੇ ਉਹ ਦੁੱਧ ਵਾਲਾ ਡੋਲੂ, ਕਈ ਵਾਰੀ ਚੀਜ਼ ਮਨ ਦੇ ਵਿੱਚ ਆਉਂਦੀ ਆ ਕਿ ਉਹ ਦੁੱਧ ਵਾਲਾ ਡੋਲੂ, ਉੱਥੇ ਕਈ ਵਾਰੀ 15 ਡੋਲੂ ਵੀ ਇਕੱਠੇ ਹੋ ਜਾਣੇ, ਤੇ ਇੱਕ ਬੰਦੇ ਦੀ ਡਿਊਟੀ ਹੁੰਦੀ ਸੀ ਜਿਹੜਾ ਪ੍ਰਸ਼ਾਦੀਆ ਹੁੰਦਾ ਸਿੰਘ, ਕਿ ਤੂੰ ਪ੍ਰਸ਼ਾਦ ਵੀ ਦੇਣਾ ਸਾਰਿਆਂ ਨੂੰ। ਉਹਦੇ ਤੋਂ ਬਾਅਦ ਉਹ ਡੋਲੂ ਖਾਲੀ ਕਰਕੇ ਇੱਕ ਵੱਡਾ ਭਾਂਡਾ, ਬਾਲਟੀ ਜਾਂ ਕੁਝ ਹੋਰ ਰੱਖਿਆ ਹੁੰਦਾ ਸੀ, ਤੇ ਉਹਦੇ ਵਿੱਚ ਵੀ ਪ੍ਰਸ਼ਾਦ ਮੁੜ ਕੇ ਡੋਲੂ 'ਚ ਵੀ ਪਾਉਣਾ, ਖਾਲੀ ਨਹੀਂ ਚਾਹੀਦਾ, ਖਾਲੀ ਨਹੀਂ ਭਾਂਡਾ ਭੇਜਣਾ। ਤੇ ਮੈਂ ਉਸ ਲਈ ਸੋਚਦਾ ਹੁੰਦਾ ਸੀ ਕਿ ਉਹ ਬੀਬੀਆਂ ਦੇ ਕੋਲੇ ਕਿਹੜੀ ਕਮਾਲ ਦੀ ਬਿਰਤੀ ਸੀ ਕਿ 15 ਡੋਲੂਆਂ ਦੇ ਵਿੱਚੋਂ ਮੱਥਾ ਟੇਕ ਕੇ ਆਪਣਾ ਡੋਲੂ ਪਛਾਣ ਕੇ ਚੱਕ ਲੈਂਦੀਆਂ ਸੀ। ਕਈ ਵਾਰੀ ਤਾਂ ਡੋਲੂ ਸਾਰੇ ਇੱਕੋ ਜਿਹੇ ਹੁੰਦੇ ਸੀ। ਫਿਰ ਇਹ ਵੀ ਹੁੰਦਾ ਸੀ ਕਿ ਤੁਹਾਡੇ ਕੋਲ ਉਸ ਲਈ ਬਹੁਤਾ ਸਮਾਂ ਨਹੀਂ ਹੈ, ਆਲੇ ਦੁਆਲੇ ਸੰਗਤ ਵੀ ਬੈਠੀ ਹੈ, ਇੱਕ ਸੰਗ ਦਾ ਭੈ ਜਿਹਾ ਵੀ ਹੁੰਦਾ ਨਾ ਥੋੜਾ ਜਿਹਾ, ਪਰ ਫਿਰ ਵੀ ਉਹਨਾਂ ਨੇ ਆਪਣਾ ਹੀ ਡੋਲੂ ਚੱਕਣਾ। ਤੇ ਜੇ ਕਿਸੇ ਤੋਂ ਹੋਰ ਚੱਕਿਆ ਜਾਣਾ ਤੇ ਬਾਹਰੋਂ ਕਿਸੇ ਨਿਆਣੇ ਨੂੰ ਭੇਜਣਾ ਕਿ ਮੇਰੇ ਤੋਂ ਡੋਲੂ ਕਿਸੇ ਹੋਰ ਦਾ ਲਿਆ ਹੋ ਗਿਆ, ਇਹ ਤਾਂ ਥੋੜਾ ਜਿਹਾ ਵਿੰਗਾ ਹੋਇਆ ਆ, ਉੱਥੋਂ ਮੇਰਾ ਡੋਲੂ ਲੈ ਕੇ ਆ। ਯਾਰ ਡੋਲੂ ਤਾਂ ਵੱਡੀ ਗੱਲ ਆ, ਮਤਲਬ ਲਾਈਟ ਬੱਤੀ ਕਿੰਨੀ ਕੁ ਹੁੰਦੀ ਸੀ ਬਾਹਰ, ਜਿੱਥੇ ਜੁੱਤੀਆਂ ਲਾਈਆਂ ਹੁੰਦੀਆਂ ਸੀ ਉੱਥੇ ਬੇਸਿਕਲੀ ਹਨੇਰਾ ਹੀ ਹੁੰਦਾ ਸੀ ਹਨਾ, ਉੱਥੋਂ ਬਸ ਪੈਰ ਨਾਲ ਹੀ ਟੋਹ ਕੇ ਆਪਣੀ ਜੁੱਤੀ ਕਦੇ ਗਲਤ ਨਹੀਂ ਸੀ ਪਾਈ ਕਿਸੇ ਨੇ। ਹੁਣ ਤਾਂ ਚੰਗੇ ਭਲੇ ਦੇਖਦੇ ਦੁਖਦੇ ਵੀ ਮੁੜ ਕੇ ਆ ਕੇ ਦੇਖਦੇ ਆ ਵੀ ਆਹ ਯਾਰ ਕਿਹਦੀ ਪਾਇਆ ਮੈਂ। ਸਮਰਾ ਸਾਹਿਬ ਇੱਕ ਗੱਲ ਹੋਰ ਦੱਸਿਓ, ਮੈਨੂੰ ਚੇਤਾ, ਮੈਂ ਤਾਂ ਇੱਕ ਦੋ ਵਾਰੀ ਉਸ ਪ੍ਰਕਿਰਿਆ ਚੋਂ ਲੰਘਿਆ ਕਿ ਅੱਜ ਤਾਂ ਚਲੋ ਜਨਰੇਟਰ ਹੈਗੇ ਆ, ਇਨਵਰਟਰ ਹੈਗੇ ਆ, ਉਦੋਂ ਜਦੋਂ ਮੋਮਬੱਤੀਆਂ ਇੱਕ ਦੋ ਬਾਲ ਕੇ ਲਾਗੇ ਰੱਖੀਆਂ ਹੁੰਦੀਆਂ ਸੀ, ਤੇ ਜਦੋਂ ਅਚਾਨਕ ਬੱਤੀ ਚਲੇ ਜਾਣੀ, ਕਿਉਂਕਿ ਭਾਈ ਜੀ ਨੇ ਤਾਂ ਪਾਠ ਕਰਨਾ ਹੀ ਆ, ਉਦੋਂ 1-2 ਮੋਮਬੱਤੀਆਂ ਹੋਰ ਲਗਾ ਕੇ ਉਹਨਾਂ ਦੇ ਨੇੜੇ ਖੜਨਾ ਕਿ ਭਾਈ ਉਹਨਾਂ ਨੂੰ ਪਾਠ ਦਿਸੇ, ਪਾਠ ਕਰਨ ਦੀ ਦਿੱਕਤ ਨਾ ਆਵੇ ਨਾ। ਉਸ ਲਈ ਫਿਰ ਇੱਕ ਬੰਦੇ ਨੇ ਪੱਖੀ ਵੀ ਝੱਲਣੀ, ਕਈ ਕੁਛ ਜਾਣੀ ਹੁੰਦਾ ਸੀ। ਤੇ ਉਦੋਂ 5-4 ਬੰਦੇ
ਅਪਡੇਟ ਚਾਹੀਦੇ ਹੁੰਦੇ ਸੀ ਕਿ ਉੱਥੇ ਤੁਸੀਂ ਖੜੇ ਰਹਿਣਾ, ਬੰਦੇ ਅਵੇਲੇਬਲ ਵੀ ਸੀਗੇ ਜੀ। ਹੁਣ ਜੇ ਵਿਆਹ ਦੀ ਗੱਲ ਆਪਾਂ ਕਰ ਰਹੇ ਹਾਂ ਕਿ ਵਿਆਹ ਦਾ ਸਮਾਗਮ ਸ਼ੁਰੂ ਹੋ ਗਿਆ ਜੀ, ਆਟੇ ਪਾਣੀ ਪਾਉਣ ਤੋਂ ਲੈ ਕੇ ਜੀ, ਗਾਉਣ ਬਿਠਾਉਣ ਤੋਂ ਲੈ ਕੇ ਜੀ, ਕੜਾਹੀ ਚੜਾਉਣ ਤੋਂ ਲੈ ਕੇ ਜੀ, ਵੀ ਕੜਾਹੀ ਚੜ ਗਈ ਆ, ਉਹਦੇ ਤੇ ਪਿੰਡ ਦੇ ਸ਼ਰੀਕੇ ਦੇ ਜਿਹੜੇ 5-7 ਮੁੰਡੇ ਉਹ ਹਮੇਸ਼ਾ ਭੱਠੀ ਤੇ ਅਵੇਲੇਬਲ ਹੁੰਦੇ ਸੀਗੇ। ਉਹਨਾਂ ਨੇ ਮਤਲਬ ਕੋਲੇ ਭੰਨਣੇ ਆ ਤਾਂ ਵੀ ਕੋਈ ਚਾਚੇ ਤਾਏ ਦਾ ਮੁੰਡਾ ਕੋਲੇ ਭੰਨਣ ਲੱਗਿਆ ਹੋਇਆ। ਬਿਲਕੁਲ ਠੀਕ ਹੈ। ਜੇ ਕੋਈ ਗੁਰਦੁਆਰੇ ਤੋਂ ਸਮਾਨ ਘਟ ਗਿਆ ਵੀ ਕੜਛੀ ਲੈ ਕੇ ਆਉਣੀ ਹੈ, ਇੱਕ ਮੇਰੇ ਵਰਗਾ ਹੁੰਦਾ ਸੀ ਉਹਦਾ ਕੰਮ ਹੀ ਇਹ ਹੁੰਦਾ ਸੀ ਆਪੇ ਢੱਕਣ ਛੋਟਾ ਲੈ ਆਂਦਾ, ਪਤੀਲਾ ਵੱਡਾ ਆ ਗਿਆ, ਓਏ ਜਾ ਇਹਨੂੰ ਬਟਾ ਕੇ ਲੈ, ਤੈਨੂੰ ਦੀਦਾ ਨਹੀਂ ਉਹ, ਤੂੰ ਉਹੀ ਗੱਲਾਂ ਕਰੀ ਜਾਂਦਾ, ਧਿਆਨ ਕੰਮ 'ਚ ਰੱਖਿਆ ਕਰ, ਹੁਣ ਚਾਬੀ ਕਿੱਥੇ ਰੱਖ ਲਈ ਆ। ਤੇ ਉਸ ਭੱਠੀ ਦਾ ਫਿਰ ਇੱਕ ਮੈਨੇਜਰ ਹੁੰਦਾ ਸੀ ਜੀ, ਉਹਦਾ ਕੰਮ ਸੀਗਾ ਵੀ ਕਿਹਨੂੰ ਕਿੱਥੇ ਲਾਉਣਾ, ਕਿੱਥੇ ਲਾਉਣਾ। ਉਹਨੂੰ ਪਤਾ ਸੀ ਕਿ ਆਹ ਬੰਦਾ ਲੱਡੂ ਵਧੀਆ ਵੱਟਦਾ ਤੇ ਆਹ ਬੰਦਾ ਜਿਹੜਾ ਤਾਂ ਲੱਡੂ ਦੋਵਾਂ ਦਾ ਮਟੀਰੀਅਲ ਇੱਕ 'ਚ ਪਾ ਦਿੰਦਾ ਹਨਾ। ਉਹਨੇ ਫਿਰ ਦੇਖ ਕੇ ਉਵੇਂ ਸੈਟਿੰਗ ਕਰਨੀ ਹੁੰਦੀ ਸੀ ਕੰਮ ਦੀ। ਤੇ ਉਹ ਜਦੋਂ ਕੰਮ ਅਸੀਂ ਸਾਰੇ ਚਾਅ ਮਲਾਰ ਨਾਲ ਕਰਦੇ ਸੀ ਜੀ, ਜੀ, ਤਾਂ ਉਹ ਵੱਟੇ ਲੱਡੂਆਂ ਦੇ ਵਿੱਚ ਵੀ ਇੱਕ ਪਿਆਰ ਦਾ ਰਸ ਜਿਹੜਾ ਸੀ ਜੀ ਉਹ ਬਣ ਜਾਂਦਾ ਸੀ। ਜੇ ਦੇਖੀਏ ਜੀ ਵਿਆਹ ਦੀ ਪ੍ਰਕਿਰਿਆ ਤਾਂ ਜਦੋਂ ਦਾ ਮਨੁੱਖ ਇਸ ਕੁਦਰਤ ਦੇ ਵਿੱਚ ਆਇਆ ਜੀ ਉਦੋਂ ਤੋਂ ਸ਼ੁਰੂ ਹੋਈ ਆ। ਵਿਆਹ ਉਦੋਂ ਤੋਂ ਸ਼ੁਰੂ ਹੋਏ ਨੇ। ਜੇ ਅਸੀਂ ਆਪਣੇ ਇਤਿਹਾਸ 'ਚ ਦੇਖੀਏ ਸਾਡੇ ਗੁਰੂ ਸਾਹਿਬਾਨ ਦੇ ਵੀ ਵਿਆਹ ਹੋਏ ਨੇ। ਗੁਰੂ ਨਾਨਕ ਪਾਤਸ਼ਾਹ ਦਾ ਵਿਆਹ ਬਟਾਲੇ ਥੋੜੇ ਵੱਡਾ ਸਮਾਗਮ ਹੁੰਦਾ, ਵੱਡਾ ਸਮਾਗਮ ਹੁੰਦਾ। ਤੇ ਸਾਦਗੀ ਦੀ ਮਿਸਾਲ ਆ, ਮੈਂ ਇਤਿਹਾਸ ਪੜ੍ਹਦਾ ਸੀ ਕਿ ਇੰਨਾ ਸਿੰਪਲ ਵਿਆਹ ਸੀ। ਉਹ ਕਹਿੰਦੇ ਤੂੰ ਪਟਵਾਰੀ ਦਾ ਮੁੰਡਾ, ਪਟਵਾਰੀ ਵੱਡਾ ਉਹਦਾ ਸੀ, ਉਹ ਪਟਵਾਰੀ ਤੱਕ ਹੀ ਦੌੜ ਹੁੰਦੀ ਸੀ। ਹਾਂ, ਉਹ ਕਹਿੰਦੇ ਪਟਵਾਰੀ ਦਾ ਮੁੰਡਾ ਇੰਨੀ ਦੇਸੀ ਜਿਹੀ ਬਰਾਤ ਲੈ ਕੇ ਆਇਆ, ਜਿਹੜਾ ਕੰਧ ਕੋਲੇ ਗੁਰੂ ਸਾਹਿਬ ਨੂੰ ਬਿਠਾਇਆ ਸੀ, ਉਹਦੇ ਪਿੱਛੇ ਵੀ ਇਹੀ ਕਾਰਨ ਸੀ। ਕਈ ਗੱਲਾਂ ਮੈਂ ਇਤਿਹਾਸ ਦੀਆਂ ਤਾਂ ਮੇਲ ਕੇ ਕਹਿੰਦਾ ਕਿਉਂਕਿ ਮੇਰਾ ਜੋਨਲ ਥੋੜਾ ਜਿਹਾ ਉਧਰਲੇ ਪਾਸੇ ਹਿਸਟਰੀ ਵਾਲੇ ਪਾਸੇ ਦਾ। ਫਿਰ ਮੈਂ ਮਾਓ ਸਾਹਿਬ ਦਾ ਦੇਖਿਆ ਜੀ, ਮਾਓ ਸਾਹਿਬ ਦਾ ਇਤਿਹਾਸ ਪੜ੍ਹੋ, ਗੁਰੂ ਅਰਜਨ ਦੇਵ ਜੀ ਦਾ ਵਿਆਹ ਜੀ। ਉਹ ਕਹਿੰਦੇ ਇੰਨੇ ਸਿੰਪਲ ਜਿਹੜੇ ਪਿਆਰੇ ਗੁਰਸਿੱਖ ਸੀ ਉਹਨਾਂ ਨੂੰ ਲੈ ਕੇ ਗੁਰੂ ਸਾਹਿਬ ਆ ਗਏ ਜੀ। ਤਾਂ ਉੱਥੇ ਫਿਰ ਕੁੜੀਆਂ ਨੇ ਕਿਹਾ ਕਿ ਛੰਦ ਸੁਣਾਓ ਸਾਨੂੰ। ਗੁਰੂ ਸਾਹਿਬ ਨੂੰ ਕਿਹਾ ਕਿ ਸਾਨੂੰ ਛੰਦ ਸੁਣਾਓ ਜੀ। ਹੁਣ ਵੀ ਆਪਾਂ ਉਹਦੀ ਵੀ ਗੱਲ ਕਰਾਂਗੇ ਛੰਦਾਂ ਦੀ ਵੀ। ਤਾਂ ਗੁਰੂ ਸਾਹਿਬ ਨੇ ਕਿਹਾ ਠੀਕ ਆ, ਗੁਰਬਾਣੀ ਦੇ ਵਿੱਚ 9ਵੇਂ ਮਹੱਲਾ 5ਵਾਂ 23 ਛੰਦ ਨੇ ਜੀ ਗੁਰੂ ਅਰਜਨ ਦੇਵ ਜੀ ਦੇ, ਉਹ ਪੜ੍ਹੋ। ਹੁਣ ਮੈਨੂੰ ਪਤਾ ਨਹੀਂ ਨਾਟ ਐਗਜ਼ੈਕਟਲੀ ਸ਼ੋਰ ਕਿ ਉਹਦੇ ਵਿੱਚ ਇੱਕ ਹਰਹਾਂ ਨਾਂ ਦਾ ਕਰੈਕਟਰ ਆਉਂਦਾ ਜੀ। ਹੁਣ ਨਵੇਂ ਕਥਾਵਾਚਕ ਉਹਨੂੰ ਸਹੇਲੀ ਉਹ ਲਿਖਦੇ ਆ ਜੀ, ਪਰ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਵਿਦਵਾਨ ਸੀ ਉਹ ਕਹਿੰਦੇ ਸੀ ਕਿ ਮਾਤਾ ਗੰਗਾ ਜੀ ਦੀ ਛੋਟੀ ਭੈਣ ਸੀ ਹਰਹਾਂ ਜੀ। ਉਹਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਨੇ ਇਹ ਛੰਦ ਆ ਜਿਹੜੇ ਲਿਖੇ ਆ, 23 ਛੰਦ ਨੇ, ਪੜ੍ਹਨ ਯੋਗ ਗੁਰਬਾਣੀ ਆ ਜੀ ਉਹ। ਸੋ ਸਾਦਗੀ ਦੀ ਮਿਸਾਲ ਰਹੇ ਨੇ ਸਾਡੇ ਵਿਆਹ। ਬਿਲਕੁਲ ਠੀਕ ਹੈ। ਪਰ ਹੁਣ ਅੱਜ ਅਸੀਂ ਫੁਕਰਪਣੇ ਦੇ ਵਿੱਚ ਲੱਖਾਂ ਕਰੋੜਾਂ ਦੇ ਖਰਚੇ ਕਰਕੇ ਜਦੋਂ ਵਿਆਹ ਦਾ ਕੀ ਕਹਿੰਦੇ ਹੁੰਦੇ ਉਹਨੂੰ ਹਨੀਮੂਨ ਪੀਰੀਅਡ ਓਵਰ ਹੁੰਦਾ, ਬਾਅਦ ਚ ਬੰਦਾ ਦੇਖਦਾ ਆ ਕੀ ਹੋ ਗਿਆ, ਸਾਰਾ ਟੱਬਰ ਕਰਜ਼ੇ ਥੱਲੇ ਆ ਗਿਆ, ਅਜੇ 3 ਮੁੰਡੇ ਹੋਰ ਵਿਆਹਣ ਵਾਲੇ ਆ, ਉਹਨਾਂ ਦਾ ਕੀ ਬਣੇਗਾ ਹਨਾ। ਸਮਰਾ ਸਾਹਿਬ ਅੱਧਿਓਂ ਵੱਧ ਪ੍ਰੋਗਰਾਮ ਨਿਬੜ ਗਿਆ, ਪਰ ਵਿਆਹ ਦਾ ਜੇ ਬਹੁਤ ਸਾਰਾ ਹਿੱਸਾ ਰਹਿੰਦਾ, ਵਿਆਹ ਤਾਂ ਮੈਨੂੰ ਲੱਗਦਾ ਕਈ ਪ੍ਰੋਗਰਾਮ ਤੱਕ ਜਾਊ। ਹੁਣ ਸਮਰਾ ਸਾਹਿਬ ਦੇਖੋ ਇੱਥੇ ਨਾ ਮੈਂ ਦਰਸ਼ਕਾਂ ਨੂੰ ਇਹ ਬੇਨਤੀ ਜ਼ਰੂਰ ਕਰਦੇ ਹਾਂ ਕਿ ਭਾਈ ਤੁਸੀਂ ਪੈਸੇ ਮਿਹਨਤ ਨਾਲ ਕਮਾਉਂਦੇ ਹੋ, ਵੱਡੇ ਵਿਆਹ ਕਰਦੇ ਹੋ, ਆਪਾਂ ਇਤਰਾਜ਼ ਨਹੀਂ ਕਰਦੇ। ਆਪਾਂ ਤਾਂ ਇਹ ਕਹਿੰਦੇ ਕਿ ਜੇ ਤੁਸੀਂ ਪੈਸੇ ਵੀ ਖਰਚਦੇ ਹੋ ਕਿ ਪਰ ਵਿਆਹ ਦਾ ਉਹ ਤੰਤੂ ਬਚਾ ਕੇ ਆਪਾਂ ਰੱਖਣਾ, ਇੱਕ ਮਿਲਵਰਤਨ ਵਾਲਾ। ਸਮਰਾ ਸਾਹਿਬ ਮੈਂ ਹੁਣ ਚੇਤੇ ਕਰਦਾ ਸੀ ਕਿ ਅੱਜ ਸਾਰਾ ਜ਼ੋਰ ਕਿਹੜੀ ਗੱਲ ਦੇ ਉੱਤੇ ਲੱਗਿਆ ਹੁੰਦਾ ਕਿ ਭਾਈ ਕੱਪੜੇ ਸਵਾ ਲਏ ਆ, ਵਿਆਹ ਤੇ ਕੱਪੜੇ ਸਭ ਤੋਂ ਵਧੀਆ ਹੋਣ, ਮੇਰੇ ਚੰਗੇ ਤਰੀਕੇ ਵਾਲੇ ਹੋਣ, ਹਰ ਇੱਕ ਬੰਦਾ ਸੋਹਣਾ ਸੁਨੱਖਾ ਲੱਗਣਾ ਚਾਹੁੰਦਾ, ਕੋਈ ਇਤਰਾਜ਼ ਹੀ ਨਹੀਂ ਭਾਈ ਲੱਗੋ। ਪਰ ਜਦੋਂ ਉਦੋਂ ਅਖੰਡ ਪਾਠ ਹੁੰਦਾ ਸੀ ਜਾਂ ਉਹਦੇ ਤੋਂ ਅੱਗੇ ਪਿੱਛੇ ਕੰਮ ਹੁੰਦੇ ਸੀ, ਕੋਈ ਇਦਾਂ ਥੋੜ੍ਹੀ ਦੇਖਦਾ ਸੀ ਤੇਰੇ ਝੱਗੇ ਦੇ ਉੱਤੇ ਦਾਗ ਲੱਗਾ ਆ। ਉਹ ਤਾਂ ਕੋਲ ਬਹਿ ਕੇ ਕਿਸੇ ਨੇ ਕਹਿਣਾ ਕਿ ਮੈਂ ਖੱਟਾ ਜਿਹੜਾ ਉਹ ਥਾਲ ਦੇ ਵਿੱਚ ਪਾ ਕੇ ਚਮਚੇ ਨਾਲ ਖਾਣਾ, ਕਿਸੇ ਨੇ ਕਹਿਣਾ ਮੈਨੂੰ ਤਾਂ ਗਲਾਸ 'ਚ ਹੀ ਪਾ ਜਾ। ਬਿਲਕੁਲ ਉਹ ਜਿਹੜਾ ਉਸਲੇ ਹੁੰਦਾ ਸੀ, ਇੱਕ ਦੂਜੇ ਨੂੰ ਮਾੜੀਆਂ ਮੋਟੀਆਂ ਟਿਚਰਾਂ ਕਰੀ ਜਾਣੀਆਂ ਤੇ ਮਾੜੀ ਮੋਟੀ ਚੁੰਡੀ ਵੱਢੀ ਜਾਣੀ, ਉਹ 4 ਖਾ ਲਈਆਂ, ਹੁਣ 5ਵੀਂ ਵੀ ਖਾਣੀਆਂ, ਇਹਨੂੰ 2 ਹੋਰ ਰੱਖ ਕੇ ਜਾ, ਇਹ ਅੱਜ ਹੀ ਰੱਜ ਲਵੇ। ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਸੀ ਨਾ, ਉਹ ਤੁਹਾਨੂੰ ਕਈ ਮਹੀਨਿਆਂ ਤੱਕ ਖੁਸ਼ੀ ਦਿੰਦੀਆਂ ਸੀ। ਪਲੱਸ ਇਹ ਸੀ ਸਾਡੇ 'ਚ, ਤੁਸੀਂ ਇਹ ਮੈਂ ਇਵੇਂ ਸੋਚਦਾ ਇਹਨੂੰ ਕਿ ਬਰਾਤਾਂ ਜੇ ਬਹੁਤ ਪੁਰਾਣੇ ਸਮੇਂ ਦੀ ਗੱਲ ਕਰੀਏ ਜੀ, ਮੈਂ ਨਹੀਂ ਖੁਦ ਵੇਖੀਆਂ ਪਰ ਮੈਂ ਸੁਣਿਆ ਕਿ ਬਰਾਤ ਟਾਈਮ ਦੇ ਹਿਸਾਬ ਨਾਲ ਦਿਨ ਨੂੰ ਚੱਲਦੀ ਸੀ ਘਰੋਂ ਜੀ। ਉਹ ਦੇਖਦੇ ਸੀ 20 ਕਿਲੋਮੀਟਰ ਜਾਣਾ ਤਾਂ ਆਪਾਂ ਨੂੰ 3 ਘੰਟੇ ਲੱਗਣੇ ਆ ਰਥਾਂ ਗੱਡੀਆਂ ਤੇ ਜੇ ਦੂਰ ਜਾਣਾ ਉਸ ਹਿਸਾਬ ਨਾਲ ਤੁਰਨਾ, ਸ਼ਾਮ ਨੂੰ ਬਰਾਤ ਉੱਥੇ ਪਹੁੰਚਦੀ ਸੀਗੀ ਜੀ। ਹੁਣ ਸ਼ਾਮ ਨੂੰ ਅੱਜ ਦੇ ਹਿਸਾਬ ਨਾਲ ਤੁਸੀਂ 150 ਬੰਦੇ ਨੂੰ ਕਿਤੇ ਰਾਤ ਨੂੰ ਲੈ ਜਾਓ ਤੇ ਉਹਨਾਂ ਨੂੰ 2-3 ਦਿਨ ਰੱਖਣਾ ਹੋਵੇ, ਉੱਥੇ ਕੀ ਹੋਊਗਾ? ਨਹੀਂ, ਮੁਸ਼ਕਲ ਹੋ ਜੂਗੀ। ਉਹ ਲੋਕ ਸਿਆਣੇ ਸੀ ਜੀ, ਉਹ ਇਸ ਗੱਲ ਦਾ ਸਤਿਕਾਰ ਕਰਦੇ ਸੀ। ਪਰ ਨਾਲ ਦੀ ਨਾਲ ਜੇ ਫਜ਼ੂਲ ਖਰਚੇ ਦੀ ਗੱਲ ਕਰੀਏ, ਸਾਡੇ ਪਿੰਡ ਦੀ ਇੱਕ ਐਗਜ਼ਾਮਪਲ ਹੈ ਜੀ। ਸੇਠ ਸੀਗੇ ਸਾਡੇ ਪਿੰਡ ਦੇ ਕਾਫੀ ਵੱਡੇ, ਉਹਨਾਂ ਦੀ ਕੁੜੀ ਦਾ ਵਿਆਹ ਸੀ ਤਾਂ ਉਹਨਾਂ ਨੇ ਉਹ ਜਦੋਂ ਦੇਖਾ ਦਿਖਾਈ ਹੋਈ, ਲਾਗੇ ਆ ਗਿਆ, ਰਿਸ਼ਤਾ ਪੱਕਾ ਹੋ ਗਿਆ, ਉਹ ਆਏ ਜੀ ਅੱਛਾ ਦੱਸੋ ਵੀ ਬਰਾਤ ਕਿੰਨੀ ਲੈ ਕੇ ਆਈ ਜੀ। ਉਹ ਦੁਕਾਨ ਤੇ ਬੈਠਾ ਸੀ ਸੇਠ, ਉਹਨੇ ਬੋਰੀ ਚੋਂ ਸਰੋਂ ਦੀ ਮੁੱਠ ਭਰੀ ਜੀ, ਕਹਿੰਦਾ ਬਈ ਆਹ ਕਰ ਬੱਲਾ,
ਉਹ 'ਚ ਪਾਤੀ, ਕਹਿੰਦਾ ਇੰਨੀ ਕੁ ਲੈ ਆਇਆ। ਅੱਛਾ। ਉਹ ਕਹਿੰਦੇ ਠੀਕ ਆ। ਉਹ ਗਾਂ ਹਲੇ ਕਹਿੰਦੇ ਕੋਈ ਨਹੀਂ ਲਾਲਾ ਜੀ ਦਿੰਨੇ ਆ ਮੱਤ ਤੁਹਾਨੂੰ ਹੁਣ ਫਿਰ ਜੀ। ਉਹਨਾਂ ਨੇ ਇਲਾਕੇ 'ਚ ਮਤਲਬ ਖੁੱਲਾ ਸੱਦਾ ਦੇਤਾ ਵੀ ਆ ਜਾਓ ਜਾਣਾ ਬਈ ਬਰਾਤੇ, ਜੋ ਜਾਣਦਾ, ਜੋ ਦੁਕਾਨ ਤੇ ਆੜਤ ਦੀ ਦੁਕਾਨ ਸੀ, ਆਉਂਦਾ ਜਾਂਦਾ ਸਭ ਨੂੰ ਸੱਦਾ, ਪਹੁੰਚ ਜਾਓ। ਚਲੋ ਬਰਾਤ ਆ ਗਈ ਜੀ। 7 ਤੋਂ 3 ਕੁ ਪਿੰਡ ਦੂਰ ਤੱਕ ਮਤਲਬ ਉਹ ਰਥਾਂ ਦੀ ਗੱਡਿਆਂ ਦੀ ਲਾਈਨ ਲੱਗੀ ਸੀ। ਜਦੋਂ ਆਥਣ ਨੂੰ ਕਿਸੇ ਨੇ ਆ ਕੇ ਦੱਸਿਆ ਜਿਹੜੀ ਬਰਾਤ ਆਈ ਆ, ਪਿਛਲਾ ਗੱਡਾ ਤਾਂ ਅਜੇ ਕੁੱਪ ਦੇ ਟੁੱਟੇ ਤੇ ਆ। ਮਤਲਬ ਬਿਪਤਾ ਪੂਰੇ ਪਿੰਡ ਨੂੰ ਖੜੀ ਹੋ ਗਈ, ਕਿਉਂਕਿ ਸਾਰਾ ਪਿੰਡ ਵਿਆਹ 'ਚ ਇਨਵੋਲਵ ਸੀ। ਪਰ ਸੇਠ ਪੈਸੇ ਵਾਲਾ ਸੀ, ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਕਰਾਂਗਾ। ਚਲੋ ਜੀ, ਉਹਨੇ ਵਿਆਹ ਕੀਤਾ, 3 ਦਿਨ ਬਰਾਤ ਰੱਖੀ, ਫੇਰੇ ਹੋਏ। ਹੁਣ ਤੁਸੀਂ ਲਾਓ ਹਿਸਾਬ ਵੀ ਜੇ 200 ਗੱਡਾ ਆ ਗਿਆ ਜੀ ਤਾਂ 400 ਬਲਦ ਪੱਠੇ ਪਾਉਣੇ ਆ। ਪੱਠੇ ਫਿਰ ਸਾਰੇ ਪਿੰਡ ਦੀ ਵਿਪਤਾ ਹੋ ਗਈ। ਫਿਰ ਇਹ ਐਲਾਨੀਆਂ ਕਿਹਾ ਗਿਆ ਕਿ ਜਿਹੜੀ ਮਰਜ਼ੀ ਫਸਲ ਵੱਢ ਕੇ ਜਿਹਦੇ ਮਰਜ਼ੀ ਖੇਤ 'ਚੋਂ ਪਾ ਲਓ ਜੀ। ਪਿੰਡ ਦੀ ਇੱਜ਼ਤ ਦਾ ਸਵਾਲ ਆ ਵੀ ਹੁਣ ਕੋਈ ਬਲਦ ਭੁੱਖਾ ਨਹੀਂ ਜਾਣਾ ਚਾਹੀਦਾ, ਬਲਦ ਨਹੀਂ ਭੁੱਖਾ ਜਾਣਾ ਚਾਹੀਦਾ। ਉਹ ਸੇਠ ਨੇ ਵਿਆਹ ਕਰਤਾ ਜੀ। ਪਰ ਅੱਜ ਤੱਕ ਬੈਂਕਰਪਸੀ ਹੋ ਗਈ, ਉਹਦੀ ਬਾਅਦ ਦੇ ਵਿੱਚ ਦੀਵਾਲੀਆ ਨਿਕਲ ਗਿਆ ਜੀ। ਅੱਜ ਤੱਕ ਮੁੜ ਕੇ ਪਰਿਵਾਰ ਪੈਰਾਂ ਤੇ ਨਹੀਂ ਆ ਸਕਿਆ। ਸੋ ਅਸੀਂ ਵੀ ਵਿਆਹ ਕਰਦੇ ਸਮੇਂ ਸੋਚੀਏ ਕਿ ਸਾਡੀ ਔਕਾਤ ਦੇ ਵਿੱਚ ਰਹਿ ਕੇ 2-3 ਦਿਨਾਂ ਦੀ ਫੁਕਰਪਣਾ ਹੁੰਦਾ, 2-3 ਦਿਨਾਂ ਦਾ ਦਿਖਾਵਾ ਹੁੰਦਾ। ਦਿਖਾਵੇ 'ਚ ਕੀਤੇ ਕੰਮਾਂ ਦਾ ਹਮੇਸ਼ਾ ਪਛਤਾਵਾ ਹੁੰਦਾ। ਇਹ ਗੱਲ ਯਾਦ ਰੱਖੋ ਕਿ ਦਿਖਾਵੇ 'ਚ ਕੀਤੇ ਕੰਮਾਂ ਦਾ ਹਮੇਸ਼ਾ ਪਛਤਾਵਾ ਹੁੰਦਾ। ਕੋਈ ਟੌਰ ਨਹੀਂ ਕਰਦੇ ਜੀ। ਅੱਜ ਤੋਂ ਪਹਿਲਾਂ ਜਿੰਨੇ ਵਿਆਹ ਦੇਖਿਆ ਤੁਹਾਨੂੰ ਯਾਦ ਆ ਕਿੱਥੇ ਕੀ ਖਾਦਾ ਸੀ, ਕੀ ਸੀਗਾ? ਬਾਅਦ 'ਚ ਦਵਾਈ ਲਈ ਤਾਂ ਚੇਤਾ ਹੀ ਆਉਂਦਾ। ਬਿਲਕੁਲ ਸਹੀ ਆ ਸਮਰਾ ਸਾਹਿਬ। ਹੁਣ ਇੱਕ ਗੱਲ ਇੱਥੇ ਹੋਰ, ਵਿਆਹ ਦੇ 2-3 ਅੰਗ ਜਿਹੜੇ ਨਾ ਆਪਾਂ ਹੁਣ ਪਰੇ ਉਰੇ ਕਰਤੇ ਆ। ਰੁੱਸੇ ਰਿਸ਼ਤੇਦਾਰ ਨੂੰ ਮਨਾ ਕੇ ਲਿਆਉਣਾ, ਤਾਂ ਜਿਹਨੂੰ ਮਨਾ ਕੇ ਲਿਆਂਦਾ ਫਿਰ ਉਹਦੀ ਆਓ ਭਗਤ ਦਾ ਵੀ ਖਿਆਲ ਰੱਖਣਾ, ਕਿਉਂਕਿ ਜਿਹੜਾ ਪਹਿਲਾਂ ਗੁੱਸੇ ਹੋ ਗਿਆ ਦੁਬਾਰਾ ਵੀ ਹੋ ਸਕਦਾ। ਬਿਲਕੁਲ ਹੋ ਸਕਦਾ। ਤੇ ਸਭ ਤੋਂ ਵੱਡੀ ਗੱਲ, ਜਿਹਨੂੰ ਚੇਤਾ ਕਿ ਭਾਈ ਅੱਜ ਤਾਂ ਹੁੰਦਾ ਨਾ ਕਿ ਬਹੁਤ ਸਾਰਿਆਂ ਨੂੰ ਵੀ ਵੱਖਰਾ ਕਮਰਾ ਚਾਹੀਦਾ, ਭਈ ਆਉਣਾ ਹੈਗਾ ਆ, ਉਹ ਫਿਰ ਵੱਖਰਾ ਹੀ ਕਮਰਾ ਹੋਏਗਾ, ਵਧੀਆ ਪ੍ਰਾਈਵੇਸੀ ਵੀ ਤਿਆਰ ਹੋ ਕੇ ਆਉਣਾ ਹੁੰਦਾ। ਉਦੋਂ ਤਾਂ ਹੁੰਦਾ ਹੈ ਕਿ ਵਿਹੜੇ ਦੇ ਵਿੱਚ ਇੱਕ ਜੇ ਸਿਆਲ ਆ ਤਾਂ ਕਮਰੇ ਦੇ ਵਿੱਚ ਦਰੀ ਵਿਛਾਤੀ ਆ, ਬਿਸਤਰੇ ਉੱਥੇ ਇੱਕ ਪਾਸੇ, ਆਪਣੀ ਤਲਾਈ ਚੱਕ ਲਓ, ਜੇ ਤਲਾਈ ਨਹੀਂ ਮਿਲੀ ਚਾਦਰ ਚੱਕ ਕੇ ਤਾਂ ਸਰਾਣਾ ਇੱਕ ਦੂਜੇ ਦੇ ਥੱਲੇ ਉਹ ਵੀ ਖਿੱਚ ਕੇ ਲੈ ਜਾਣੀਆਂ। ਉਹ ਵੀ ਝੇਡਾਂ ਹੀ ਹੁੰਦੀਆਂ ਸੀ। ਉਹ ਵੀ ਆਪਣੇ ਆਪ ਦੇ ਵਿੱਚ ਵਿਆਹ ਦੀ ਇੱਕ ਕਿਹੜੀ ਵੱਡੀ ਪ੍ਰਕਿਰਿਆ ਸੀ, ਐਂਟਰਟੇਨਮੈਂਟ ਸੀ। ਜਦੋਂ ਹੁਣ ਸਾਰੇ ਰਿਸ਼ਤੇਦਾਰ ਜਿਹੜੇ ਆ ਇੱਕ ਥਾਂ ਦੇ ਉੱਤੇ ਇੱਕੋ ਹੀ ਕਮਰੇ ਦੇ ਵਿੱਚ ਉੱਥੇ ਪਏ ਆ, ਤੇ ਕਿੱਦਾਂ ਦੀਆਂ 1-2 ਵਜੇ ਤੱਕ ਗੱਲਾਂ ਹੀ ਹੋਈ ਜਾਣੀਆਂ ਅਗਲੀਆਂ ਪਿਛਲੀਆਂ। ਹੁਣ ਜੇ ਤੁਸੀਂ 11 ਵਜੇ ਵੀ ਕਮਰੇ ਨੂੰ ਅੰਦਰੋਂ ਕੁੰਡੀ ਲਾ ਕੇ ਉੱਥੇ ਪੈ ਗਏ, ਉਹ ਤਾਂ ਤੁਸੀਂ ਰੋਜ਼ ਵੀ ਪਰਿਵਾਰ ਦੇ ਵਿੱਚ ਹੀ ਹੁੰਦੇ ਹੋ। ਉਹ ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ ਆਪਾਂ ਸੱਜੇ ਖੱਬੇ ਕਰ ਗਏ। ਹਾਲਾਂਕਿ ਬਦਲਦੇ ਸਮੇਂ ਦੇ ਮੁਤਾਬਕ ਹੁਣ ਗੀਜ਼ਰ ਵੀ ਚਾਹੀਦਾ, ਗਰਮ ਪਾਣੀ ਵੀ ਚਾਹੀਦਾ। ਆਪਾਂ ਇਹ ਨਹੀਂ ਕਹਿੰਦੇ ਕਿ ਭਾਈ ਆਪਾਂ ਉਦਾਂ ਹੀ ਰਹੀਏ, ਪਰ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦੇ ਵਿੱਚ ਵੱਧ ਰਸ ਸੀਗਾ, ਉਹਨਾਂ ਚੀਜ਼ਾਂ ਦੇ ਵਿੱਚ ਵੱਧ ਆਪਣਤ ਸੀ। ਪੂਣੀ ਕਰਾਉਣੀ ਸਾਰਿਆਂ ਨੇ, ਇੱਕ ਅੱਧੇ ਬੰਦੇ ਦੀ ਡਿਊਟੀ ਤੇ ਪੂਣੀ ਤੇ ਹੁੰਦੀ, ਉਹ ਮੇਰੀ ਵੀ ਕਰਾ ਦੀ ਪੂਣੀ ਭਾਈ। ਹੁਣ ਸ਼ੀਸ਼ਾ 1 ਜਾਂ 2 ਹੀ ਹੋਣੇ, ਆਪਣਾ। ਫਿਰ ਇਹ ਵੀ ਹੁੰਦਾ ਸੀ, ਮੈਨੂੰ ਤਾਂ ਚੇਤਾ ਕਿ ਕਈ ਵਾਰੀ ਬਾਥਰੂਮ ਦੇ ਮੂਹਰੇ ਵੀ ਖੜ ਜਾਣਾ ਕਿ ਭਾਈ ਉਹ ਨਿਕਲੂਗਾ ਤਾਂ ਮੈਂ ਹੁਣ ਉਹ ਤੋਂ ਪਹਿਲਾਂ ਬਣਨਾ। ਅਸਲ 'ਚ ਵਿਆਹ ਦੇ ਵਿੱਚ ਜੀ ਦੇਖੋ ਸਭ ਤੋਂ ਵੱਧ ਟੌਰ ਹੁੰਦੀ ਸੀ ਜੀਜੇ ਦੀ ਜੀ। ਜਿਹੜਾ ਵਿਆਹ ਵਾਲੇ ਮੁੰਡੇ ਦੀ ਵੱਡੀ ਭੈਣ ਦਾ ਘਰ ਵਾਲਾ। ਬਿਲਕੁਲ ਠੀਕ ਹੈ। ਵਿਆਹ ਵੀ ਇਦਾਂ ਹੀ ਹੁੰਦੇ ਸੀ, ਵੱਡੇ ਦਾ ਪਹਿਲਾਂ ਫਿਰ ਛੋਟੇ ਦਾ, ਹਨਾ ਇਦਾਂ ਹੀ ਕਰਦੇ ਸੀਗੇ ਲੋਕ। ਸੋ ਉਹਦੇ ਫੁੱਲ ਜਿਹੜਾ ਹੀ ਉਹਨੂੰ ਜੀਜਾ ਜੀ ਹੁੰਦੀ ਸੀ, ਹਰ ਪਾਸੇ ਜੀਜਾ ਜੀ ਆ ਗਏ, ਜੀਜਾ ਜੀ ਬਹਿ ਗਏ ਜੀ। ਤੇ ਉਹ ਤੋਂ 2 ਨੰਬਰ ਤੇ ਫੁੱਫੜ ਹੁੰਦਾ ਜੀ। ਤੇ ਫੁੱਫੜ ਨੂੰ ਇਹ ਸੀਗਾ ਕਿ ਜਦੋਂ ਦਾ ਇਹ ਬੰਦਾ ਆ ਗਿਆ ਜੀ ਮੇਰੀ ਕਦਰ ਘਟ ਗਈ ਆ, ਵੀ ਮੇਰਾ ਰੋਲ ਨੰਬਰ 2 ਹੋ ਗਿਆ। ਐਗਜ਼ੈਕਟਲੀ। ਫਿਰ ਉਹ ਅਗਲੇ ਕਹਿੰਦੇ ਸੀਗੇ ਜੀਜਾ ਜੀ ਰੋਟੀ ਪਾਓ, ਜੀਜਾ ਜੀ ਦਾ ਖਿਆਲ ਰੱਖੋ। ਫੁੱਫੜ ਨੂੰ ਕਹਿੰਦੇ ਸੀ ਵੀ ਉਹ ਦੇਖੀ ਤੁਹਾਡਾ ਫੁੱਫੜ ਵੀ ਹੁਣ ਉਹਨੂੰ ਵੀ ਰੋਟੀ ਪਾ ਦਿਓ, ਰੋਟੀ ਪਾ ਦਿਓ। ਉਹ ਫੁੱਫੜ ਨੂੰ ਐਂ ਸਮਝ ਆਉਂਦੀ ਵੀ ਰੋਟੀ ਖਵਾਉਣੀ ਆ ਕਿ ਪਾਉਣੀ ਆ ਜੀ। ਆਨੇ ਬਿਲਕੁਲ। ਸੋ ਫੁੱਫੜ ਦਾ ਗੁੱਸਾ ਹੋਣਾ ਤਾਂ ਬਹੁਤ ਓਬਵੀਅਸ ਸੀਗਾ ਜੀ। ਮੈਂ ਦੇਖਿਆ ਕਿ ਵਿਆਹ ਦੇ ਵਿੱਚ ਮਾਸੜ ਜੀ ਤੇ ਚਾਚੇ ਘੱਟ ਲੜਦੇ ਸੀ, ਜ਼ਿਆਦਾ ਪੁਆੜਾ ਫੁੱਫੜ ਦਾ ਹੁੰਦਾ ਸੀ, ਕਿਉਂਕਿ ਉਹਨੂੰ ਲੱਗਦਾ ਸੀਗਾ ਕਿ ਮੈਂ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ, ਰਿਟਾਇਰਮੈਂਟ ਵੱਲ ਨੂੰ ਜਾ ਰਿਹਾ, ਹਨਾ। ਮੈਨੂੰ 2 ਨੰਬਰ ਦਾ ਹੁਣ ਕਰਨ ਲੱਗ ਗਿਆ, ਕਿਉਂਕਿ ਨਵੇਂ ਉਹਦੀ ਥਾਂ ਤੇ ਆ ਗਏ। ਸੋ ਹੁਣ ਵੀ ਜੀ ਫੁੱਫੜ ਦਾ ਕਾਰ 'ਚ ਬੈਠਣ ਤੋਂ ਲੜ ਪੈਂਦੇ ਹੁੰਦੇ ਸੀਗੇ। ਮੁੰਡੇ ਦੀ ਕਾਰ ਦੇ ਵਿੱਚ ਮੈਂ ਬੈਠਣਾ ਜੀ, ਜਾਂ ਮੂਹਰਲੀ ਸੀਟ ਤੇ ਮੈਨੂੰ ਬਿਠਾਓ। ਨਹੀਂ, ਅਸੀਂ ਲਿਮੋਜ਼ਿਨ ਦਾ ਕਨਸੈਪਟ ਇਸੇ ਕਰਕੇ ਲਿਆਂਦਾ ਕਿ 10-15 ਜਣ ਬਹਿ ਜਾਂਦੇ ਉੱਥੇ, ਵੀ ਸਾਰੇ ਫੁੱਫੜ ਪੀ ਚੱਲ ਬਹਿ ਜਾਓ ਉੱਥੇ ਨਾ। ਚਲੋ ਇੱਥੇ ਸਮਰਾ ਸਾਹਿਬ ਇੱਕ ਹੋਰ ਗੱਲ, ਕਿਉਂਕਿ ਕਈ ਨਿੱਕੀਆਂ ਚੀਜ਼ਾਂ ਨਾ, ਹੁਣ ਆਪਾਂ ਸਿੱਧੇ ਵਿਆਹ ਤੇ ਜਾਂਦੇ ਆ। ਹੁਣ ਉੱਥੇ ਕੀ ਹੁੰਦਾ ਸੀ ਕਿ 5-5 7-7 ਦਿਨ ਰਿਸ਼ਤੇਦਾਰੀਆਂ ਨੇ ਰਹਿਣਾ ਜੀ। ਤੇ ਜਦੋਂ ਸਵੇਰ ਨੂੰ ਉੱਠਣਾ ਸਾਰੇ ਰਜਾਈ 'ਚ ਹੋਣੇ, ਉਸਲੇ ਥੱਲੇ ਹੀ ਦਰੀ ਵਿਛੀ ਹੋਣੀ, ਤੇ ਜਦੋਂ ਚਾਹ ਆਉਣਾ ਤੇ ਥਾਲ ਦੇ ਵਿੱਚ ਬਦਾਨਾ, ਲੱਡੂ, ਸਾਰਾ ਕੁਝ, ਉਹ ਥਾਲ ਇਧਰੋਂ ਉਧਰ ਨੂੰ ਘੁੰਮਣਾ ਤੇ ਉਧਰੋਂ ਇਧਰ ਨੂੰ ਘੁੰਮਣਾ, ਉਹ ਕਰੀ ਇਧਰ ਨੂੰ ਮਾੜਾ ਜਿਹਾ ਨਾ। ਤੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਵੱਖਰੀਆਂ ਨੇ, ਅਲੱਗਾ ਨਹੀਂ ਨਜ਼ਾਰਾ। ਉਹ ਅੱਜ 25-30 ਭਾਵੇਂ ਤੁਸੀਂ ਰੇਹੜੀਆਂ ਜੀਆਂ ਉਹ ਲਵਾ ਲਓ, ਪਤਾ ਨਹੀਂ ਕੀ ਉਹਨੂੰ ਕਹਿੰਦੇ ਆ, ਸਟਾਲ, ਹਨਾ। ਉਹਦੇ ਵਿੱਚੋਂ ਉਹ ਸਵਾਦ ਨਹੀਂ ਜਿਹੜਾ ਉਸ ਵੇਲੇ ਸਾਰਿਆਂ ਦੇ ਨਾਲ ਸਾਂਝੇ ਤੌਰ ਦੇ ਉੱਤੇ ਜਦੋਂ ਇੱਕ ਲੱਡੂ ਰਹਿਣਾ ਚੱਲ ਅੱਧਾ ਹੀ ਦੇ ਦੇ, ਹਨਾ।
ਫਿਰ ਇਹ ਵੀ ਕਹਿਣਾ ਕਿ ਹੁਣ ਆ ਲੱਡੂ ਵੀ ਮੁੱਕ ਗਿਆ ਤੁਹਾਡੇ, ਲਿਆ ਇੱਕ ਹੋਰ ਥਾਲ ਭਰ ਕੇ, ਇਹਨੇ ਤਾਂ ਸਭ ਕੁਝ ਘਰੇ ਰੱਖੀ ਜਾਣੇ ਤੇ ਜਿੰਦਰਾ ਮਾਰ ਲਿਆ ਹੁਣ। ਅੱਛਾ ਤੁਸੀਂ ਇਹ ਦੇਖੋ ਵੀ ਮੈਂ ਹੈਰਾਨ ਹੁੰਦਾ ਕਈ ਚੀਜ਼ਾਂ ਤੋਂ, ਬਹੁਤ ਬਰੀਕੀਆਂ ਨੇ ਜੀ, ਕਿ ਲੱਡੂ ਬਣਾਉਣ ਦੇ ਵਿੱਚ ਵੀ ਜੀ ਹੁਣ ਲੱਡੂ ਦੇ ਵਿੱਚੋਂ ਮਟੀਰੀਅਲ ਨਹੀਂ ਪੈਂਦਾ ਜਿਹੜਾ ਉਦੋਂ ਪੈਂਦਾ ਸੀ। ਜੀ, ਹਰ ਲੱਡੂ 'ਚ ਤੁਹਾਨੂੰ ਇੱਕ ਕਾਲੀ ਮਿਰਚ 2 ਕਾਲੀਆਂ ਮਿਰਚ ਆ ਜਾਂਦੀਆਂ ਸੀ ਡਾਈਜੈਸ਼ਨ ਸਿਸਟਮ ਲਈ, ਇੱਕ ਦੋ ਵਿੱਚ ਜਿਹੜੇ ਆਪਣੇ ਮਗਜ ਆ ਜਾਂਦੇ ਹਨਾ। ਉਹ ਬਣਾਉਣ ਵਾਲੇ ਹਲਵਾਈ ਉਹ ਚੀਜ਼ਾਂ ਨੂੰ ਇਸ ਤਰੀਕੇ ਨਾਲ ਬਣਾਉਂਦੇ ਸੀਗੇ। ਤੁਹਾਡੀ ਦਾਲ ਸਬਜ਼ੀ ਦੇ ਵਿੱਚ ਇੱਕ ਵੱਡੀ ਇਲਾਇਚੀ, ਕਿਤੇ ਨਾ ਕਿਤੇ ਵਿਆਹ 'ਚ ਤੁਹਾਨੂੰ ਕੋਈ ਪੱਤੇ ਜਾਂ ਵੀ ਆ ਜਾਂਦੇ ਸੀ, ਉਹ ਬਾਹਰ ਕੱਢ ਕੇ ਰੱਖਦੇ ਸੀ, ਮਤਲਬ ਡਾਕਟਰ ਦੇ ਨਾ ਜਾਣਾ ਪਵੇ, ਸਾਰਾ ਸਮਾਨ ਹੈ ਜਿਹੜਾ ਉਹ ਵਿੱਚ ਹੀ ਪਹਿਲੇ ਪਾਇਆ ਜਾਂਦਾ ਸੀਗਾ। ਪਰ ਜਦੋਂ ਅਸੀਂ ਵਿਆਹ ਦੀ ਪੂਰੀ ਪ੍ਰਕਿਰਿਆ ਨੂੰ ਦੇਖਦੇ ਹਾਂ ਜੀ, ਸਾਡੇ ਪਿੰਡਾਂ ਸ਼ਾਇਦ ਤੁਹਾਡੇ ਵੀ ਇਹੀ ਹੋਣਾ ਕਿ ਪੂਰੇ ਪਿੰਡ ਨੂੰ ਨਾ ਇੱਕ ਮੰਡੇ ਕਹਿੰਦੇ, ਹੁਣ ਤਾਂ ਮੰਡੇ ਆ, ਇੱਕ ਤਾਂ ਸੰਡੇ ਮੰਡੇ, ਉਹ ਮੰਡੇ ਜਿਹੜੇ ਦੂਜੇ ਮੰਡੇ ਵੱਡੀਆਂ ਰੋਟੀਆਂ ਜਿਹੜੀਆਂ ਹਨਾ, ਵਿੱਚ ਨਾਲ ਪ੍ਰਸਾਦ ਬਣਾ ਕੇ, ਕੜਾਹ ਬਣਾ ਕੇ, ਉਹ ਸਾਰੇ ਪਿੰਡ ਨੂੰ ਫੇਰਿਆ ਜਾਂਦਾ ਸੀ। ਫਿਰ ਜਿਹਦੇ ਘਰ ਉਹ ਜਾਂਦਾ ਸੀ ਉਹ ਸ਼ਗਨ ਦੇਣ ਆਉਂਦੇ ਸੀ ਵੀ ਜੇ ਰੁਪਈਆ 2-2 ਰੁਪਈਏ ਵੀ ਦਿੱਤੇ ਜੀ ਤਾਂ ਉਹਦੇ ਨਾਲ ਪਰਿਵਾਰ ਦੀ ਇੱਕ ਹੈਲਪ ਹੋ ਜੂਗੀ। ਉਹ ਪਿੰਡ ਨੇ ਆਪਣੇ ਵੱਲੋਂ ਕਰਤੀ। ਦੁੱਧ ਕੋਈ ਖਰੀਦਦਾ ਨਹੀਂ ਸੀ ਜੀ, ਕਿਸੇ ਵਿਆਹ 'ਚ ਦੁੱਧ ਨਹੀਂ ਸੀ ਖਰੀਦਿਆ ਜਾਂਦਾ, ਦੁੱਧ ਪਿੰਡ 'ਚੋਂ ਇਕੱਠਾ ਹੋ ਜਾਂਦਾ ਸੀ, ਕਿਉਂਕਿ ਤੁਹਾਨੂੰ ਵੀ ਪਤਾ ਸੀ ਜੇ ਅਸੀਂ ਨਾ ਦੇਵਾਂਗੇ ਤਾਂ ਸਾਡੇ ਨਹੀਂ ਆਉਣਾ, ਕਿਉਂਕਿ ਦੁੱਧ ਵੇਚਣ ਦਾ ਰਿਵਾਜ ਤਾਂ ਵੈਸੇ ਹੀ ਹੈ ਨਹੀਂ ਸੀਗਾ। ਉਸ ਤੋਂ ਪਹਿਲਾਂ ਦੁੱਧ ਵੇਚਣ ਦਾ ਰਿਵਾਜ ਹੀ ਨਹੀਂ ਸੀਗਾ, ਦੁੱਧ ਘਰਾਂ 'ਚ ਹੀ ਹੁੰਦਾ ਸੀ। ਜੇ ਕਿਸੇ ਦੇ ਵਿਆਹ ਬਾਲਟੀ ਡੋਲੂ ਭਰ ਕੇ ਹਰ ਇੱਕ ਨੇ ਦੇ ਕੇ ਆਉਣਾ, ਦੁੱਧ ਕਈ ਵਾਰੀ ਇੰਨਾ ਜ਼ਿਆਦਾ ਹੋ ਜਾਂਦਾ ਸੀਗਾ ਕਿ ਵਿਆਹ ਵਾਲਿਆਂ ਦੇ ਤਾਂ ਸਿਬਰਾਂ ਲੱਗ ਜਾਂਦੀਆਂ। ਬਿਲਕੁਲ ਠੀਕ ਹੈ ਸਮਰਾ ਸਾਹਿਬ। ਇੱਥੇ ਮੈਨੂੰ ਲੱਗਦਾ ਇੱਕ ਚੀਜ਼ ਆਪਾਂ ਵਿੱਚੋਂ ਭੁੱਲ ਗਏ ਹਾਂ, ਉਹ ਹੁੰਦਾ ਸੀ ਕਿ ਨਾਨਕਿਆਂ ਨੂੰ ਪਹਿਲਾਂ ਵਿਆਹ ਦਾ ਕਾਰਡ ਦੇਣ ਜਾਣਾ ਜਾਂ ਉਹਨਾਂ ਨੂੰ ਕਹਿਣ ਜਾਣਾ ਜਾਂ ਦੱਸਣ ਜਾਣਾ, ਉਹ ਵੀ ਆਪਣੇ ਤਰ੍ਹਾਂ ਦੀ ਇੱਕ ਪ੍ਰਕਿਰਿਆ ਹੁੰਦੀ ਸੀ ਨਾ, ਕਿ ਉਹਨਾਂ ਨੂੰ ਪਹਿਲਾਂ, ਕਿਉਂਕਿ ਸਭ ਤੋਂ ਵੱਧ ਸਹਾਇਤਾ ਦੀ ਆਸ ਉਧਰੋਂ ਹੁੰਦੀ ਸੀ। ਮੈਂ ਇਦੋਂ ਪਿੱਛੇ ਚੱਲੀਏ ਤੁਹਾਡੇ ਵਾਲੀ ਗੱਲ ਦੇ ਬਾਅਦ ਚ, ਪਹਿਲਾਂ ਤਾਂ ਸਾਹੇ ਦੀ ਚਿੱਠੀ ਆਉਂਦੀ ਸੀ। ਅੱਛਾ, ਉਹ ਸਾਹੇ ਦੀ ਚਿੱਠੀ ਕਿ ਸਹਿ ਚਿੱਠੀ, ਮੈਂ ਅੱਜ ਤੱਕ ਬੜੇ ਵੱਡੇ ਭੁਲੇਖੇ 'ਚ ਆ ਵੀ ਉਹਦਾ ਕੀ ਹੁੰਦਾ ਸੀ, ਉਹ ਮਸਲਾ ਕੀ ਸੀ? ਸਹਿ ਚਿੱਠੀ ਵੀ ਕਹਿੰਦੇ ਜੀ ਉਹਨੂੰ, ਸਾਹਾ ਕਹਿੰਦੇ ਸੀ ਵਿਆਹ ਨੂੰ ਹਨਾ। ਆਮ ਕਹਿੰਦੇ ਸੀ ਤੂੰ ਹੁਣ ਸਾਹੇ ਨਾਲ ਬੰਨਿਆ ਗਿਆ, ਹੁਣ ਕੋਈ ਸੱਟ ਫੇਟ ਵਾਲਾ ਕੰਮ ਨਾ ਕਰ। ਹੁਣ 200 ਦੀ ਮਿਲਦੀ ਬਾਜ਼ਾਰ ਚੋਂ, ਹੁਣ ਮਿਲਦੀ ਹੈ, ਬਿਲਕੁਲ ਪ੍ਰਿੰਟ ਹੋਈ ਵਧੀਆ ਸਟਾਈਲਦਾਰ ਹਨਾ। ਉਦੋਂ ਹੁੰਦੀ ਸੀ ਵੀ ਉਹ ਚਿੱਠੀ ਲਿਖ ਕੇ ਲਾਗੀ ਨੂੰ ਫੜਾ ਦਿੱਤੀ, ਲਾਗੀ ਚਿੱਠੀ ਲੈ ਕੇ ਆ ਗਿਆ ਤੇ ਅਗਲਿਆਂ ਨੇ, ਤੁਹਾਡੇ ਇਲਾਕੇ 'ਚ ਸ਼ਾਇਦ ਜ਼ਿਆਦੇ ਆ ਵੀ ਪੱਲੇ 'ਚ ਪਾਉਂਦੀ ਸੀ ਉਹਨੂੰ, ਘਰ ਦੀ ਜਿਹੜੀ ਸੋਹਣੀ ਸੀਗੀ ਮੁੰਡੇ ਦੀ ਮਾਂ, ਉਹਦੇ ਪੱਲੇ 'ਚ ਪਾਉਂਦੀ ਸੀ, ਸੱਤ ਸ਼ੁਕਰ ਕਰਦੀ ਸੀ ਮੁੰਡੇ ਨੂੰ ਰਿਸ਼ਤਾ ਹੋ ਗਿਆ ਹਨਾ। ਫਿਰ ਉਹ ਚਿੱਠੀ ਪੜ੍ਹ ਕੇ ਸੁਣਾਈ ਜਾਂਦੀ ਸੀ ਜੀ। ਨਹੀਂ, ਉਹ ਰਿਸ਼ਤਾ ਹੋ ਗਿਆ ਤਾਂ ਭਾਵ ਇਹ ਕਿ ਹੁਣ ਮੇਰੀ ਕੰਮ ਤੋਂ ਜਾਨ ਛੁੱਟੂ ਕਿ ਜਾਨ ਹੋਰ ਕੜਿੱਕੀ ਜਾ ਜੀ, ਇਹ ਤਾਂ ਬਾਅਦ 'ਚ ਪਤਾ ਲੱਗਦਾ। ਉਹਦੇ 'ਚ ਪੁਰਾਣੇ ਸਮੇਂ ਦੇ ਲੋਕੀ ਪੜ੍ਹੇ ਵੀ ਥੋੜੇ ਸੀਗੇ ਜੀ। ਇੱਕ ਸਾਡੇ ਪਿੰਡ ਦੀ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ, ਉਹ ਚਿੱਠੀ ਜਿਹੜੀ ਆਈ ਜੀ, ਉਹਦੇ 'ਚ ਲਿਖਣ ਵੇਲੇ ਨਾ ਤਰੀਕ ਤਰੂਕ ਦਾ ਕਿਤੇ ਅੱਗਾ ਪਿੱਛਾ ਹੋ ਗਿਆ ਜੀ, ਤੇ ਹੋਰ ਤਾਂ ਕੋਈ ਕਮਿਊਨੀਕੇਸ਼ਨ ਦੇ ਸਾਧਨ ਨਹੀਂ ਸੀ, ਫੋਨ ਕਰਨਾ ਬਰਾਤ ਕਿੱਥੇ ਪਹੁੰਚ ਗਈ, ਇਹ ਤਾਂ ਗੱਲਾਂ ਨਹੀਂ ਸੀ ਜੀ। ਉਸ ਤਰੀਕ ਨੂੰ ਬਰਾਤ ਲੈ ਕੇ ਬੰਦੇ ਉੱਥੇ ਪਹੁੰਚ ਗਏ। ਪਰ ਜਿਹੜੇ ਪੁਰਾਣੇ ਵਿਆਹ ਨੇ ਜੀ, ਯਾਦ ਰੱਖਿਓ 50 ਤੋਂ ਵੱਧ ਬਰਾਤ ਆਮ ਨਹੀਂ ਸੀ ਜੀ, 50 ਬੰਦੇ ਜਾਂਦੇ ਸੀ, ਬਾਕੀ ਦੇ ਬੰਦੇ ਪਿੰਡੇ ਇੰਜੋਏ ਕਰ ਰਹੇ ਹੁੰਦੇ ਸੀ। ਬਿਲਕੁਲ ਠੀਕ ਹੈ ਨਾ, ਮੇਨ ਪਤਵੰਤੇ ਬੰਦੇ ਜਾਂਦੇ ਸੀ ਜੀ। ਬਰਾਤ ਪਹੁੰਚ ਗਈ ਜੀ, ਬਰਾਤ ਸ਼ਾਮ ਨੂੰ ਪਹੁੰਚੀ, ਗਏ ਤਾਂ ਉਹਨਾਂ ਦੇ ਘਰੇ ਉਹਨਾਂ ਜਿੰਦਾ ਲੱਗਿਆ ਹੋਇਆ। ਇਹ ਸੱਚੀ ਕਹਾਣੀ ਹੈ ਜੀ। ਉਹਨੇ ਜਿੰਦਾ ਲੱਗਿਆ, ਆਲੇ ਦੁਆਲੇ ਪੁੱਛਿਆ, ਉਹ ਕਹਿੰਦੀ ਤੂੰ ਕਪਾਹ ਚੁਗਣ ਗਏ ਹੋਏ। ਅੱਛਾ, ਸਾਰਾ ਟੱਬਰ ਵੀ ਵਿਆਹ ਆ ਰਿਹਾ ਉਹਨਾਂ ਦੇ, ਉਧਰੋਂ ਕਪਾਹ ਵੀ ਆਈ ਹੋਈ ਸੀ। ਉਹ ਕਹਿੰਦੇ ਪਹਿਲਾਂ ਕਪਾਹ ਨਿਬੇੜ ਲਈ, ਵਿਆਹ ਤਾਂ ਪਰਸੋਂ ਨੂੰ ਆ। ਉਹ ਕਹਿੰਦੇ ਜੀ ਬੁਲਾਓ, ਮਤਲਬ ਅਸੀਂ ਤਾਂ ਬਰਾਤ ਆ ਗਏ, ਸਾਨੂੰ ਤਾਂ ਆਹੀ ਚਿੱਠੀ ਤੇ ਲਿਖਿਆ ਗਿਆ ਸੀ। ਉਹ ਗਾਹਲਾ ਬੰਦਾ ਵੀ ਅੜਬ ਸੀ, ਉਹ ਕਹਿੰਦਾ ਪਰਸੋਂ ਨੂੰ ਗੱਲ ਕਰਿਓ, ਨਹੀਂ ਇੱਦਾਂ ਨਹੀਂ ਹੋਣਾ। ਮੈਂ ਚੱਲ, ਅਸੀਂ ਤਾਂ ਕੰਮ ਕਰਦੇ ਹਾਂ, ਤੁਹਾਨੂੰ ਚਿੱਠੀ ਸਵਾਰ ਕੇ ਪੜ੍ਹਨੀ ਸੀ। ਉਹ ਕਹਿੰਦਾ ਤੁਹਾਡੀ ਚਿੱਠੀ ਨਾਲ ਲੈ ਕੇ ਗਏ। ਅੱਛਾ, ਚਿੱਠੀ ਘਰੇ ਰਹਿ ਗਈ। ਫਿਰ ਬੰਦਾ ਭੇਜਿਆ, ਉਹ ਕਹਿੰਦੇ ਵੀ ਨਹੀਂ, ਉਹ ਕਹਿੰਦਾ ਪਰਸੋਂ ਨੂੰ ਗੱਲ ਕਰੂੰ, ਪਰਸੋਂ ਤੱਕ ਮੇਰੇ ਨਾਲ ਗੱਲ ਨਾ ਕਰੇ। ਇਹਦੇ ਖਾਣਾ ਸਾਰਾ ਸਾਲ। ਹੁਣ ਬਰਾਤ ਪਿੱਛੇ ਨੂੰ ਖਾਲੀ ਬਰਾਤ ਮੁੜਨੀ ਬਹੁਤ ਵੱਡਾ ਅਪਸ਼ਗਨ ਮੰਨਿਆ ਜਾਂਦਾ। ਸੋ ਬਰਾਤ ਪੈਰ ਪੂਰ ਘਸਾਉਂਦੀ ਹੌਲੀ ਹੌਲੀ ਕੋਸ਼ਿਸ਼ ਹੀ ਕਰਦੇ ਸੀ ਵੀ ਕਿਵੇਂ ਕਰੀਏ, ਜੇ ਪਿੰਡ ਜਾਣਾ ਹੀ ਪੈ ਗਿਆ, ਲੇਟ ਜੇ ਚੱਲੀਏ, ਹਨੇਰੇ ਜਿਹੇ ਹੋ ਜਾ ਵੜਾਂਗੇ ਹਨਾ। ਤੇ ਉਹ ਤੁਰ ਪਏ ਵਿਚਾਰੇ, ਪੂਰੇ ਪਿੰਡ ਦੀ ਪੰਚਾਇਤ ਇਕੱਠੀ ਹੋਈ, ਉਹ ਪਿੱਛੇ ਆਏ, ਉਹ ਕਹਿੰਦੇ ਗੱਲ ਸੁਣੋ, ਸਾਡੇ ਪਿੰਡ ਦੀ ਬੇਇੱਜ਼ਤੀ ਹੁੰਦੀ ਆ, ਤੁਸੀਂ 2 ਦਿਨ ਰਹੋ ਜੀ, 2 ਦਿਨ ਦੀ ਰੋਟੀ ਸਾਰੇ ਪਿੰਡ ਦੇ ਸਿਰ ਤੇ ਆ, ਪਰਸੋਂ ਨੂੰ ਉਹਦੇ ਤੁਸੀਂ ਫਿਰ ਉਹ ਘਰ ਦੇ ਫੇਰ ਵੀ ਤੁਸੀਂ ਦੇਖੋ ਕਿ ਉਹ ਵਿਆਹ ਕੇ ਲਿਆਏ। ਇਹ ਵੱਡੀ ਗੱਲ ਆ, ਮਤਲਬ ਇਹਨਾਂ ਇਹ ਨਹੀਂ ਕਿਹਾ ਵੀ ਚੰਗਾ ਕਿਹੜਾ ਤਾਂ ਕਿਹੜਾ ਹੀ ਸੀ। ਫਿਰ ਇਦਾਂ ਨਹੀਂ ਵੀ ਉਹ ਰੀਬਨ ਕੱਟਦੇ ਜੇ ਸਪਰੇਅ ਪਾਤੀ, ਪਾਉਣੀ ਤਾਂ ਨਹੀਂ ਚਾਹੀਦੀ, ਉਨੀ ਗੱਲ ਤੇ ਲੜ ਪਏ ਹਨਾ ਵੀ ਇੱਥੇ ਤੁਹਾਨੂੰ ਕਿਹਾ ਸੀ ਬ੍ਰਾਂਡ ਫਲਾਣੇ ਸਮਾਨ ਦਾ ਆ ਚਾਹੀਦਾ ਤੇ ਇਹ ਹੈ ਨਹੀਂ, ਮੇਰੇ ਵਾਲ ਖਰਾਬ ਹੋ ਗਏ ਨਾ ਵੀ ਆ ਸਾਨੂੰ ਕਿਸੇ ਨੇ ਪੁੱਛਿਆ। ਮੈਂ ਕਹਿੰਦਾ ਕਿੰਨਾ ਸਬਰ ਸੀ ਲੋਕਾਂ ਦੇ ਵਿੱਚ। ਕੋਈ ਗੱਲ ਨਹੀਂ ਜੀ, ਇੱਕ ਮਿਸਟੇਕ ਹੋ ਗਈ, ਕਲੈਰੀਕਲ ਮਿਸਟੇਕ ਆ, ਇਟਸ ਓਕੇ। ਜਾਨੀ ਇਹ ਨਹੀਂ ਕਿਹਾ ਕਿਸੇ ਨੇ, ਇਹਨਾਂ ਦਾ ਸ਼ੁਰੂ ਤੋਂ ਇਹੀ ਕੰਮ ਆ। ਤੁਸੀਂ ਕਿਤੇ ਫਸ ਗਏ, ਕਹਾਂ ਕੀ ਕਰਨਗੇ ਇਹ, ਅਸੀਂ ਤਾਂ ਅੱਗੇ ਹੈਰਾਨ ਆ ਵੀ ਰਿਸ਼ਤਾ ਤੁਸੀਂ ਇੱਥੇ ਕਿੱਦਾਂ ਲੈ ਲਿਆ।
ਸੋ ਚੀਜ਼ਾਂ ਬਦਲ ਗਈਆਂ ਜੀ, ਬਦਲਦੇ ਸਮਾਜ ਦੇ ਵਿੱਚ ਅਸੀਂ ਕੀ ਕੈਰੀ ਕਰ ਰਹੇ ਹਾਂ ਜੀ। ਅਸੀਂ ਜਿਹੜੀ ਮੂਲ ਤੱਤ ਵਸਤੂ ਸੀ ਉਹ ਤਾਂ ਅਸੀਂ ਦਿੱਤੀ ਛੱਡ ਜੀ, ਅਸੀਂ ਉਹਦਾ ਫੋਕਟ ਲੈ ਕੇ ਘੁੰਮ ਰਹੇ ਹਾਂ ਨਾ। ਜਿੱਦਾਂ ਬਾਬਾ ਨਾਜ਼ਮੀ ਹੋਰੀ ਕਹਿੰਦੇ ਸੀਗੇ, ਹੁਣ ਭਾਈ ਉਹ ਜਿਲਦਾਂ ਸਾਂਭ ਲਈਆਂ ਤੇ ਕਾਗਜ਼ ਪਾੜੀ ਜਾਂਦੇ, ਵਰਕੇ ਪਾੜੀ ਜਾਂਦੇ ਆ। ਬਿਲਕੁਲ ਉਹੀ ਹੋ ਰਿਹਾ। ਅਸੀਂ ਵਿਆਹ ਦੇ ਵਿੱਚੋਂ ਹੁਣ ਅਸੀਂ ਜਾਗੋ ਹੁਣ ਅਸੀਂ ਵੀ ਕੱਢਦੇ ਹਾਂ ਜੀ। 2-4 ਸਾਲ ਹੋ ਗਏ ਸੀ, ਇੱਕ ਵਿਆਹ ਤੇ ਇੰਡੀਆ ਗਏ ਜੀ, ਮੇਰੀ ਡਿਊਟੀ ਲੱਗੀ ਵੀ ਜਾਗੋ ਤੂੰ ਲੈ ਕੇ ਆਉਣੀ, ਬੱਤੀਆਂ ਵਾਲੀ ਹੈ ਨਾ। ਮੈਂ ਜਾ ਕੇ ਬਾਜ਼ਾਰ 'ਚ ਪੁੱਛੀ, ਉਹ ਮਤਲਬ ਜਾਗੋ ਬੜੀ ਮਹਿੰਗੀ। ਮੈਂ ਕਿਹਾ ਜੀ ਇੰਨੇ ਦੀ ਮਤਲਬ ਅਸੀਂ ਫਿਰ ਕੀ ਕਰਨੀ ਆ ਇਹ? ਉਹ ਕਹਿੰਦਾ ਮੁੱਲ ਥੋੜੀ ਆ, ਇਹ ਤਾਂ ਕਿਰਾਏ ਤੇ ਆ 4-5 ਹਜ਼ਾਰ ਰੁਪਏ 'ਚ। 5000 'ਚ ਮੇਰਾ ਖਿਆਲ ਆ ਮੈਨੂੰ ਜਾਗੋ ਵਾਲੀ ਉਹ ਸਾਰਾ ਜਗਾੜ ਜਿਹਾ ਉਹਨਾਂ ਨੇ ਜਿਹੜੀ ਉਹਨੇ ਮੈਨੂੰ ਦਿੱਤੀ। ਦੋ ਨਾਲ ਘੋਟਨੇ ਜਾਂ ਫੜ ਐਡੀ ਕੀ ਗੱਲ ਹੈ, 5000 ਦਾ ਇਹਦੇ ਵਿੱਚ ਕੀ ਆ ਜੀ? ਉਹ ਕਹਿੰਦਾ ਆਓ ਜੀ, ਉਹਨੇ ਬੈਟਰੀਆਂ ਪਾਈਆਂ ਜਾਗੋ 'ਚ ਹਨਾ, ਟਿਮਟਮਾਉਂਦੀ ਉਹ LED ਲਾਈਟਾਂ ਲੱਗੀਆਂ ਹੋਈਆਂ ਜੀ। ਫਿਰ ਮੈਂ ਸਵਾਰ ਕੇ ਦੇਖਿਆ, ਉਹਦੇ ਵਿੱਚ ਸਪੀਕਰ ਵੀ ਲੱਗੇ ਤੇ ਵਿੱਚ ਹੀ ਚਿੱਪ ਵੀ ਪੈਂਦੀ ਆ ਉਹ। ਨਹੀਂ ਮੇਰੀ ਗੱਲ ਸੁਣੋ ਸਮਰਾ ਸਾਹਿਬ, ਹਾਂਜੀ, ਜਦੋਂ ਤੁਸੀਂ ਕੈਨੇਡੀਓ ਜਾਂਦੇ ਹੋ ਪੰਜਾਬ ਨੂੰ, ਤੁਸੀਂ ਤੇ ਉੱਥੇ ਕਹਿੰਦੇ ਹੋ ਜੀ ਸਾਡੇ ਗੱਡੀਆਂ ਵੀ ਆਟੋਮੈਟਿਕ ਆ ਗਈਆਂ, ਉਹ ਮੁੜ ਵੀ ਆਪੇ ਹੀ ਜਾਂਦੀਆਂ, ਉਹਨਾਂ ਨੂੰ ਅਸੀਂ ਉਹ ਕਰੂਜ਼ ਤੇ ਲਾ ਦੀਦਾ, ਉਹ ਫਿਰ 80 ਤੋਂ ਅੱਗੇ। ਜੇ ਹੁਣ ਪੰਜਾਬ ਤਰੱਕੀ ਕਰਦਾ ਤਾਂ ਫਿਰ ਤੁਸੀਂ ਇਦਾਂ ਨਹੀਂ। ਮੈਨੂੰ ਬਹੁਤ ਖੁਸ਼ੀ ਹੋਈ, ਮੈਨੂੰ ਬੜਾ ਚੰਗਾ ਲੱਗਿਆ। ਕਦੋਂ ਤੱਕ ਅਸੀਂ ਸੰਘ ਆ ਵੀ ਜਿਹੜਾ ਉਹਦਾ ਹੀ ਕੰਮ ਲਈਏ, ਅਸੀਂ ਵੀ ਸਪੀਕਰ ਸਾਨੂੰ ਵੀ ਵਜਾ ਲੈਂਦੇ। ਮੈਂ ਜਾਗੋ ਲੈ ਗਿਆ, ਹੁਣ ਉਹਦੇ ਵਿੱਚ ਇੱਕ ਬੈਟਰੀ ਜੀ, ਸਪੀਕਰ, ਭਾਰਾ ਸਾਰਾ ਸਮਾਨ, ਭਾਰੀ ਕਾਫੀ ਸੀ ਜੀ। ਉਹ ਜਿਹਨੂੰ ਰੱਖੀਏ ਜਿਹਦੇ ਸਿਰ ਤੇ, ਉਹ 2 ਮਿੰਟਾਂ ਬਾਅਦ ਆ ਜਾਗੋ ਫੜੋ, ਮੇਰੇ ਤੁਹਾਨੂੰ ਬਲ ਪੈ ਚੱਲਿਆ, ਕਿਉਂਕਿ ਸਰੀਰ ਵੀ ਕਮਜ਼ੋਰ ਹੋ ਚੱਲੇ, ਅੱਗੇ ਵਰਗੇ ਸਰੀਰ ਨਹੀਂ ਰਹਿ ਗਏ। ਨਹੀਂ ਤੁਸੀਂ ਸਮਰਾ ਸਾਹਿਬ ਹੁਣ ਦੇਖੋ ਨਾ, ਕਮਾਲ ਦੀ ਗੱਲ, ਅੱਗੇ ਬੀਬੀਆਂ ਹੁੰਦੀਆਂ ਸੀ ਕਿ ਜਾਗੋ ਸਿਰ ਤੇ ਰੱਖ ਕੇ ਟਕਾ ਕੇ ਗਿੱਧਾ ਪਾ ਲੈਂਦੀਆਂ ਸੀ। ਬਿਲਕੁਲ ਗਿੜਾ ਨਹੀਂ। ਹੁਣ ਤੁਸੀਂ ਮੂਵੀ ਦੇਖ ਲਓ, ਅਸਲੀ ਸੱਚ ਉਹ 'ਚੋਂ ਪਤਾ ਲੱਗਦਾ। ਇੱਕ ਮਿੰਟ ਮੁਝਕੋ ਪਕੜਾਣਾ, ਮੈਨੇ ਵੀ ਫੋਟੋ ਖਿਚਵਾਨੀ ਹੈ ਨਾ। ਉਹ ਫਿਰ ਐਂ ਕਰਕੇ ਤਾਂ ਇਹ ਵੀ ਹੋਣਾ ਕਿ ਕੱਪੜਾ ਲੱਤਾ ਵੀ ਨਾ ਖਰਾਬ ਹੋ ਜਾਏ, ਐ ਫਿਰ ਅੱਧੇ ਕੁ ਦੰਦ ਦਿਖਾ ਕੇ ਫੋਟੋ ਖਿਚਾਣੀ। ਹੇਅਰ ਦਾ ਸਟਾਈਲ ਜੀ ਉਹ ਜਿਹੜਾ ਬਣਾਇਆ ਲਾ ਕੇ, ਨਹੀਂ ਕਈ ਵਾਰੀ ਬੰਦਾ ਉੱਪਰ ਤਾਂ ਰੱਖਦਾ ਹੀ ਨਹੀਂ, ਇੱਥੇ ਥੋੜੇ ਜਿਹਾ 2 ਇੰਚ ਦਾ ਫਰਕ ਹੀ ਰੱਖ ਲੈਂਦੇ ਕਈ ਵਾਰੀ, ਇਦਾਂ ਹੀ ਆ ਗੈਪ ਰੱਖ ਕੇ ਚੱਕੀ ਜਾਂਦੀ ਜੀ। ਹੁਣ ਮਾਮੀ ਦੀ ਫੋਟੋ ਨਹੀਂ ਖਿੱਚੋਈ, ਮਾਮੀ ਨੂੰ ਵੀ ਲਿਆਓ, ਭੂਆ ਨੂੰ ਵੀ ਲਿਆਓ, ਮਾਸੀ ਦੀ ਫੋਟੋ ਰਹਿ ਗਈ, ਹੋਰ ਤਾਂ ਨਹੀਂ ਕੋਈ ਰਹਿ ਗਿਆ, ਕੋਈ ਗੁੱਸੇ ਹੋ ਕੇ ਨਾ ਦੌੜ ਜੇ ਮੇਰੀ ਜਾਗੋ 'ਚ ਫੋਟੋ ਨਹੀਂ ਖਿੱਚੋਈ। ਅੱਛਾ, ਜਾਗੋ ਤੇ ਹੁਣ ਹੋਰ ਨਵਾਂ ਰਿਵਾਜ ਦੇਖਿਆ ਜੀ ਵੀ ਜਾਗੋ ਤੇ ਬੋਲੀਆਂ ਪਾਉਣ ਵਾਲੀਆਂ ਕੁੜੀਆਂ ਵੀ ਕਿਰਾਏ ਤੇ ਮਿਲਦੀਆਂ ਜੀ। ਮਤਲਬ ਉਹੀ ਗੱਲ ਆ ਗਈ ਵੀ ਸਾਡੇ 4 ਟੈਸਟ ਤਾਂ ਖਤਮ ਹੋ ਗਏ, ਘਰੇਲੂ ਆਰਟਿਸਟ ਜਿਨ੍ਹਾਂ ਨੇ ਅਸਲੀ ਰੰਗ ਤਾਂ ਵੱਜਣਾ ਸੀ ਨਾ, ਵੀ ਜੀਜੇ ਨੂੰ ਸਾਲੀ ਨੇ ਕੁਝ ਕਿਹਾ ਬੋਲੀ ਦੇ ਥਰੂ ਜੀ, ਤੇ ਜੀਜੇ ਨੇ ਫਿਰ ਜਵਾਬ ਦਿੱਤਾ। ਹੁਣ ਜੀਜਾ ਵੀ ਮੁੰਡੇ 4 ਸੱਦੇ ਹੁੰਦੇ ਆ ਕਿਰਾਏ ਵਾਲੇ, ਉਹ ਚਾਦਰੇ ਪਾ ਕੇ ਆ ਜਾਂਦੇ ਆ। ਉਹਦਾ ਇੱਕ ਐਂਗਲ ਤੋਂ ਦੇਖੀਏ, ਇੱਕ ਬਿਜ਼ਨਸ ਪੁਆਇੰਟ ਆਫ ਵਿਊ ਤੋਂ, ਹਾਂ ਨਹੀਂ ਕਲਾਕਾਰ ਜਿਹੜੇ ਹੈਗੇ ਆ ਉਹਨਾਂ ਦੇ ਲਈ ਤਾਂ ਕਾਫੀ ਰੋਟੀ ਚੱਲਦੀ ਆ ਨਾ, ਵੀ ਰੋਟੀ ਵੀ ਚੱਲਦੀ, ਉਹਨਾਂ ਦੀ ਕਲਾ ਦਾ ਸਤਿਕਾਰ ਹੈ। ਪਰ ਉਹ ਚੀਜ਼ ਜਿਹੜੀ ਵਿੱਚੋਂ ਮਨਫੀ ਹੋ ਗਈ, ਉਧਰਲੇ ਪਾਸੇ ਆਪਣੀ ਚਰਚਾ ਆ। ਹਾਂ ਬਿਲਕੁਲ। ਤੇ ਸਮਰਾ ਸਾਹਿਬ, ਮੈਂ ਇੱਥੇ ਨਾਲ ਦੀ ਨਾਲ ਆਪਣੇ ਦਰਸ਼ਕਾਂ ਨੂੰ ਬੇਨਤੀ ਜ਼ਰੂਰ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗ ਰਿਹਾ, ਟਿੱਪਣੀਆਂ ਜ਼ਰੂਰ ਲਿਖਿਓ, ਕਰਿਓ, ਕਿਉਂਕਿ ਇੱਛਾ ਹੈਗੀ ਆ ਕਿ ਪੰਜਾਬ ਦੇ ਪਿੰਡ ਦੇ ਉੱਤੇ ਵੀ ਦੁਬਾਰਾ ਗੱਲ ਕਰੀਏ ਕਿ ਪਿੰਡ ਦੇ ਵਿੱਚ ਗਰਮੀਆਂ ਨੂੰ ਸਾਰਾ ਦਿਨ ਕਿੱਦਾਂ ਕੱਢਦੇ ਸੀ, ਸਿਆਲਾਂ ਨੂੰ ਸਾਰਾ ਦਿਨ ਕਿੱਦਾਂ ਕੱਢਦੇ ਸੀ। ਅਗਲਾ ਪ੍ਰੋਗਰਾਮ ਉਸ ਮੁੱਦੇ ਦੇ ਉੱਤੇ ਕਰਨ ਦੀ ਇੱਛਾ। ਪਰ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਹਾਂ, ਜੇ ਤੁਹਾਨੂੰ ਲੱਗਦਾ ਕਿ ਨਹੀਂ ਸਿਆਸੀ ਗੱਲਾਂ ਕਰਨੀਆਂ, ਬਾਦਲ ਸਾਹਿਬ ਦੀਆਂ, ਕੈਪਟਨ ਸਾਹਿਬ ਦੀਆਂ, ਭਗਵੰਤ ਮਾਨ ਦੀਆਂ, ਨਵਜੋਤ ਸਿੰਘ ਸਿੱਧੂ ਦੀਆਂ, ਕਿਉਂਕਿ ਕਦੇ-ਕਦੇ ਹੁੰਦਾ ਕਿ 10-15 ਦਿਨੀ ਇੱਕ ਅੱਧੀ ਉਹ ਗੱਲ ਛੇੜ ਲਈਏ ਜਿਹਦੀ ਤਾਰ ਜਿਹੜੀ ਹੈ ਦਿਲ ਤੱਕ ਵੱਜਦੀ ਹੈ। ਸੋ ਤੁਹਾਡੀਆਂ ਟਿੱਪਣੀਆਂ ਜਿਹੜੀਆਂ ਅਗਲੇ ਪ੍ਰੋਗਰਾਮ ਦੀ ਰੂਪਰੇਖਾ ਤੈਅ ਕਰਨਗੀਆਂ। ਬਾਕੀ ਪੰਜਾਬ ਦੇ ਵਿਆਹਾਂ ਦੇ ਨਾਲ, ਪੁਰਾਣੀ ਸਮੇਂ ਦੇ ਨਾਲ ਸੰਬੰਧਿਤ ਜਿਹੜਾ ਤੁਹਾਡਾ ਕੋਈ ਚੇਤਾ, ਜਿਹੜੀ ਤੁਹਾਡੀ ਕੋਈ ਯਾਦ ਹੈ, ਉਹ ਜ਼ਰੂਰ ਸਾਂਝੀ ਕਰ ਦਿਓ। ਤੇ ਸਮਰਾ ਸਾਹਿਬ, ਹੁਣ ਮੈਂ ਸ਼ਗਨ ਵਾਲੇ ਮਸਲੇ ਤੇ ਆਉਣਾ। ਸ਼ਗਨ ਕਿਆ ਬਾਤ ਹੈ ਜੀ। ਮੈਨੂੰ ਯਾਦ ਆ ਕਿ ਸ਼ਗਨ ਦੀ ਜਿਹੜੀ ਰਸਮ ਆ ਜੀ, ਇਹ ਤਾਂ ਮੈਂ ਖੁਦ ਜਿਹੜੀ ਦੇਖੀ ਆ, ਮੈਂ ਉਹ ਦੱਸਦਾ ਤੁਹਾਨੂੰ ਜੀ। ਉਹਦਾ ਹੈ ਨਾ ਵੀ ਪਿੰਡਾਂ 'ਚ ਕਈ ਵਿਚਾਰੇ ਖੇਤੀਬਾੜੀ ਵਾਲੇ ਮੁੰਡੇ ਹੁੰਦੇ ਸੀ, ਉਹਨਾਂ ਨੇ ਆਮ ਕਦੇ ਚੰਗੇ ਕੱਪੜੇ ਵੀ ਨਹੀਂ ਪਾਉਣੇ, ਦੇਸੀ ਕੱਪੜੇ ਸਾਰੇ ਜਿਹੜੇ ਕੰਮ ਕਰਨਾ, ਮਿਹਨਤ ਕਸ਼, ਪਰ ਸਰੀਰ ਸਡੌਲ ਜੀ, ਬਹੁਤ ਵਧੀਆ, ਤੰਦਰੁਸਤ ਸਰੀਰ। ਫਿਰ ਜਿੱਦਣ ਉਹਨਾਂ ਦਾ ਮੰਗਣਾ ਹੋਣਾ, ਸ਼ਗਨ ਲੱਗਣਾ ਜੀ, ਉਸ ਦਿਨ ਉਹਨਾਂ ਨੇ ਗੁਲਾਬੀ ਪੱਗ ਕਿਤੇ ਬੰਨ੍ਹ ਲੈਣੀ ਹੈ ਨਾ, ਨਾਲ ਇੱਕ ਡੱਬੀਆਂ ਵਾਲਾ ਤੌਲੀਆ ਹੁੰਦਾ ਸੀ ਜੀ। ਮਤਲਬ ਹੁਣ ਅੱਜ ਕਿਸੇ ਨੂੰ ਕੋਈ ਵੀ ਟਾਵਲ ਲੈ ਕੇ ਬੰਦਿਆਂ 'ਚ ਆ ਕੇ ਬੈਠ, ਜਿਹੜਾ ਉਹ ਪਤਲਾ ਹੁੰਦਾ ਸੀ, ਪਤਲਾ ਹੁੰਦਾ ਸੀ ਜੀ, ਉਹ ਲੈ ਕੇ ਉਹਨੇ ਆ ਕੇ ਲੋਕਾਂ ਵੱਲ ਨੂੰ ਮੂੰਹ ਕਰਕੇ ਬੈਠਣਾ, ਸੰਗੀ ਜਾਣਾ ਹੈ ਨਾ, ਸੰਗੀ ਜਾਣਾ। ਉਹਨੂੰ ਮਾੜਾ ਜਿਹਾ ਕਹਿਣਾ ਤੁਹਾਨੂੰ ਮੂੰਹ ਚੱਕ, ਹੈ ਨਾ। ਫੋਟੋ ਵਾਲਾ ਤਾਂ ਹੁੰਦਾ ਵੀ ਨਹੀਂ ਸੀ ਉਦੋਂ ਵੈਸੇ ਹੀ ਹੁੰਦਾ ਸੀ। ਉਹਨੇ ਬਸ ਨੀਵੀਂ ਪਾ ਕੇ ਬੈਠਾ ਹੋਣਾ ਜੀ। ਤੇ ਸ਼ਗਨ 'ਚ ਕੀ ਹੁੰਦਾ ਸੀਗਾ, ਇੱਕ ਜ਼ਮਾਨਾ ਉਹ ਵੀ ਸੀ ਜਦੋਂ ਥਾਲ ਆ ਗਏ, 7-8 ਥਾਲ ਲੈ ਕੇ ਲੱਡੂਆਂ ਦੇ ਐਂ ਲੈ ਕੇ ਆਉਂਦੇ ਤੇ ਕੱਪੜਾ ਦੇ ਕੇ ਜੀ। ਪਰ ਉਹ ਤੋਂ ਪਹਿਲਾਂ ਇੱਕ ਸਮਾਂ ਸੀ, ਕੁਛ ਨਹੀਂ ਸੀ ਹੁੰਦਾ। ਬੰਦੇ ਆ ਕੇ ਪੰਚਾਇਤ ਬਹਿ ਗਈ, ਲਾਗੀ ਕੋਲ ਇੱਕ ਪੋਟਲੀ ਜੀ ਆ ਜੀ, ਉਹਦੇ ਵਿੱਚ 2-4 ਛੁਆਰੇ ਹੋਣਗੇ, ਗੁੜ ਦੀ ਰੋੜੀ ਹੋਏਗੀ ਜੀ, ਤੇ 1 ਰੁਪਈਆ ਪਾ ਕੇ ਪੱਲੇ ਦੇ ਵਿੱਚ, ਹੈ ਨਾ। ਉਹਨੇ ਕਹਿਤਾ ਜੀ ਲਓ ਜੀ ਸ਼ਗਨ ਲੱਗ ਗਿਆ। ਹੁਣ ਇੱਕ ਜਿਹੜਾ ਜ਼ਮਾਨਾ ਮੈਂ ਵੇਖਿਆ ਜੀ,
ਉਹਦੇ 'ਚ ਹੁੰਦਾ ਸੀਗਾ ਵੀ ਥਾਲ ਆਉਂਦੇ ਸੀ, ਥਾਲ ਇੱਕ ਸਾਈਡ ਤੇ ਰੱਖੇ ਜਾਂਦੇ ਸੀ, ਮੁੰਡੇ ਦੇ ਮੂੰਹ ਨੂੰ ਛੁਹਾਰਾ ਲਾਇਆ, ਮਿੱਠੇ ਦਾ ਸ਼ਗਨ ਦੇਤਾ, ਕੁੜੀ ਦੇ ਹੁੰਦੇ। ਜੇ ਸਾਰੀ ਚੀਜ਼ਾਂ ਦੇਖੀਏ ਤਾਂ ਕੀ ਪਤਾ ਲੱਗਦਾ ਵੀ ਜਿਹੜੇ ਫਿਰ ਸਤਿਕਾਰ ਹੁੰਦਾ ਸੀ, ਕੰਬਲ ਤੇ 2 ਰੁਪਏ ਰੱਖ ਕੇ ਦਿੱਤੇ ਜਾਂਦੇ ਸੀ, ਪੂਰਾ ਨੋਟ, ਵੱਜਿਆ ਨੋਟ, ਹਨਾ। ਉਹਦਾ ਮਤਲਬ ਇਹ ਸੀਗਾ ਕਿ ਇਹ ਇਸ ਪਰਿਵਾਰ ਦੇ ਪਤਵੰਤੇ ਬੰਦੇ ਆ, ਇਹਦਾ ਫਾਦਰ ਆ, ਇਹਦਾ ਚਾਚਾ, ਆ ਤਾਇਆ, ਤੇ ਪਿੰਡ ਵਾਲਿਆਂ ਨੇ 2 ਰੁਪਏ ਹੁੰਦੇ ਸੀ, ਲਾਲ ਨੋਟ 2 ਦਾ ਹੁੰਦਾ ਸੀ। ਇੰਨੀ ਰਕਮ ਸਾਹਮਣੀ ਕਿੱਦਾਂ? ਮਤਲਬ ਉਹ ਹੋ ਜਾਂਦੀ, ਜਿਹਦੇ ਵਿਆਹ ਤੇ 62 ਰੁਪਏ ਹੋ ਜਾਂਦੇ ਸੀ ਮੰਗਣੇ ਤੇ ਜੀ, ਉਹਨੂੰ ਜਾਨੀ ਫੰਨੇ ਖਾ ਸਮਝਿਆ ਜਾਂਦਾ ਸੀ। 62 ਰੁਪਏ ਸ਼ਗਨ ਪੈ ਗਿਆ ਮੁੰਡੇ ਨੂੰ, ਬੜੀ ਚੱਲਦੀ ਜਾਨੀ ਵੀ ਵਧੀਆ ਚਰਚਾ ਹੁੰਦੀ ਸੀ ਇਸ ਗੱਲ ਦੀ। 62 ਰੁਪਏ ਬਹੁਤ ਵੱਡੀ ਅਮਾਉਂਟ ਸੀਗੀ ਉਹਨਾਂ ਸਮਿਆਂ ਦੇ ਵਿੱਚ, ਪਰ ਸੀ ਉਹ ਦੇਖੋ ਪਰਿਵਾਰ ਦੀ ਇੱਕ ਸਪੋਰਟ ਹੀ ਸੀਗੀ। ਬਿਲਕੁਲ ਠੀਕ ਹੈ। ਉਸ ਪਰਿਵਾਰ ਦਾ ਜਿੰਨਾ ਖਰਚਾ ਹੁੰਦਾ ਉਨੀ ਕੁ ਨਾਲ ਸਪੋਰਟ ਮਿਲ ਗਈ, ਕੋਈ ਕਰਜ਼ਾ ਨਹੀਂ ਚੜਿਆ, ਕੋਈ ਕੁਛ ਨਹੀਂ ਹੋਇਆ। ਪਰ ਅੱਜ ਮੈਨੂੰ ਲੱਗਦਾ WhatsApp ਆਪਣਾ ਸਮਾਂ ਵੀ ਹੋ ਚੱਲਿਆ, ਗੱਲਾਂ ਤਾਂ ਜੇ ਸ਼ੁਰੂ ਹੀ ਹੁੰਦੀਆਂ ਸੀਗੀਆਂ, ਬਹੁਤ ਕੁਛ ਕਹਿਣ ਯੋਗ ਹੈਗਾ ਇਹਦੇ ਤੇ ਨਾਲ ਦੀ ਨਾਲ ਅਸੀਂ ਵਿਆਹਾਂ 'ਚ ਕਿਵੇਂ ਲੁੱਟੇ ਜਾਂਦੇ ਹਾਂ ਕਿਸੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ, ਕਿ ਅੱਜ ਜਿਹੜਾ ਮੈਰਿਜ ਪੈਲਸ ਹੈ ਇਹ ਵੀ ਇੱਕ ਗੈਂਗ ਆ, ਇਹ ਲੋਕਾਂ ਨੂੰ ਕਿਵੇਂ ਲੁੱਟਦਾ। ਤੇ ਇਹਦੇ ਨਾਲ 1000 ਤੋਂ ਵੱਧ ਮੈਰਿਜ ਪੈਲਸ ਪੰਜਾਬ 'ਚ ਨੇ ਜੀ, 1000 ਤੋਂ ਜ਼ਿਆਦਾ ਮੈਰਿਜ ਪੈਲਸ, ਤੇ ਜਿਹੜੇ ਕਿ 10 ਲੱਖ ਹੁਣ ਐਵਰੇਜ ਰੇਟ ਹੋ ਗਿਆ, ਤੇ ਹਰ ਰੋਜ਼ ਬੁੱਕ ਹੁੰਦੇ ਆ, 7 ਦਿਨ ਵਿਆਹ ਚੱਲਦੇ ਆ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਸਮਰਾ ਸਾਹਿਬ। ਮੈਂ ਨਾ ਇੱਕ ਬੇਨਤੀ ਜਿਹੜੀ ਆ ਜਾਣ ਤੋਂ ਪਹਿਲਾਂ ਹੋਰ ਕਰ ਦੇਣੀ ਆ, ਤੁਸੀਂ ਧੰਨਵਾਦ ਤਾਂ ਕਰਤਾ, ਕਿ ਕੋਈ ਵੀ ਬੰਦਾ ਇਹ ਨਾ ਸਮਝੇ ਕਿ ਕਿਸੇ ਨੂੰ ਟਾਰਗੇਟ ਕਰਕੇ ਪ੍ਰੋਗਰਾਮ ਕੀਤਾ ਜਾ ਰਿਹਾ, ਕਿਉਂਕਿ ਤੁਸੀਂ ਸਾਰੇ ਹੀ ਸਾਡੇ ਆਪਣੇ ਹੋ, ਪਿਆਰੇ ਹੋ, ਸੱਜਣ ਹੋ। ਤੇ ਮੈਰਿਜ ਪੈਲਸਾਂ ਦੇ ਵਿੱਚ ਹੋ ਸਕਦਾ ਕਿ ਸਾਡੇ ਪਰਿਵਾਰਾਂ ਦੇ ਮੈਂਬਰਾਂ ਦੇ ਵੀ ਵਿਆਹ ਮੈਰਿਜ ਪੈਲਸਾਂ ਦੇ ਵਿੱਚ ਹੀ ਹੋਏ ਆ ਨਾ। ਨਹੀਂ, ਮੈਨੂੰ ਤਾਂ ਕਈ ਕਹਿਣਗੇ ਵੀ ਆਪ ਕਰ ਕੇ ਹੁਣ ਮਤਲਬ ਸਾਨੂੰ ਮਤਾਂ ਦਿੰਦੇ ਆ, ਪਰ ਭਾਈ ਆਪ ਕਰਕੇ ਮਦਦ ਦਾ ਪਤਾ ਲੱਗਦਾ। ਤੇ ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਹੜੀ ਚੀਜ਼ ਦੀ ਤਬਦੀਲੀ ਕੀਤੀ ਜਾ ਸਕਦੀ ਹੈ ਨਾ, ਕਿਉਂਕਿ ਅੱਜ ਕਦੇ ਕਦੇ ਦੁੱਖ ਹੁੰਦਾ ਕਿ ਵਿਆਹਾਂ 'ਚ ਗੋਲੀਆਂ ਚੱਲਦੀਆਂ, ਮੌਤਾਂ ਹੋ ਰਹੀਆਂ। ਅਸੀਂ ਇੰਨੀ ਵੱਡੀ ਪੱਧਰ ਦੇ ਉੱਤੇ ਲੜਦੇ ਹਾਂ ਕਿ ਜ਼ਿੰਦਗੀ ਦੁੱਭਰ ਹੋ ਜਾਂਦੀ ਹੈ। ਜੇ ਵਿਆਹਾਂ ਤੋਂ ਬਾਅਦ ਅਸੀਂ ਕਰਜ਼ੇ ਦੇ ਵਿੱਚ ਹੀ ਫਸੇ ਰਹੇ ਤਾਂ ਸਮਰਾ ਸਾਹਿਬ ਉਹ ਫਿਰ ਉਸ ਵੱਡੀ ਗੱਲ ਦੇ ਨਾਲੋਂ ਅਸੀਂ ਲੈਣਾ ਕੀ ਹੈ ਨਾ। ਵੀ ਇਸ ਕਰਕੇ ਕਿਤੇ ਨਾ ਕਿਤੇ ਸੋਚੀਏ, ਵਿਚਾਰੀਏ ਜ਼ਰੂਰ। ਤੇ ਸਭ ਤੋਂ ਵੱਡੀ ਗੱਲ, ਆਪੋ ਆਪਣੇ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਜਿਹੜੇ ਵਿਆਹ ਹੋਏ ਆ, ਉਹਦੇ ਤੋਂ ਬਾਅਦ ਜਮ੍ਹਾਂ ਘਟਾਓ ਕਰੀਏ। ਕਿੰਨੀਆਂ ਰਿਸ਼ਤੇਦਾਰੀਆਂ ਦੁਖੀ ਹੋਈਆਂ, ਕਿੰਨੀਆਂ ਨਵੀਆਂ ਸਾਨੂੰ ਮਿਲੀਆਂ, ਤੇ ਉਹਦੇ ਤੇ ਨਾਲ ਕਿ ਅਸੀਂ ਕੋਈ ਵਿਆਹ ਦੇ ਵਿੱਚ ਇਦਾਂ ਦੀ ਗੱਲ ਤਾਂ ਨਹੀਂ ਕੀਤੀ ਜਿਹੜੀ ਲਾ ਕੇ ਕੀਤੀ ਲੱਗੀ ਹੋਵੇ ਕਿ ਕੋਈ ਬੰਦਾ ਆਰਥਿਕ ਤੌਰ ਤੇ ਕਮਜ਼ੋਰ ਹੈ। ਕਿਤੇ ਮੈਂ ਇਦਾਂ ਤਾਂ ਨਹੀਂ ਕਹਿਤਾ ਤੂੰ ਉਹੀ ਕੋਟ ਪਾ ਕੇ ਆ ਗਿਆ, ਜਾਂ ਤੂੰ ਉਹੀ ਆਹ ਸੂਟ ਤਾਂ ਤੂੰ ਉਦੋਂ ਵੀ ਪਾਇਆ ਸੀ। ਨਹੀਂ, ਕਿਉਂਕਿ ਮਸਲਾ ਉਹ ਨਹੀਂ ਹੈ। ਜੇ ਸਾਨੂੰ ਵਿਆਹ ਦੇ ਵਿੱਚ ਆਪਦੇ ਰਿਸ਼ਤੇਦਾਰਾਂ ਦੇ ਨਾਲ ਗਲ ਮਿਲਣ ਲੱਗਿਆਂ ਐਂ ਲੱਗਦਾ ਕਿ ਮੇਰਾ ਸੂਟ ਖਰਾਬ ਹੋ ਜੂ, ਮੇਰਾ ਕੋਟ ਖਰਾਬ ਹੋ ਜੂ, ਜੇ ਆਪਦੇ ਨਿੱਕੇ ਨਿਆਣੇ ਜਿਹੜੇ ਚੱਕੇ ਆ ਉਹ ਇੰਨੀਆਂ ਕੋ ਕਈ ਵਾਰੀ ਝਿਲਮਿਲ ਤਾਰੇ ਜਿਹੇ ਲੱਗੇ ਹੁੰਦੇ ਕਿ ਨਿਆਣੇ ਦਾ ਮੂੰਹ ਹੀ ਛਿੱਲ ਹੋ ਜਾਏ। ਸੋ ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ, ਕਿ ਇਹ ਤਾਂ ਭਾਈ ਆਪਣੱਤ ਦਾ ਇੱਕ ਇਕੱਠ ਦੀ ਗੱਲ ਸੀ, ਉਸ ਸਮੇਂ ਦੀ ਗੱਲ ਸੀ। ਅਸੀਂ ਉਹ ਸਮਾਂ ਹੰਡਾਉਣਾ ਕਿ ਆਪਦੀ ਬੱਲੇ ਬੱਲੇ ਕਰਾਉਣੀ ਹੈ, ਉਧਰਲੇ ਪਾਸੇ ਨੂੰ ਸਾਨੂੰ ਵਿਚਾਰਨ ਦੀ ਲੋੜ ਹੈਗੀ ਜੀ। ਬਹੁਤ ਬਹੁਤ ਧੰਨਵਾਦ ਸਾਹਿਬ, ਤੁਸੀਂ ਆਏ। ਮੇਰੀਆਂ ਪੂਰੀਆਂ ਸਿਆਸਤ ਜਾਂ ਹੋਰ ਗੱਲਾਂ ਨਹੀਂ, ਤੁਸੀਂ ਹਰ ਪਾਸੇ ਮਾਹਰ ਹੋ। ਬਹੁਤ ਪਿਆਰਾ ਪ੍ਰੋਗਰਾਮ ਆਪ ਜੀ ਨੇ ਦਿੱਤਾ। ਮੈਂ ਆਸ ਕਰਦਾ ਕਿ ਆਪ ਸਭ ਨੂੰ ਪਸੰਦ ਆਇਆ ਹੋਊਗਾ। ਆਉਣ ਵਾਲੇ ਸਮੇਂ 'ਚ ਅਸੀਂ ਤੁਹਾਡੇ ਜਿਹੜੇ ਕਮੈਂਟ ਹੈਗੇ ਆ ਉਹ ਵੀ ਵਿੱਚ ਕਿਤੇ ਨਾ ਕਿਤੇ ਸਾਂਝੇ ਕਰਿਆ ਕਰਾਂਗੇ। ਪਿਛਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਿਹੜੀਆਂ ਗੱਲਾਂ ਪੁੱਛੀਆਂ ਜਾਂ ਕਿਹੜੀਆਂ ਗੱਲਾਂ ਤੇ ਕਿਹੋ ਜਿਹੇ ਕਮੈਂਟ ਕੀਤੇ, ਸੋ ਕਮੈਂਟ ਜ਼ਰੂਰ ਕਰਿਓ ਜੀ। ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਕਿ ਅਸੀਂ ਇਹੋ ਜਿਹੇ ਪ੍ਰੋਗਰਾਮ ਜਿਹੜੇ ਸਾਡੇ ਪਿਛੋਕੜ ਨਾਲ ਜੁੜੇ ਹੋਏ ਨੇ ਉਹ ਵੀ ਸਾਡੇ ਬੱਚੇ ਤੱਕ ਪਹੁੰਚ ਸਕਣ। ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਆ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ੍ਰੀ ਅਕਾਲ।